ਦੱਸ ਨਹੀਂ ਸਕਦੇ ਅਸੀਂ ਜੋ ਅਸੀਂ ਹਾਲਤ ਹਰਿਮੰਦਰ ਸਾਹਿਬ ਦੇ ਵੇਖੇ ਉਸ ਵੇਲੇ ਅਸੀਂ ਰੋਂਦੇ ਹੀ ਨਿਕਲੇ ਉੱਥੋਂ। ਫਿਰ ਅਸੀਂ ਆਪਣੇ ਘਰਾਂ ਨੂੰ ਮਿਲਣ ਵਾਸਤੇ ਗਏ। ਘਰ ਜਾ ਕੇ ਸਾਡੇ ਤੇ ਪਿੰਡ ਵਾਲਿਆਂ ਨੇ ਅਤਵਾਦੀਆਂ ਦਾ ਦੂਸ਼ਣ ਲਾ ਕੇ ਪੁਲਿਸ ਕੋਲ ਰਿਪੋਰਟਾਂ ਕੀਤੀਆਂ। ਸ਼ੱਕ ਦੀ ਨਿਗਾਹ ਨਾਲ ਵੇਖਿਆ ਗਿਆ, ਸਾਡੇ ਤੇ ਇਹੋ ਜਿਹਾ ਦਸਤ ਕੀਤਾ ਗਿਆ ਕਿ ਜਿਹੜਾ ਅਸੀਂ ਦੱਸਣਯੋਗ ਨਹੀਂ ਆ। ਜੇ ਅਸੀਂ ਆਪਣੇ ਬੱਚਿਆਂ ਨੂੰ ਵੀ ਦੱਸਦੇ ਤਾਂ ਅੱਜ ਸਾਡਾ ਮਨ ਭਰ ਆਉਂਦਾ। ਵੀ ਜੋ ਆਪਾਂ ਦਰਬਾਰ ਸਾਹਿਬ ਪਹੁੰਚਣਾ, ਸਾਨੂੰ ਕੋਈ ਇਹ ਨਹੀਂ ਸੀਗਾ ਸਾਡੀ ਜਾਨ ਲੱਗ ਜੇ ਜਾਂ ਰਹਿ ਜੇ ਜਾਂ ਕੋਈ ਹੋਰ ਕੋਈ ਰਾਜਨੀਤਿਕ ਕੋਈ ਸੰਬੰਧ ਐਸਾ ਨਹੀਂ ਸੀ। ਉਹ ਫਿਰ ਮਿਲਟਰੀ ਰੂਲ ਸਾਡੇ 'ਤੇ ਟਿਕ ਕਰ ਦਿੰਦਾ। ਉਹ ਫਿਰ ਸਾਡੇ 13 ਬੰਦੇ ਤਾਂ ਥੈਂ ਹੀ ਮਰ ਗਏ ਸੀ। ਫਿਰ ਅਸੀਂ ਗੱਡੀਆਂ ਜਿੰਨੇ ਵੀ 15-20 ਬਚੇ ਆ, ਕਿਸੇ ਦੇ ਬਾਹ 'ਤੇ ਲੱਗੀ, ਉਸ ਕਿਸੇ ਮੇਰੇ ਅੱਖ 'ਤੇ ਲੱਗੀ ਸੀ ਤੇ ਮੇਰੀ ਅੱਖ ਚਲੀ ਗਈ ਸੀ। ਪਰ ਉਹਨੂੰ ਮੈਂ ਕਿਹਾ ਵੀ ਤੂੰ ਰਫਲ ਕਾਕ ਕਰ, ਜੇ ਮੇਰੇ ਗੋਲੀ ਮਾਰੀ ਤੇ ਫਿਰ ਤੂੰ ਵੀ ਫਾਇਰ ਕਰ ਦੇਣਾ, ਨਹੀਂ ਤੇ ਨਹੀਂ ਫਾਇਰ ਕਰਨਾ। ਸਾਡਾ ਇੱਕੋ ਮਕਸਦ ਸੀ ਮੈਡਮ, ਅਸੀਂ ਦਰਬਾਰ ਸਾਹਿਬ ਪਹੁੰਚਣ ਦਾ। ਸਾਡਾ ਰਸਤੇ ਦੇ ਵਿੱਚ ਕੋਈ ਨੁਕਸਾਨ ਕਰਨ ਦਾ ਕੋਈ ਮਤਲਬ ਨਹੀਂ ਸੀ। ਜੋ ਹਨੇਰੇ ਉੱਥੇ ਥੋੜਾ ਹਨੇਰਾ ਹੋਇਆ, ਉੱਥੇ ਫਿਰ ਇੱਕ ਟਰੱਕ ਲਾਸ਼ਾਂ ਦਾ ਭਰ ਕੇ ਆਇਆ ਸਾਡੇ ਮੁੰਡਿਆਂ ਦਾ। ਮਤਲਬ ਉਹ ਕਹਿੰਦੇ ਵੀ ਤੁਸੀਂ ਪਛਾਣੋ। ਮੇਰਾ ਖਿਆਲ ਉਹ ਪਛਾਣਨੀਆਂ ਬਹੁਤ ਇੱਕ ਵੱਡੀ ਗੱਲ ਸੀ। ਪਛਾਣਨਾ ਤੇ ਕੀ ਦੇਖਣਾ ਵੀ ਇੰਨਾ ਜਾਣੀ ਦੇਖ ਕੇ ਰੋਣਾ ਆਉਂਦਾ ਸੀ। ਵੀ ਰਸਤੇ ਵਿੱਚ ਬਹੁਤ ਚੈਕਿੰਗ ਹੈ, ਬਹੁਤ ਸਖਤਾਈ ਹੈ। ਤੁਸੀਂ ਆਪਣੇ ਜਿਹੜੇ ਕੇਸ ਹੈ ਇਹ ਤੁਹਾਨੂੰ ਕਟਾਉਣੇ ਪੈਣਗੇ, ਦਾੜੀਆਂ ਕਟਾਉਣੀਆਂ ਪੈਣਗੀਆਂ। ਤਾਂ ਉਹਨਾਂ ਨੇ ਸਾਨੂੰ ਸਾਰਾ ਕੁਝ ਸਾਡੇ ਕੇਸ ਦਾੜੀਆਂ ਕਟਵਾ ਕੇ ਕਟਵਾਉਣ ਲਈ ਮਜਬੂਰ ਕਰਕੇ, ਹੋਰ ਕੋਈ ਸਾਡੇ ਕੋਲ ਸਾਧਨ ਨਹੀਂ ਸੀ ਇੱਥੇ ਪਹੁੰਚਣ ਦਾ ਹਰਿਮੰਦਰ ਸਾਹਿਬ। ਤਾਂ ਮੈਂ ਕਿਹਾ ਵੀ ਬਾਹਰ ਮੈਂ ਤਾਂ ਆਊਂਗਾ ਵੀ ਮੇਰੇ ਖੱਬੇ ਪਾਸੇ 2 ਆਰਮੀ ਵਾਲੇ ਖੜੇ ਨਿਕਲ ਗੋਲੀ ਮਾਰਨਗੇ। ਕਿਉਂ ਉਸ ਤੋਂ ਪਹਿਲਾਂ ਮੈਂ ਥੋੜਾ ਕਮੈਂਟ ਭੁੱਲ ਗਿਆ, ਜਦੋਂ ਬੱਸ ਤੋਂ ਮੈਂ ਉਤਰਿਆ ਸੀ, ਮੈਂ ਵੀ ਜਦੋਂ ਮੇਰੇ ਬੱਸ ਦੇ ਕੋਲੇ ਗ੍ਰਨੇਡ ਗਿਰਿਆ ਸੀ ਇੱਕ, ਤਾਂ ਮੈਂ ਦੇਖਿਆ ਜੇ ਗ੍ਰਨੇਡ ਬੱਸ ਦੇ ਕੋਲੇ ਆ ਵੀ ਉੱਪਰ ਵੀ ਆ ਸਕਦਾ, ਮੈਂ ਵੀ ਬੱਸ ਉਤਰ ਕੇ ਭੱਜ ਗਿਆ ਸੀਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਗੱਲ ਜੂਨ 1984 ਦੀ ਕਰਦੇ ਆ ਤੇ ਅੱਜ ਵੀ ਸਾਡੀਆਂ ਅੱਖਾਂ ਨਮ ਹੋ ਜਾਂਦੀਆਂ ਨੇ। ਤੇ ਅੱਜ ਫਿਰ ਉਹੀ ਵਾਕਿਆ ਤੇ ਗੱਲ ਜ਼ਰੂਰ ਕਰਾਂਗੇ। ਗੱਲ ਜੂਨ 1984 ਦੀ ਹੋਵੇਗੀ, ਭਾਵੇਂ ਅਗਸਤ ਮਹੀਨਾ ਚੱਲਦਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਸਿਰਫ ਇਹਨਾਂ ਨੂੰ ਜਾਂ ਇਸ ਸਾਕੇ ਨੂੰ ਸਿਰਫ ਅਤੇ ਸਿਰਫ ਜੂਨ ਦੇ ਵਿੱਚ ਹੀ ਯਾਦ ਕੀਤਾ ਜਾਵੇ। ਅੱਜ ਸਾਡੇ ਨਾਲ ਮੌਜੂਦ ਨੇ ਫਿਰ ਤੋਂ ਧਰਮੀ ਫੌਜੀ। ਇਹ ਉਹ ਧਰਮੀ ਫੌਜੀ ਨੇ ਜਿਨ੍ਹਾਂ ਨੂੰ ਅੱਜ ਵੀ ਇਨਸਾਫ ਨਹੀਂ ਮਿਲਿਆ ਤੇ ਅੱਜ ਵੀ ਆਪਣੀ ਇੱਜ਼ਤ ਨੂੰ, ਆਪਣੀ ਰਿਸਪੈਕਟ ਨੂੰ ਉਸੇ ਤਰ੍ਹਾਂ ਯਾਦ ਕਰਦੇ ਨੇ, ਕਿਉਂਕਿ ਇਹਨਾਂ ਨੂੰ ਕੋਈ ਤਾਂ ਬਗਾਵਤੀ ਕਹਿੰਦਾ ਹੈ, ਕੋਈ ਗਦਾਰ ਕਹਿੰਦਾ ਤੇ ਕੋਈ ਅੱਤਵਾਦੀ ਕਹਿ ਕੇ ਵੀ ਪੁਕਾਰਦਾ ਹੈ। ਸੋ ਇਹਨਾਂ ਨੇ ਆਪਣੇ ਤੋਂ ਇਹ ਟੈਗ ਬੜੀ ਮੁਸ਼ਕਲ ਦੇ ਨਾਲ ਉਤਾਰੇ ਨੇ, ਫਿਰ ਤੋਂ ਨੌਕਰੀਆਂ ਕਰਕੇ ਆਏ ਨੇ ਤੇ ਉੱਥੇ ਦੁਬਾਰਾ ਨੌਕਰੀਆਂ ਕਰਨ ਦੇ ਨਾਲ ਨਾਲ ਵੀ ਇਹਨਾਂ ਨੂੰ ਕੀ ਕੁਝ ਸਹਿਣਾ ਪਿਆ ਇਹ ਤੁਹਾਨੂੰ ਜ਼ਰੂਰ ਦੱਸਾਂਗੇ। ਸੋ ਅੱਜ ਅਸੀਂ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਦੇ ਸਦਕਾ ਸਾਰੇ ਹੀ ਧਰਮੀ ਫੌਜੀਆਂ ਦੁਬਾਰਾ ਤੋਂ ਮਿਲ ਰਹੇ ਹਾਂ। ਸੋ ਇੱਧਰ ਸਾਡੇ ਨਾਲ ਬੈਠੇ ਹੋਏ ਨੇ ਹਰਮਿੰਦਰ ਸਿੰਘ ਹੋਣੀ, ਹਰਮਿੰਦਰ ਸਿੰਘ ਹੋਣਾ ਦੇ ਨਾਲ ਹੀ ਕੇਹਰ ਸਿੰਘ ਹੋਣੀ ਵੀ ਮੌਜੂਦ ਨੇ। ਸੋ ਮੇਰੇ ਇਸ ਹੱਥ ਬੈਠੇ ਹੋਏ ਨੇ ਸੁਖਵਿੰਦਰ ਸਿੰਘ ਹੋਣੀ, ਸੁਖਵਿੰਦਰ ਸਿੰਘ ਹੋਣਾ ਦੇ ਨਾਲ ਹੀ ਬਖਸ਼ੀਸ਼ ਸਿੰਘ ਬੈਠੇ ਹੋਏ ਨੇ। ਸੋ ਇਹ ਉਹ ਧਰਮੀ ਫੌਜੀ ਨੇ ਜਿਨ੍ਹਾਂ ਨੇ ਉਸ ਵੇਲੇ ਦੀਆਂ ਪੀੜਾਂ ਨੂੰ ਆਪਣੇ ਪਿੰਡੇ ਤੇ ਹੰਡਾਇਆ ਤੇ ਉਹ ਬਹੁਤ ਹੀ ਦਰਦਨਾਕ ਪੀੜਾਂ ਸਹਿੰਦੇ ਹੋਏ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆ ਕੇ ਨਤਮਸਤਕ ਹੁੰਦੇ ਨੇ। ਸੋ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਹਰਮਿੰਦਰ ਜੀ, ਡੇਲੀ ਪੋਸਟ ਪੰਜਾਬੀ ਤੇ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਸਵਾਲ ਇਹ ਪੁੱਛਾਂਗੇ ਕਿ ਜਦੋਂ ਤੁਸੀਂ ਬੈਰਕਾਂ ਛੱਡ ਦਿਓ ਤਾਂ ਉਸ ਵੇਲੇ ਤੁਹਾਡੇ ਤੱਕ ਇੱਕ ਖਬਰ ਪਹੁੰਚਦੀ ਹੈ, ਰੇਡੀਓ ਦੇ ਜ਼ਰੀਏ ਤੁਸੀਂ ਖਬਰ ਨੂੰ ਸੁਣਦੇ ਹੋ, ਫਿਰ ਤੁਹਾਡਾ ਸਾਰੇ ਫੌਜੀਆਂ ਦਾ ਇੱਕ ਪਲਾਨ ਬਣਦਾ ਕਿ ਹੁਣ ਅਸੀਂ ਇੱਥੋਂ ਰਵਾਨਾ ਹੋਵਾਂਗੇ। ਹਾਂਜੀ, ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਉੱਥੇ ਪਲਾਨ ਬਣਿਆ ਸਾਡਾ, ਉਹ ਕੋਈ ਸੋਚੀ ਸਮਝੀ ਕਿਸੇ ਦੀ ਚਾਲ ਨਹੀਂ ਸੀ, ਕਿਸੇ ਦੀ ਉਹਦੇ ਵਿੱਚ ਕੋਈ ਸਾਜ਼ਿਸ਼ ਨਹੀਂ ਸੀ। ਜਿੰਨੇ ਵੀ ਅਸੀਂ ਧਰਮੀ ਫੌਜੀ ਸੀਗੇ, ਸਾਨੂੰ ਸਿਰਫ ਇੰਨਾ ਪਤਾ ਲੱਗਿਆ ਵੀ ਹਰਿਮੰਦਰ ਸਾਹਿਬ ਦੇ ਉੱਪਰ ਅਟੈਕ ਹੋ ਗਿਆ ਤੇ ਉੱਥੇ ਫੌਜ ਜਿਹੜੀ ਆਪਣੇ ਪਰਿਵਾਰਾਂ ਦੇ ਨਾਲ, ਬੱਚਿਆਂ ਦੇ ਨਾਲ ਜੋ ਵੀ ਕੁਝ ਕਰ ਰਿਹਾ, ਇੱਦਾਂ ਦਾ ਸੁਣ ਕੇ ਸਾਰਿਆਂ ਦਾ ਖੂਨ ਖੌਲ ਗਿਆ। ਉਹ ਤੋਂ ਬਾਅਦ 10 ਜੂਨ 1984 ਨੂੰ 8:30 ਵਜੇ ਤੇ ਅਸੀਂ ਉੱਥੋਂ ਆਪਣੇ ਹਥਿਆਰ ਲੈ ਕੇ ਤੇ ਉੱਥੋਂ ਅਸੀਂ ਆਪਣਾ ਜੋ ਵੀ ਜਿਹਦੇ ਹੱਥ ਲੱਗਿਆ, ਕਿਸੇ ਦੇ
ਜੋ ਵੀ ਹਥਿਆਰ ਚਲਾਉਣਾ ਜਾਣਦਾ ਸੀਗਾ ਆਪਣਾ ਆਪਣਾ ਲੈ ਕੇ ਉੱਥੋਂ ਭਗੌੜੇ ਹੋਏ ਆ। ਤੇ ਅਮਨੀਸ਼ਨ ਡੈਂਪ ਦੇ ਉੱਪਰ ਕਮਾਂਡਰ ਸਾਹਿਬ ਸੀਗੇ, ਪੁਰੀ ਸਾਹਿਬ, ਜਿਹੜੇ ਬਹੁਤ ਵਧੀਆ ਅਫਸਰ ਸੀਗੇ, ਤੇ ਉਹਨਾਂ ਨੂੰ ਵੀ ਕੋਈ ਨਹੀਂ ਚਾਹੁੰਦਾ ਸੀ ਵੀ ਉਹਨਾਂ ਦਾ ਕਤਲ ਕੀਤਾ ਜਾਵੇ, ਪਰ ਸਮਾਂ ਇਹੋ ਜਿਹਾ ਸੀਗਾ, ਪਤਾ ਨਹੀਂ ਉੱਥੇ ਕਿਹਦੀਆਂ ਗੋਲੀਆਂ ਚੱਲੀਆਂ, ਕੀ ਹੋਇਆ, ਉਹਨਾਂ ਨੂੰ ਉੱਥੇ ਗੋਲੀਆਂ ਲੱਗ ਗਈਆਂ, ਉਹਨਾਂ ਦੀ ਡੈਥ ਹੋ ਗਈ। ਤੇ ਉਹ ਤੋਂ ਬਾਅਦ ਫਿਰ ਅਸੀਂ ਰਸਤੇ ਦੇ ਵਿੱਚ ਆਪਣੀਆਂ ਗੱਡੀਆਂ ਮੋਟਰਾਂ ਤੇ ਆ ਗਏ, ਤੇ 11 ਜੂਨ ਨੂੰ ਫਿਰ ਅਸੀਂ ਪ੍ਰਤਾਪਗੜ੍ਹ ਲਖਨਊ ਦੇ ਕੋਲ ਸਾਡਾ 5 ਜੈਕਰ ਰਾਈਫਲ ਦੇ ਨਾਲ ਮੁਕਾਬਲਾ ਹੋਇਆ। ਉੱਥੇ ਸਾਨੂੰ ਅੰਡਰ ਅਰੈਸਟ ਕਰਕੇ ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਕਰਤਾ। ਸੋ ਅੰਕਲ ਜੀ, ਕੇਹਰ ਸਿੰਘ ਜੀ, ਤੁਹਾਡੇ ਨਾਲ ਗੱਲਬਾਤ ਕਰਾਂਗੇ ਅਸੀਂ। ਜਿਸ ਤਰ੍ਹਾਂ ਇਹ ਦੱਸ ਰਹੇ ਨੇ ਕਿ ਉੱਥੋਂ ਬੈਰਕਾਂ ਤੋਂ ਨਿਕਲੇ, ਤੁਸੀਂ ਕਿਹੜੀ ਰੈਜੀਮੈਂਟ 'ਚ ਮੌਜੂਦ ਸੀਗੇ? 9-6। ਸੋ ਜਦੋਂ ਤੁਸੀਂ 9 'ਚ ਮੌਜੂਦ ਤਾਂ ਸੀ, ਪਰ ਉਸ ਵੇਲੇ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਹੋ ਜਾਂਦਾ ਹੈ, ਫਿਰ ਤੁਹਾਡੀ ਪਲੈਨਿੰਗ ਕੀ ਸੀ? ਸਾਰਿਆਂ ਜਣਾਂ ਦੀ ਰਲ ਕੇ ਕੀ ਮਸ਼ਵਰਾ ਕੀਤਾ ਗਿਆ ਸੀ? ਸਲਾਹ ਕੀ ਹੋਈ ਸੀ ਕਿ ਅੱਜ ਅਸੀਂ ਰਵਾਨਾ ਹੋਵਾਂਗੇ, ਰਾਸਤੇ ਦਾ ਕੋਈ ਪਤਾ ਨਹੀਂ, ਕੋਈ ਵੀ ਸ਼ਹੀਦ ਵੀ ਹੋ ਸਕਦਾ ਹੈ? ਉਦੋਂ ਮੈਡਮ ਸਾਰੀ ਯੂਨਿਟ ਸਾਡੀ ਨੇ ਸਟੱਡੀ ਕੀਤੀ, ਵਰਦੀਆਂ ਪਾ ਕੇ, ਹਥਿਆਰ ਦੇ ਕੇ, ਤੇ ਮੁੜ ਕੇ ਰਾਤ ਨੂੰ ਇਤਨਾ ਖੜਕਾ ਛੜਕੇ ਹੋਏ, ਗੱਡੀਆਂ ਨੇ ਮੁੜ ਕੇ ਗੱਡੀ ਲੱਗੀਆਂ ਸੀ ਸਾਰੀਆਂ ਮਡੀਸ਼ਨਾਂ ਵਾਲੀਆਂ ਭਰੀਆਂ, ਵੀ ਕਿਤੇ ਪਤਾ ਨਹੀਂ ਕਿਹੜੇ ਵੇਲੇ ਲੜਾਈ ਲੱਗ ਜਾਣੀ ਹੈ। ਬਾਰਡਰ ਸਾਡੇ ਉਹਦੇ ਲਾਗੇ ਸੀ ਹਨੂੰਮਾਨਗੜ੍ਹ ਦੇ ਜੀ, ਤੇ ਉਹ ਮੁੜ ਕੇ ਇਹਨਾਂ ਨੇ ਉਹ ਕੁਦਰਤ ਨੇ ਸਾਨੂੰ ਇੱਧਰ ਨੂੰ ਤੋਰਤਾ ਜੀ। ਗੁੱਸਾ ਤਾਂ ਬੜਾ ਹੈਗਾ, ਤੁਹਾਨੂੰ ਪਤਾ ਜੀ। ਤੇ ਰਾਜ ਇਹ ਸਾਨੂੰ ਵਿਛੜ ਗਏ, ਸਾਡੇ ਤੇ ਫਿਰ ਟੱਕ ਕਰਤਾ, ਮੈਂ ਜ਼ਖਮੀ ਫਿਰ ਜ਼ਿਆਦਾ ਹੋ ਗਿਆ ਜੀ। ਸੋ ਕੇਹਰ ਸਿੰਘ ਜੀ, ਤੁਹਾਡੇ ਵੀ ਗੋਲੀਆਂ ਲੱਗੀਆਂ ਸੀਗੀਆਂ, ਕਿੰਨੀਆਂ ਗੋਲੀਆਂ ਤੁਹਾਨੂੰ ਲੱਗੀਆਂ ਸੀ? ਜ਼ਖਮੀ ਹੋਏ ਸੀ ਤੇ ਫਿਰ ਤੁਹਾਨੂੰ ਉਠਾ ਕੇ ਕੌਣ ਲੈ ਕੇ ਆਇਆ ਸੀ? ਇਹ ਸਾਡੀਆਂ ਐਂਬੂਲੈਂਸ ਦੀਆਂ ਗੱਡੀਆਂ ਇਹਨਾਂ ਨੇ ਮੰਗਾਈਆਂ ਜੀ, ਮੁੜ ਕੇ ਗੌਰਮੈਂਟ ਨੇ। ਮੁੜ ਕੇ ਮੈਂ ਤੇ ਬੇਹੋਸ਼ ਹੋ ਗਿਆ, ਸਾਨੂੰ ਫਿਰ ਬਠਿੰਡੇ ਲਾ ਗਏ। ਗੋਲੀ ਸਾਨੂੰ ਇਸ ਤਰ੍ਹਾਂ ਆਉਂਦੇ ਆ ਸੜਕ ਦੇ ਉੱਤੇ ਹੀ, ਉਹਨਾਂ ਲਾ ਕੇ ਵੱਡੀ ਗੱਡੀ 3 ਟਨ ਵੱਡੀ ਹੁੰਦੀ ਹੈ, ਉਹ ਰਸਤਾ ਬੰਦ ਕਰ ਲਿਆ। ਯਕਦਮ ਉਹਨਾਂ ਨੇ ਫਾਇਰ ਖੋਲ੍ਹ ਦਿੱਤਾ ਅਫਸਰ ਨੇ, ਜਿਹੜੀ ਕਮਾਂਡ ਦੇ ਥੱਲੇ। ਉਹ ਸਾਡੀ ਗੱਡੀ ਵੱਡੀ ਸਾਰੀ ਉਹਨੇ ਛਾਲਣੀ ਕਰਤੀ, ਵਿੱਚ ਜਿਹਦੇ 'ਚ 13 ਬੰਦੇ ਮਰ ਗਏ ਸਾਡੇ, ਤੇ 25-30 ਅਸੀਂ ਜ਼ਖਮੀ ਹੋ ਗਏ। ਸੋ ਇੱਥੇ ਹੁਣ ਸਾਡੇ ਨਾਲ ਮੌਜੂਦ ਨੇ ਸੁਖਵਿੰਦਰ ਸਿੰਘ ਹੋਣੀ, ਇਹ ਉਹ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਉਹਨਾਂ ਫੌਜੀ ਵੀਰਾਂ ਦੇ ਲਾਸ਼ਾਂ ਦੇ ਭਰੇ ਹੋਏ ਟਰੱਕ ਦੇਖੇ ਸੀ। ਸੋ ਜਿਸ ਵੇਲੇ ਤੁਸੀਂ ਉੱਥੋਂ ਛੱਡ ਕੇ ਆਉਂਦੇ ਹੋ, ਜੌਨਪੁਰ ਪਹੁੰਚਦੇ ਹੋ, ਉਹ ਵਾਕਿਆ ਕੀ ਸੀਗਾ? ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵਿੰਦਰ ਸਿੰਘ। ਅਸੀਂ ਉਸ ਟਾਈਮ ਟ੍ਰੇਨਿੰਗ ਕਰਦੇ ਸੀ, ਰਿਕਰੂਟ ਸੀਗੇ ਸੈਂਟਰ ਦੇ ਵਿੱਚ। ਸਾਨੂੰ ਇਹ ਖਬਰ ਤਕਰੀਬਨ 9 ਜੂਨ ਨੂੰ ਪਤਾ ਲੱਗਦੀ ਆ BBC ਲੰਡਨ ਦੇ ਥਰੂ ਵੀ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ। ਤੇ ਉਸ ਤੋਂ ਬਾਅਦ ਤੇ 10 ਜੂਨ ਨੂੰ ਸਵੇਰੇ ਸਾਰਾ ਰੌਲਾ ਪੈਂਦਾ, ਹਥਿਆਰਾਂ ਦੇ ਫਾਇਰ ਹੁੰਦੇ ਆ। ਉਸ ਟਾਈਮ ਉੱਥੇ ਜਿਸ ਟਾਈਮ ਉਹ ਗਰਾਊਂਡ ਦੇ ਵਿੱਚ ਮੈਂ ਗਿਆ, ਉਸ ਤੋਂ ਪਹਿਲਾਂ ਕਾਫੀ ਹੱਲਾ ਹੋ ਚੁੱਕਿਆ ਸੀ ਕਿ ਥੋੜਾ ਦੂਰੋਂ ਜਾਣਾ, ਕੰਪਨੀਆਂ ਜਾਣਾ ਸੀ, ਅਸੀਂ ਰਿਕਰੂਟ ਸੀਗੇ। ਬਾਕੀ ਸੀਨੀਅਰ ਜਿਹੜੇ ਉਹਨਾਂ ਵੱਧ ਪਤਾ ਸੀ ਗੱਲਾਂ ਦਾ, ਉਹ ਸਾਰੀ ਕਾਰਵਾਈ ਹੋਣ ਤੋਂ ਬਾਅਦ ਸਾਰਿਆਂ ਨੇ ਹਥਿਆਰ ਲੈ ਲਏ, ਤੇ ਉੱਥੇ ਕਮਾਂਡਰ ਪੂਰੀ ਸੀ, ਉਹਦੀ ਡੈਥ ਹੋਈ, ਪਰ ਮੇਰੇ ਅੱਖਾਂ ਸਾਹਮਣੇ ਨਹੀਂ, ਉਸ ਤੋਂ ਪਹਿਲਾਂ ਹੋ ਚੁੱਕਿਆ ਸੀ ਸਾਰਾ ਮਾਮਲਾ ਉਹ। ਤੇ ਉਸ ਤੋਂ ਬਾਅਦ ਸਾਰਿਆਂ ਨੇ ਰੋਹ ਦੇ ਵਿੱਚ, ਗੁੱਸੇ ਦੇ ਵਿੱਚ ਸਾਰੇ ਤੁਰ ਪਏ ਉੱਥੇ ਵੀ ਜੋ ਆਪਾਂ ਦਰਬਾਰ ਸਾਹਿਬ ਪਹੁੰਚਣਾ। ਸਾਨੂੰ ਕੋਈ ਇਹ ਨਹੀਂ ਸੀਗਾ ਸਾਡੀ ਜਾਨ ਲੱਗ ਜੇ ਜਾਂ ਰਹਿ ਜੇ, ਜਾਂ ਕੋਈ ਹੋਰ ਕੋਈ ਰਾਜਨੀਤਿਕ ਕੋਈ ਸੰਬੰਧ ਐਸਾ ਨਹੀਂ ਸੀ। ਅਸੀਂ ਉੱਥੋਂ ਜਿਵੇਂ ਗੱਡੀਆਂ ਸੀਗੀਆਂ, ਗੱਡੀਆਂ ਸੈਂਟਰ ਥੋੜ੍ਹੀਆਂ ਸੀਗੀਆਂ, ਇਸ ਕਰਕੇ ਉਹ ਰੋਡ ਨੇੜੇ ਸੀ, ਮੇਨ ਰੋਡ GT ਰੋਡ। ਉੱਥੋਂ ਤਕਰੀਬਨ ਜਿਹੜੇ ਟਰੱਕ ਸੀ, ਕੁਛ ਉੱਥੇ ਸਰਦਾਰਾਂ ਦੀਆਂ ਗੱਡੀਆਂ ਸੀਗੀਆਂ, ਉਹ ਟਰੱਕ ਉਹਨਾਂ ਨੂੰ ਕਹਿ ਕੇ ਉਹ ਲਿਆਂਦੇ, ਉਹਨਾਂ 'ਚ ਚੜ੍ਹੇ ਨਾਲ ਫੌਜੀ ਗੱਡੀਆਂ ਵਿੱਚੇ ਟਰੱਕ, ਉੱਥੋਂ ਦਰਬਾਰ ਸਾਹਿਬ ਨੂੰ ਚਾਲੇ ਪਾਏ ਆ। ਤੇ ਸਾਡੇ ਉੱਤੇ ਜੋ ਉਸ ਟਾਈਮ ਪਤਾ ਲੱਗਿਆ ਉੱਥੇ ਹੈਲੀਕਾਪਟਰ ਘੁੰਮਦਾ ਸੀ, ਮਤਲਬ ਨਜ਼ਰ ਰੱਖੀ ਜਾ ਰਹੀ ਸੀ ਇਹ ਕਾਰਵਾਈ ਕਿੱਧਰ ਜਾ ਰਹੀ ਆ। ਅਸੀਂ ਫਿਰ ਉਸ ਤੋਂ ਅੱਗੇ ਆ ਕੇ ਹਜ਼ਾਰੀਬਾਗ, ਜਿੱਥੇ ਮੇਰੇ ਗੋਲੀ ਲੱਗਦੀ ਆ, ਮੇਰਾ ਸਾਈਡ ਪੂਰੀ ਗੋਲੀ ਲੱਗੀ ਆ, ਤਕਰੀਬਨ 47 ਜ਼ਖਮ ਨੇ ਮੇਰੇ, ਕਾਫੀ ਸੀਰੀਅਸ ਕੇਸ ਸੀ ਮੇਰਾ। ਤੇ ਬਾਅਦ ਦੇ ਵਿੱਚ ਅਸੀਂ ਜਿਹੜਾ ਇਲਾਹਾਬਾਦ ਐਡਮਿਟ ਹੋਏ ਸੀਗੇ, ਨਾਲ ਮੇਰੇ ਕੁਝ ਹੋਰ ਬੰਦੇ ਸੀ ਜ਼ਖਮੀ, ਜਿਨ੍ਹਾਂ ਦੇ ਨਾਮ ਮੇਰੇ ਕੋਲ ਲਿਖੇ ਹੈਗੇ, ਜੋ ਮੇਰੇ ਬਾਈ ਹਾਰਟ ਯਾਦ ਆ, ਕੁਝ ਮੈਂ ਨਾਮ ਭੁੱਲ ਗਿਆ ਸੀ। ਅੱਛਾ, ਜਦੋਂ ਅਸੀਂ ਉੱਥੋਂ ਚੱਲੇ ਆ, ਪੂਰੀ ਰਾਤ ਚੱਲਦੇ ਰਹੇ। ਅਗਲੇ ਦਿਨ ਅਸੀਂ ਪਹੁੰਚੇ ਇਲਾਹਾਬਾਦ ਪੁਲ ਦੇ ਉੱਤੇ। ਜਦੋਂ ਸਾਡੀ ਗੱਡੀ ਜਾਣ ਲੱਗੀਆਂ ਤਾਂ ਉੱਥੋਂ ਸਾਨੂੰ ਪਤਾ ਲੱਗਦਾ, ਕੁਝ ਲੋਕਾਂ ਨੇ ਕਹਿੰਦੇ ਵੀ ਤੁਸੀਂ ਪੁਲ ਨਾ ਚੜ੍ਹਿਓ, ਅੱਗੇ ਆਰਮੀ ਲੱਗੀ ਆ ਵੀ ਤੁਹਾਨੂੰ ਉੱਥੇ ਅੜਾ ਦੇਣਗੇ। ਉੱਥੋਂ ਸਾਡੀਆਂ ਗੱਡੀਆਂ ਪੁਲ ਤੋਂ ਨਦੀ ਦੇ ਨਾਲ ਚਲੀਆਂ ਗਈਆਂ। ਅੱਗੇ ਇੱਕ ਲੱਕੜ ਦਾ ਪੁਲ ਸੀ, ਜਿਹੜਾ ਕਾਫੀ ਬੁਰੀ ਕੰਡੀਸ਼ਨ ਦੇ ਵਿੱਚ ਸੀ ਗੱਡੀਆਂ 'ਚ, ਪਰ ਉੱਥੋਂ ਦੀ ਗੱਡੀਆਂ ਸਾਡੀਆਂ ਪਾਰ ਹੋ ਗਈਆਂ। ਉਸ ਤੋਂ ਅਸੀਂ ਅੱਗੇ ਚਲੇ ਗਏ। ਅੱਗੇ ਇੱਕ ਜੌਨਪੁਰ ਨਾਮ ਦੀ ਜਗ੍ਹਾ ਆਉਂਦੀ ਆ,
ਪੂਰੇ ਬਾਜ਼ਾਰ ਦੇ ਵਿੱਚ ਉਸ ਟਾਈਮ ਬਾਜ਼ਾਰ ਪੂਰਾ ਬੰਦ ਕਰਵਾਤਾ ਸੀ ਉਹਨੇ, ਕਿਉਂ ਸਾਡਾ ਰਸਤਾ ਦੇਖ ਕੇ ਵੀ ਆਹ ਰਸਤੇ ਆ ਰਿਹਾ ਹੈ। ਅੱਗਿਓਂ ਉਧਰ ਆਰਮੀ ਆ ਗਈ ਸੀ, ਕੋਈ ਹੈਲਪ ਸੀਗਾ 4RT ਬ੍ਰਿਗੇਡ ਸੀ, 4RT ਡਿਪ ਸੀ ਉਹ ਆਪਣਾ ਇਲਾਹਾਬਾਦ ਦਾ, ਜਿਹੜਾ ਉੱਥੇ ਲੱਗਿਆ ਸੀ ਮੂਹਰੇ ਲਾਜ, ਜਿਹੜਾ ਬਾਅਦ ਚ ਪਤਾ ਲੱਗਾ ਗੱਲ ਦਾ। ਉੱਥੇ ਫਿਰ ਸਾਡਾ ਮੁਕਾਬਲਾ ਹੋਇਆ, ਉੱਥੇ ਉਹਨਾਂ ਸਾਡੇ ਫੌਜ ਨੇ ਰਸਤਾ ਰੁਕਿਆ, 20,000 ਬੰਦਾ ਫੌਜ ਦਾ ਲੱਗਿਆ ਸੀ ਤੇ ਸਾਡੇ ਬੰਦੇ ਰੋਡ ਦੇ ਉੱਤੇ ਸੀ। ਫਿਰ ਉਹ ਜੋ ਖੱਬੇ ਸੱਜੇ ਹੋ ਗਏ ਉੱਥੇ ਕੁਛ ਫਾਇਰ ਵੱਲੋਂ ਸਾਡੇ ਬੰਦਾ ਤਾਂ ਇੰਨਾ ਨਹੀਂ ਕਰਿਆ, ਕਿਉਂ ਅਸੀਂ ਇਹ ਸੋਚਦੇ ਸੀਗੇ ਕਿ ਰਸਤੇ ਦੇ ਵਿੱਚ ਵੀ ਸਾਡਾ ਜਦੋਂ ਅਸੀਂ ਚੱਲੇ ਆ ਸਾਡੇ ਕੋਲ ਹਰ ਸਮਾਨ ਸੀਗਾ, ਪਰ ਰਸਤੇ ਦੇ ਵਿੱਚ ਕਿਸੇ ਸਿਵਲ ਵਾਲੇ ਨੂੰ ਅਸੀਂ ਨਾ ਬੁਰਾ ਕਿਹਾ, ਨਾ ਕਿਸੇ ਨੂੰ ਲੁੱਟਿਆ, ਨਾ ਕਿਸੇ ਨੂੰ ਮਾਰਿਆ, ਕਿਉਂ ਸਾਡਾ ਮਕਸਦ ਇਹ ਸੀ ਵੀ ਕਿਸੇ ਆਮ ਪਬਲਿਕ ਨੂੰ ਅਸੀਂ ਕਹਿਣਾ ਨਹੀਂ ਕੁਛ, ਕਿ ਉਹਨਾਂ ਦੀ ਗਲਤੀ ਕੋਈ ਨਹੀਂ ਸੀ। ਬਾਕੀ ਜਿਹੜੇ ਆਰਮੀ ਵਾਲੇ ਅੱਗੇ ਸੀਗੇ ਉਹ ਵੀ ਸਾਡੇ ਭਰਾ ਸੀਗੇ, ਗਲਤੀ ਕਿਉਂ ਕੁਦਰਤ ਸਾਡਾ ਸਮਾਂ ਹੀ ਇਹੋ ਜਿਹਾ ਸੀਗਾ। ਉਸ ਤੋਂ ਬਾਅਦ ਕੁਛ ਫਾਇਰ ਉਧਰ ਹੀ ਹੋਏ ਆ, ਫਿਰ ਉਹ ਸਾਡੇ ਅੰਡਰਸਟ ਜਿਹੜਾ ਸੀਗਾ ਕਰਨ ਹੋਣ ਵਾਲਾ ਸਾਡਾ ਇੱਕ ਨਾਇਕ ਸੀਗਾ, ਉਹਨੇ ਚਿੱਟਾ ਕੱਪੜਾ ਖੜਾ ਕਰਿਆ ਰਾਈਫਲ ਦੇ ਵਿੱਚ ਬਾਹਰ ਕੱਢ ਕੇ, ਰਾਈਫਲ ਤੇ ਕੱਢ ਕੇ, ਤਾਂ ਅੱਗਿਓਂ ਜਿਹੜੇ ਅਫਸਰ ਸੀਗੇ ਸਾਹਮਣੇ ਵਾਲੇ ਉਹਨਾਂ ਨੇ ਦੇਖਿਆ ਵੀ ਇਹਨਾਂ ਨੇ ਜਿਹੜਾ ਸਿਲੰਡਰ ਕਰਤਾ, ਉਹਨਾਂ ਨੇ ਬਿਸਲ ਮਾਰੀ ਮੇਜਰ ਸਾਹਿਬ ਨੇ, ਜਦ ਕਿ ਉਹ ਵੀ ਇੱਕ ਸਰਦਾਰ ਸੀ ਅੱਗਿਓਂ ਮੇਜਰ ਸਾਹਿਬ। ਉਹਨੇ ਕਿਹਾ ਵੀ ਬਾਕੀ ਆਪਦੇ ਬੰਦਿਆਂ ਨੂੰ ਫੌਜ ਨੂੰ ਵੀ ਫਾਇਰ ਬੰਦ ਕਰੋ, ਉਹਨਾਂ ਨੇ ਸਰੈਂਡਰ ਕਰਤਾ। ਤੇ ਉਸ ਟਾਈਮ ਮੈਂ ਜ਼ਖਮੀ ਹੋਣ ਦੇ ਬਾਵਜੂਦ ਮੈਂ ਵੀ ਆਪਦੀ ਗੱਡੀ ਛੱਡ ਕੇ, ਕਿਉਂ ਮੈਂ ਜਦੋਂ ਜ਼ਖਮੀ ਹੋਇਆ ਸੀ ਟਰੱਕ ਦੇ ਵਿੱਚ ਸੀਗਾ, ਉੱਤੋਂ ਬਾਰਿਸ਼ ਹੁੰਦੀ ਸੀ, ਮੇਰੇ ਜਾਂ ਗੋਲੀ ਲੱਗੀ ਮੈਨੂੰ ਫਿਰ ਇੱਕ ਬੱਸ ਦੇ ਵਿੱਚ ਬਿਠਾਤਾ ਸੀ, ਜਦ ਕਿ ਜੋ ਕਿ ਇੱਕ ਪੁਲਿਸ ਦੀ ਬੱਸ ਸੀਗੀ, ਰਾਸਤੇ 'ਚੋਂ ਬੱਸ ਘੇਰੀ ਪੁਲਿਸ ਵਾਲੀ, ਉਹ ਨਾਲ ਲਿਆਏ ਸੀਗੇ, ਮੈਨੂੰ ਬੱਸ 'ਚ ਬਿਠਾਇਆ। ਬੱਸ ਦੇ ਵਿੱਚ ਕੋਈ ਫਸਟ ਏਡ ਲੱਗੀ ਸੀ, ਉਹ ਫਸਟ ਏਡ ਦਵਾਈ ਲਾ ਕੇ ਕਿਸੇ ਉਸਤਾਦ ਨੇ ਮੇਰੀ ਪੱਗ ਮੇਰੇ ਇੱਥੇ ਲਪੇਟਤੀ ਸੀ ਪੂਰੀ, ਤੇ ਪੂਰੀ ਰਾਤ ਮੈਂ ਉਵੇਂ ਰਿਹਾ। ਅਗਲੇ ਦਿਨ ਜੌਨਪੁਰ ਜੋ 11 ਵਜੇ ਪਹੁੰਚਦੇ ਅਸੀਂ 11 ਤਰੀਕ ਨੂੰ, ਉੱਥੇ ਮੁਕਾਬਲਾ ਹੁੰਦਾ, ਸ਼ਾਮ ਨੂੰ 3-4 ਵਜੇ ਜਿਹੜਾ ਉਹ ਸਰੈਂਡਰ ਹੁੰਦਾ। ਤੇ ਫਿਰ ਉਹ ਜਿਹੜਾ ਮੇਜਰ ਸਾਹਿਬ ਕਹਿੰਦੇ ਸਾਡੇ ਬੰਦੇ ਕਹਿੰਦਾ ਵੀ ਜਾਓ ਜਿਹੜੇ ਤੁਹਾਡੇ ਬੰਦੇ ਆ ਆਵਾਜ਼ ਮਾਰ ਕੇ ਕੱਢ ਲਿਆਓ ਸਾਰੇ ਵੀ ਅੰਡਰ ਐਕਟ ਵਾਸਤੇ। ਤੇ ਇੱਕ ਸਾਡਾ ਇੱਕ ਉਸਤਾਦ ਸੀ ਨਾਇਕ ਸੁਖਦੇਵ ਸਿੰਘ, ਉਹ ਸੀ ਹਰਿਆਣੇ ਤੋਂ, ਉੱਥੇ ਨਲਵਾ ਕੰਪਨੀ ਦਾ ਸੀ ਉਹ, ਬੰਟੀ ਸੀ ਦਾ ਮੈਂ ਜਾਣਦਾ ਸੀ ਕਿਉਂ ਮੇਰੀ ਪਲਟੂਨ ਦੇ ਚ ਰਿਹਾ ਸੀ ਉਹ। ਤੇ ਜਦ ਉਹਨੇ ਆਵਾਜ਼ ਮਾਰੀ ਮੈਂ ਉਹਦੀ ਆਵਾਜ਼ ਪਛਾਣੀ, ਮੈਂ ਵੀ ਲੁਕਿਆ ਸੀ, ਮੈਂ ਉਹਨੂੰ ਕਿਹਾ ਉਸਤਾਦ ਵੀ ਮੈਂ ਹੈਗਾ ਤਾਂ ਬਾਹਰ ਆ ਜਾ। ਤਾਂ ਮੈਂ ਕਿਹਾ ਵੀ ਬਾਹਰ ਮੈਂ ਤਾਂ ਆਊਂਗਾ ਵੀ ਮੇਰੇ ਖੱਬੇ ਪਾਸੇ 2 ਆਰਮੀ ਵਾਲੇ ਖੜ੍ਹੇ ਨਿਕਲ ਗੋਲੀ ਮਾਰਨਗੇ। ਕਿਉਂ ਉਸ ਤੋਂ ਪਹਿਲਾਂ ਮੈਂ ਥੋੜਾ ਇੱਕ ਪੁਆਇੰਟ ਭੁੱਲ ਗਿਆ, ਜਦੋਂ ਬੱਸ 'ਚੋਂ ਮੈਂ ਉਤਰਿਆ ਸੀ ਮੈਂ ਵੀ ਜਦੋਂ ਮੇਰੇ ਬੱਸ ਦੇ ਕੋਲੇ ਗ੍ਰਨੇਡ ਗਿਰਿਆ ਸੀ ਇੱਕ, ਤਾਂ ਮੈਂ ਦੇਖਿਆ ਜੇ ਗ੍ਰਨੇਡ ਬੱਸ ਦੇ ਕੋਲੇ ਆ ਵੀ ਉੱਪਰ ਵੀ ਆ ਸਕਦਾ, ਮੈਂ ਵੀ ਬੱਸ 'ਚ ਉਤਰ ਕੇ ਭੱਜ ਗਿਆ ਸੀਗਾ। ਤੇ ਜਿਸ ਮੈਂ ਬਾਹਰ ਰੋਡ ਤੋਂ ਦੂਜੇ ਪਾਸੇ ਗਲੀ ਦੇ ਵਿੱਚ, ਤਾਂ ਸਾਹਮਣੇ 2 ਪੁਲਿਸ ਉਹ ਸੀਗੇ ਫੌਜ ਵਾਲੇ ਬੰਦੇ, ਉਹਨਾਂ ਨੇ ਮੈਨੂੰ ਦੇਖਿਆ, ਮੇਰੇ 2 ਗੋਲੀਆਂ ਮਾਰੀਆਂ ਉਹਨਾਂ ਨੇ। ਮੈਂ ਉਹ ਸੱਪ ਦੇ ਵਾਂਗੂ, ਜੇ ਸਾਨੂੰ ਭੱਜਿਆ ਸਿਖਾਇਆ ਜਾਂਦਾ ਖੱਬੇ ਸੱਜੇ ਭੱਜਣਾ, ਸਿੱਧਾ ਨਹੀਂ ਭੱਜਣਾ, ਮਾਰੀਆਂ ਉਹਨਾਂ ਨੇ ਮੇਰੇ ਪੈਰਾਂ 'ਚ, ਮੇਰੇ 2 ਲੱਗੀਆਂ ਨੇ, ਇੱਕ ਮੇਰੇ ਖੱਬੇ ਇੱਕ ਸੱਜੇ ਲੱਗੀ। ਇਹਨਾਂ ਨੂੰ ਮੈਂ ਫਿਰ ਘਰ ਦੇ ਦੂਜੇ ਪਿਛਲੇ ਪਾਸੇ ਚਲਾ ਗਿਆ, ਉੱਥੇ ਦੀ ਉਹ ਮੈਨੂੰ ਲੱਭਦੇ ਹੋ ਅੱਗੇ ਚਲੇ ਗਏ, ਮੈਂ ਉੱਥੇ ਲੁਕ ਗਿਆ। ਉਸ ਤੋਂ ਬਾਅਦ ਮੈਂ ਰੋਡ ਦੇ ਉੱਤੇ ਆ ਕੇ ਦੂਜੇ ਪਾਸੇ ਦੀਵਾਰ ਕ੍ਰਾਸ ਕਰਕੇ ਦੂਜੇ ਪਾਸੇ ਆ ਗਿਆ ਸੀ। ਉੱਥੇ ਫਿਰ ਜਦ ਮੈਂ ਬਾਹਰ ਨਿਕਲਿਆ ਤਾਂ ਉਹਨਾਂ ਨੇ ਉਹਨੂੰ ਕਿਹਾ ਉਸਤਾਦ ਨੂੰ, ਫਿਰ ਉਸਤਾਦ ਨੇ ਉਹਨਾਂ ਬੰਦਿਆਂ ਨੂੰ ਕਿਹਾ ਵੀ ਭਾਈ ਇੱਥੇ ਹੁਣ ਤੁਸੀਂ ਫਾਇਰ ਨਾ ਕਰਿਓ, ਹੈਂਡ ਅਪ ਹੋ ਗਈ ਆ ਵੀ ਸਾਰੇ ਸਰੈਂਡਰ ਹੋ ਗਿਆ। ਉਹਨਾਂ ਨੇ ਬਾਹਰ ਨਿਕਲ ਕੇ ਕਿਹਾ ਵੀ ਹਾਂ ਠੀਕ ਆ। ਉਸੇ ਟਾਈਮ ਉਹ 2 ਬੰਦੇ ਮੇਰੇ ਪਾਸ ਆਏ, ਕੁਛ ਦੇਰ ਪਹਿਲਾਂ ਮੇਰੇ ਗੋਲੀਆਂ ਮਾਰਦੇ ਆ, ਉਹੀ ਬੰਦਿਆਂ ਨੇ ਮੇਰਾ ਇੱਕ ਨੇ ਖੱਬੇ ਪਾਸੇ ਮੋਢਾ ਲਿਆ, ਇੱਕ ਨੇ ਸੱਜੇ ਪਾਸੇ, ਮੈਨੂੰ ਉੱਥੇ ਫੜ ਕੇ ਸਹਾਰਾ ਦੇ ਕੇ ਉੱਥੇ ਤੱਕ ਲੈ ਕੇ ਗਏ। ਤਕਰੀਬਨ ਉੱਥੋਂ 1 ਕਿਲੋਮੀਟਰ ਦੂਰ ਸੀ ਜਿੱਥੇ ਸਰੈਂਡਰ ਕਰਿਆ ਸਾਰਿਆਂ ਨੂੰ। ਉੱਥੇ ਜਦ ਮੈਨੂੰ ਲੈ ਗਏ, ਉੱਥੇ ਫਿਰ ਹੋਰ ਵੀ ਜਿਹੜੇ ਬੰਦੇ ਸੀਗੇ ਉਹ ਸਾਰੇ ਉੱਥੇ ਬੈਠੇ ਸੀਗੇ, ਤੇ ਮੈਨੂੰ ਇੱਕ ਦਰਖਤ ਦੇ ਨਾਲ ਢੂਹ ਲਵਾ ਕੇ ਬਿਠਾਤਾ ਜ਼ਖਮੀ ਕਰਕੇ। ਫਿਰ ਉੱਥੇ ਉਸ ਤੋਂ ਬਾਅਦ ਇੱਕ ਕੈਪਟਨ ਸਾਹਿਬ ਸੀ ਆਪਣੇ ਸਰਦਾਰ ਜੀ ਜੋ ਡਾਕਟਰ ਸੀ, ਉਹਨਾਂ ਨੇ ਮੇਰੀ ਟ੍ਰੇਸਿੰਗ ਕਰੀ, ਪੱਟੀ ਪੁੱਟੀ ਉੱਥੇ ਕਰੀ ਮੌਕੇ ਤੇ। ਫਿਰ ਸ਼ਾਮ ਨੂੰ ਸਾਨੂੰ ਸਾਰਿਆਂ ਨੂੰ ਜੌਨਪੁਰ ਥਾਣੇ 'ਚ ਲੈ ਕੇ ਗਏ, ਉੱਥੇ ਗੱਡੀਆਂ 'ਚ ਉਵੇਂ ਹੀ। ਜਦੋਂ ਹਨੇਰੇ ਉੱਥੇ ਥੋੜਾ ਹਨੇਰਾ ਹੋਇਆ, ਉੱਥੇ ਫਿਰ ਇੱਕ ਟਰੱਕ ਲਾਸ਼ਾਂ ਦਾ ਭਰ ਕੇ ਆਇਆ ਸਾਡੇ ਮੁੰਡਿਆਂ ਦਾ। ਮਤਲਬ ਉਹ ਕਹਿੰਦੇ ਵੀ ਤੁਸੀਂ ਪਛਾਣੋ, ਮੇਰਾ ਖਿਆਲ ਉਹ ਪਛਾਣਨੀਆਂ ਬਹੁਤ ਇੱਕ ਵੱਡੀ ਗੱਲ ਸੀ, ਪਛਾਣਨਾ ਤੇ ਕੀ ਦੇਖਣਾ ਵੀ ਇੰਨਾ, ਜਾਣੀ ਦੇਖ ਕੇ ਰੋਣਾ ਆਉਂਦਾ ਸੀ, ਬੰਦਿਆਂ ਦੀ ਪਛਾਣ ਨਹੀਂ ਆਉਂਦੀ ਸੀ, ਪੂਰਾ ਇੱਕ ਲਾਸ਼ਾਂ ਭਰਿਆ ਜਾਓ, ਪਛਾਣ ਨਹੀਂ ਆਉਂਦੀ ਸੀ ਆਪਣੇ ਮੁੰਡਿਆਂ ਦਾ। ਹੁਣ ਉਹ ਜਿਹੜੇ ਮੁੰਡੇ ਉੱਥੇ ਮਰ ਗਏ, ਨਾ ਤਾਂ ਉਹਨਾਂ ਦੇ ਘਰੀਂ ਪਤਾ ਵੀ ਸਾਡਾ, ਉਹ ਘਰ ਵਾਲੇ ਮਾਂ ਬਾਪ ਨੂੰ ਪਤਾ ਨਹੀਂ ਸਾਡਾ ਵੀ ਕਿੱਥੇ ਆ ਕਿੱਥੇ ਨਹੀਂ, ਉਹ ਗੱਲਾਂ ਐਵੇਂ ਹੀ ਰਹਿ ਗਈਆਂ। ਚਾਹੀਦਾ ਇਹ ਆ ਵੀ ਚਲੋ ਚਾਹੇ ਗੌਰਮੈਂਟਾਂ ਜਾਂ ਧਾਰਮਿਕ ਕਮੇਟੀ ਜਾਂ ਆਪਣੇ ਕੋਈ ਜਥੇਬੰਦੀਆਂ, ਉਹਨਾਂ ਦਾ ਪਤਾ ਕਰਨ,
ਉਹਨਾਂ ਘਰੋਂ ਘੱਟ ਘੱਟ ਹੀ ਤਾਂ ਦੱਸਣ ਵੀ ਤੁਹਾਡਾ ਮੁੰਡਾ ਉੱਥੇ ਸ਼ਹੀਦ ਹੋ ਗਿਆ। ਬਿਲਕੁਲ, ਕਿਉਂਕਿ ਅੱਜ ਵੀ ਮਾਵਾਂ ਜਿਹੜੀਆਂ ਨੇ ਆਪਣੇ ਪੁੱਤਾਂ ਨੂੰ ਉਡੀਕਦੀਆਂ ਨੇ। ਬਹੁਤ ਅੱਖਾਂ ਵੀ ਆ ਜਿਹੜੀਆਂ ਮਾਂ-ਬਾਪ ਦੀਆਂ ਅੱਖਾਂ ਅੱਜ ਵੀ ਲੱਭਦੀਆਂ ਨੇ ਕਿ ਸ਼ਾਇਦ ਸਾਡਾ ਜਿਹੜਾ ਪੁੱਤ ਹੈ, ਕੀ ਪਤਾ ਕਿਸੇ ਜੇਲ੍ਹ 'ਚ ਹੀ ਬੰਦ ਹੋਊਗਾ ਜਾਂ ਉਹਨਾਂ ਦੇ ਨਾਮ ਤੋਂ ਪਤਾ ਲੱਗ ਜੂ, ਕਿਉਂਕਿ ਉਹ ਵੇਲਾ ਹੀ ਇਸ ਤਰ੍ਹਾਂ ਦਾ ਸੀਗਾ ਕਿ ਬਹੁਤ ਸਾਰੇ ਫੌਜੀਆਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਵੀ ਡੱਕਿਆ ਗਿਆ ਸੀ। ਤੁਹਾਡੇ ਕੋਲ ਜਿਹੜੇ ਨਾਮ ਹੈਗੇ ਨੇ ਇਸ ਵੇਲੇ ਤੁਸੀਂ ਲਿਖੇ ਹੋਏ, ਮੈਂ ਕਹਿੰਦੀ ਜ਼ਰੂਰ ਇੱਕ ਵਾਰ ਤੁਸੀਂ ਸਾਡੇ ਚੈਨਲ ਦੇ ਰਾਹੀਂ ਉਹਨਾਂ ਨਾਮ ਨੂੰ ਦੱਸੋ, ਕਿਉਂਕਿ ਬਹੁਤ ਸਾਰੀਆਂ ਮਾਵਾਂ ਦੇ ਜਿਹੜੇ ਅੱਜ ਆਪਣੇ ਪੁੱਤਾਂ ਦੀ ਉਡੀਕ ਕਰਦੀਆਂ, ਕਈ ਤਾਂ ਮਾਵਾਂ ਇਸ ਦੁਨੀਆ ਤੋਂ ਰੁਖਸਤ ਵੀ ਹੋ ਗਈਆਂ ਹੋਣਗੀਆਂ, ਪਰ ਪਰਿਵਾਰਕ ਮੈਂਬਰ ਤਾਂ ਜ਼ਰੂਰ ਹੋਣਗੇ, ਸ਼ਾਇਦ ਉਹਨਾਂ ਤੱਕ ਪਹੁੰਚ ਜਾਵੇ, ਪਤਾ ਲੱਗ ਜਾਏਗਾ ਕਿ ਇਹ ਜਿਹੜੇ ਜਵਾਨ ਨੇ ਉਹ ਸ਼ਹੀਦ ਹੋ ਚੁੱਕੇ ਨੇ। ਨਹੀਂ, ਇਹ ਜਿਹੜੇ ਮੇਰੇ ਕੋਲ ਨਾਮ ਨੇ ਨਾ, ਇਹ ਨਾਮ ਉਹ ਬੰਦਿਆਂ ਦੇ ਨੇ ਜਿਹੜੇ ਮੇਰੇ ਨਾਲ ਜ਼ਖਮੀ ਹੋਏ ਸੀ। ਅਸੀਂ ਉੱਥੋਂ ਜਿਹਨੇ ਜ਼ਖਮੀ ਹੋਏ ਸੀ, ਸਾਨੂੰ ਰਾਤ ਨੂੰ ਬਨਾਰਸ ਲੈ ਗਿਆ ਹਸਪੀਟਲ, ਸਵੇਰ ਨੂੰ ਸਾਨੂੰ ਸ਼ਿਫਟ ਕਰਿਆ ਇਲਾਹਾਬਾਦ। ਅਸੀਂ ਉੱਥੇ 15-18 ਬੰਦੇ, ਜਿਹਦੇ ਕੁਛ ਮੈਂ ਨਾਮ ਮੈਂ ਭੁੱਲ ਗਿਆ, ਕੁਛ 15 ਬੰਦੇ ਜਿਹੜੇ ਮੇਰੇ ਦਿਮਾਗ ਸੀ, ਜਿਨ੍ਹਾਂ ਮੇਰੇ ਕੋਲ ਨਾਮ ਹੈਗੇ। ਹਾਂ, ਇੱਕ ਮੈਂ ਜਿਹੜੀ ਗੱਲ ਸ਼ੇਅਰ ਕਰੂੰਗਾ, ਮੇਰਾ ਮੁੰਡਾ ਸੀ ਮੇਰੀ ਪਲਾਟੂਨ ਦਾ, 32 ਪਲਟੂਨ ਦਾ, ਉਹ ਡਿਸਟ੍ਰਿਕਟ ਪਟਿਆਲਾ ਤੋਂ ਸੀ। ਮੇਰੇ ਸਾਹਮਣੇ ਉਹਦੀ ਡੈਥ ਹੋਈ ਆ। ਜੋ ਮੈਂ ਲਾਸਟ ਵੇਲੇ ਜਦੋਂ ਮੈਂ ਅੰਡਰ ਮੈਨੂੰ ਆਵਾਜ਼ ਮਾਰੀ, ਮੇਰੇ ਉਸਤਾਦ ਨੇ ਮੇਰੇ ਨਾਲ ਸੀ, ਮੈਂ ਉਹਨੂੰ ਵੀ ਕਿਹਾ, ਮਾਂ ਵੀ ਚੱਲ, ਨਹੀਂ ਮੈਂ ਕਿਹਾ ਤੂੰ ਜ਼ਖਮੀ ਆ, ਤੂੰ ਚੱਲ, ਕਹਿੰਦਾ ਮੈਂ ਇੱਥੇ ਬਹਿਣਾ। ਉਹ ਨਹੀਂ ਆਇਆ। ਉਹ ਕੁਛ ਦੇਰ ਬਾਅਦ ਉਹਦੀ ਲਾਸ਼ ਸਾਡੇ ਕੋਲ ਉੱਥੇ ਪਹੁੰਚ ਗਈ, ਜਿੱਥੇ ਅੰਡਰ ਸੀਗੇ ਸਾਡੇ ਸਾਹਮਣੇ। ਉਹਦੇ ਉੱਤੇ ਜਦੋਂ ਪੱਗ ਪਾਈ ਮੁੰਡਾ ਤੜਫਦਾ ਪਿਆ ਸੀਗਾ, ਤਾਂ ਉੱਥੇ ਮੈਂ ਸ਼ਕਲ ਦੇਖੀ ਆ। ਮੈਨੂੰ ਨਹੀਂ ਲੱਗਦਾ ਉਹਨਾਂ ਘਰ ਪਤਾ ਹੋਊਗਾ। ਨਹੀਂ, ਹੁਣ ਮੈਂ ਨਾਮ ਉਹਦਾ ਜਾਂ ਜਸਵੀਰ ਸੀ ਜਾਂ ਰਣਜੀਤ ਸੀ, ਜ਼ਿਲ੍ਹਾ ਪਟਿਆਲਾ ਸੀ ਉਹਦਾ। ਤੇ ਜਦੋਂ ਸਾਨੂੰ ਜ਼ਖਮੀ ਲੈ ਕੇ ਗਿਆ, ਕੁਛ ਮੇਰੇ ਕੋਲ ਬੰਦੇ ਨਾਮ ਨੇ ਜਿਹੜੇ ਮੈਂ ਲਿਖੇ ਆਪਦੇ ਦਿਮਾਗ 'ਚੋਂ। ਇਹ 15 ਬੰਦੇ ਸੀ, ਬਾਕੀ 2-4 ਬੰਦੇ ਮੈਂ ਨਾਮ ਭੁੱਲ ਗਿਆ। ਸਭ ਤੋਂ ਪਹਿਲਾਂ ਤਾਂ ਅਸੀਂ ਹੌਲਦਾਰ ਗੁਲਜ਼ਾਰ ਸਿੰਘ, ਇਹ ਅੰਮ੍ਰਿਤਸਰ ਤੋਂ ਰਹਿਣ ਵਾਲਾ। ਇਹ ਜਿਹੜੇ ਨਾਮ ਦੱਸਦਾ, ਇਹ ਸਾਰੇ ਰਾਮਗੜ੍ਹ ਸੈਂਟਰ ਤੋਂ ਜਿਹੜੇ ਚੱਲੇ ਸੀ, ਇਹ ਉਹਨਾਂ ਬੰਦਿਆਂ ਦੇ ਨਾਮ ਨੇ ਭਗੌੜੇ ਉੱਤੇ, ਜਿਹੜੇ ਜੌਨਪੁਰ ਮੁਕਾਬਲਾ ਉਹਨਾਂ 'ਚੋਂ ਨੇ ਇਹ। ਦੂਸਰਾ ਸੀਗਾ ਹੌਲਦਾਰ ਕਲਰਕ ਸਵਰਨ ਸਿੰਘ। ਤੀਸਰਾ ਹੌਲਦਾਰ ਕਲਰਕ ਕੁਲਵੰਤ ਸਿੰਘ, ਹਰਿਆਣੇ ਤੋਂ ਇਹ। ਚੌਥਾ ਨਾਇਕ ਸੁਖਦੇਵ ਸਿੰਘ, ਇਹ ਵੀ ਹਰਿਆਣੇ ਤੋਂ ਆ। ਇਹ ਉਹ ਨਾਇਕ ਸੁਖਦੇਵ ਸਿੰਘ ਆ ਜਿਹਨੇ ਝੰਡੇ ਦਿਖਾਈ ਸੀਗੀ, ਜਿਹਦੇ ਕਰਕੇ ਮੈਂ ਬਾਹਰ ਨਿਕਲਿਆ ਸੀ, ਜਿਹਨੇ ਆਵਾਜ਼ ਮਾਰੀ ਸੀ। ਇਸ ਤੋਂ ਬਾਅਦ ਇੱਕ ਸਤਨਾਮ ਸਿੰਘ ਆ, ਇਹ ਰਿਕਰੂਟ ਸੀਗਾ ਮੇਰੇ ਨਾਲ ਦਾ, ਇਹ ਵੀ ਹਰਿਆਣਾ ਸਰਸੇ ਦਾ ਰਹਿਣ ਵਾਲਾ ਹੈ। ਫਿਰ ਉਸ ਤੋਂ ਬਾਅਦ ਮੈਂ ਸੁਖਵਿੰਦਰ ਸਿੰਘ, ਪਿੰਡ ਮੇਰਾ ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ। ਤੇ ਉਸ ਤੋਂ ਅੱਗੇ ਇੱਕ ਭੋਲਾ ਸਿੰਘ, ਪਿੰਡ ਇਹਦਾ ਤਾਜੋ, ਇਸ ਟਾਈਮ ਬਰਨਾਲਾ ਜ਼ਿਲ੍ਹਾ ਪੈਂਦਾ, ਤਪੇ ਦੇ ਕੋਲੇ ਪਿੰਡ ਇਹਦਾ ਤਾਜੋ। ਫਿਰ ਇੱਕ ਬਲਦੇਵ ਸਿੰਘ ਸੀਗਾ, ਉਹਦਾ ਪਿੰਡ ਆ ਪੱਤੋ ਹੀਰਾ ਸਿੰਘ, ਇਹ ਸ਼ਾਇਦ ਮੋਗੇ ਜ਼ਿਲ੍ਹੇ 'ਚ ਪੈਂਦਾ। ਫਿਰ ਕਾਬਲ ਸਿੰਘ, ਇਹ ਅੰਮ੍ਰਿਤਸਰ ਦੇ ਰਹਿਣ ਵਾਲਾ, ਇਹਦਾ ਪਿੰਡ ਆ ਬਰਾਣਾ, ਨੇੜੇ ਢੋਟੀਆਂ ਦੇ ਕੋਲੇ ਉੱਥੇ ਅੰਮ੍ਰਿਤਸਰ। ਫਿਰ ਇੱਕ ਗੋਬਿੰਦ ਸਿੰਘ, ਇਹਦਾ ਪਿੰਡ ਆ ਖੀਵਾ ਦਿਆਲੂ ਵਾਲਾ, ਇਹ ਪੈਂਦਾ ਬਠਿੰਡੇ 'ਚ। ਅਮਰਜੀਤ ਸਿੰਘ, ਇਹਦਾ ਪਿੰਡ ਭੀਖੀ, ਪਿੰਡ ਬਠਿੰਡੇ ਦਾ ਰਹਿਣ ਵਾਲਾ ਹੈ। ਫਿਰ ਅੱਗੇ ਹੈਗਾ ਮਲਕੀਤ ਸਿੰਘ, ਇਹ ਵੀ ਇਹਦਾ ਪਿੰਡ ਖੀਵਾ ਦਿਆਲੂ ਵਾਲਾ, ਇਹ ਵੀ ਬਠਿੰਡੇ 'ਚ ਪੈਂਦਾ। ਫਿਰ ਉਸ ਤੋਂ ਅੱਗੇ ਪ੍ਰਗਟ ਸਿੰਘ, ਪਿੰਡ ਦਾ ਚੂਸਲੇ ਬਾੜ ਆ, ਅੰਮ੍ਰਿਤਸਰ ਦੇ ਵਿੱਚ ਪੈਂਦਾ ਇਹ। ਫਿਰ ਉਸ ਤੋਂ ਅੱਗੇ ਮਨਜੀਤ ਸਿੰਘ, ਇਹ RS ਪੁਰਾ, ਜੰਮੂ ਕਸ਼ਮੀਰ ਦਾ ਰਹਿਣ ਵਾਲਾ। ਇੱਕ ਸਾਡੇ ਨਾਲ ਹਿੰਦੂ ਕਲਰਕ ਭਗੌੜਾ ਹੋਇਆ ਸੀ, ਬੜੀ ਖਾਸ ਗੱਲ ਆ ਇਹ, ਹਿੰਦੂ ਬੰਦੇ ਭਗੌੜਾ ਹੋਣ ਦੀ। ਉਹ ਕਲਰਕ ਸੀਗਾ ਜਿਹਦਾ ਨਾਮ ਆਇਆ ਮੇਰੇ ਕੋਲੇ ਸਵਰਨ ਕੁਮਾਰ। ਇਹ ਜ਼ਖਮੀ ਸੀ, ਗੋਲੀ ਲੱਗੀ ਸੀ, ਸਾਡੇ ਨਾਲ ਹੀ ਇਹ ਹਸਪਤਾਲ 'ਚ ਰਿਹਾ, ਸਾਡੇ ਨਾਲ ਬਨਾਰਸ ਫਿਰ ਜੇਲ੍ਹ ਦੇ ਵਿੱਚ ਗੋਰਖਾ ਸੈਂਟਰ 'ਚ ਰਿਹਾ। ਇਹ ਕਲਰਕ ਹਿੰਦੂ ਇੱਕ ਬੰਦਾ ਸੀ ਜਿਹੜਾ ਭਗੌੜੇ ਜ਼ਖਮੀ ਵੀ ਹੋਇਆ। ਇਹ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸੀ, RS ਪੁਰੇ ਦਾ। ਇਹ ਬੰਦਿਆਂ ਦੇ ਕੁਝ ਨਾਮ ਨੇ, ਬਾਕੀ 1-2 ਬੰਦੇ ਜਿਹੜੇ ਹੋਰ ਸੀ ਮੇਰੇ ਦਿਮਾਗ 'ਚੋਂ ਨਿਕਲ ਗਏ, ਕਿ ਉਹ ਮੈਨੂੰ ਦੁਬਾਰਾ ਵਿਚਾਰੇ ਕਦੇ ਮਿਲੇ ਵੀ ਨਹੀਂ। ਮੈਂ ਚਾਹੂੰਗਾ ਜੇ ਇਹਨਾਂ ਕੋਈ ਮੇਰੀ ਆਵਾਜ਼ ਪਹੁੰਚਦੀ ਆ, ਮੇਰੇ ਨਾਲ ਲਿੰਕ ਕਰਨ ਤਾਂ ਕਿ ਪਤਾ ਲੱਗ ਸਕੇ ਇਹਨਾਂ ਨਾਲ ਜੀ। ਸੋ ਬਖਸ਼ੀਸ਼ ਸਿੰਘ ਜੀ, ਤੁਹਾਨੂੰ ਸਵਾਲ ਪੁੱਛ ਲੈਣਾ ਕਿ ਤੁਸੀਂ ਜਦੋਂ ਉੱਥੋਂ ਗਏ ਸੀ, ਫਿਰ ਤੁਹਾਨੂੰ ਵੀ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀਗਾ? ਸਾਨੂੰ ਕੀਤਾ ਜੀ ਆਪਣਾ ਹੈਦਰਾਬਾਦ ਜੀ। ਹੈਦਰਾਬਾਦ ਬੰਦ ਕੀਤਾ, ਕਮਰੇ ਦਿੱਤੇ ਛੋਟੇ ਛੋਟੇ, ਉਹਦੇ 11 ਬੰਦੇ, ਤੇ ਉਹਦੇ ਜੀ ਲੈਟਰਿੰਗ ਬਾਥਰੂਮ ਪੀਪੇ 'ਚ ਕਰਨੀ, ਸਵੇਰੇ ਖਾਲੀ ਕਰਨਾ ਤੇ ਦੂਜੇ ਦਿਨ ਹੀ ਖਾਲੀ ਕਰਨਾ। ਉਹਦੇ 'ਚ 11 ਬੰਦੇ ਲਾ ਲਓ ਬਈ, 11 ਫੁੱਟ ਦਾ ਕਮਰਾ ਸੀ, ਉਹਦੇ ਬੰਦੇ ਨਾਲ ਬੰਦਾ ਸਰਾਖਾਂ 'ਚੋਂ ਸਾਨੂੰ ਰੋਟੀ ਪਾਣੀ ਚਾਹ ਪਾਣੀ ਫੜਾਉਂਦੇ। ਸੋ ਜਦੋਂ ਤੁਸੀਂ ਉਸ ਤੋਂ ਬਾਅਦ ਬਾਹਰ ਆਉਂਦੇ ਹੋ ਜੇਲ੍ਹ ਤੋਂ, ਫਿਰ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ? ਗਏ ਸੀ। ਉਦੋਂ ਮੇਰੀ ਮੈਂ 12 ਗਾਰਡ 'ਚ ਭੇਜਿਆ ਸੀ, ਤੇ ਮੈਂ ਸਮਾਨ ਲੈ ਕੇ ਸਿੱਧਾ ਗੁਰਦਾਸਪੁਰ ਤਿਬੜੀ ਜਾਣਾ ਸੀ। ਮੈਂ ਪਹਿਲੇ ਸਮਾਨ ਲੈ ਕੇ ਉੱਥੇ ਗਿਆ ਸੀ ਜੀ, ਮੱਥਾ ਟੇਕ ਕੇ ਤਾਂ ਮੈਂ ਆਪਣਾ ਗੁਰਦਾਸਪੁਰ ਗਿਆ ਸੀ। ਸੋ ਹੁਣ ਸਵਾਲ ਜਿਹੜਾ ਬਲਦੇਵ ਸਿੰਘ ਹੋਰਾਂ ਨੂੰ ਕਰਦੇ ਆ ਕਿ ਤੁਸੀਂ ਅੱਜ ਫਿਰ ਦੁਬਾਰਾ ਤੋਂ ਇਕੱਠੇ ਹੋਏ ਹੋ ਡੇਲੀ ਪੋਸਟ ਪੰਜਾਬੀ ਦੇ ਮਾਧਿਅਮ ਰਾਹੀਂ, ਇੱਕ
ਫਿਰ ਤੋਂ ਦੁਬਾਰਾ ਇਕੱਠੇ ਹੋਣ ਦਾ ਮਕਸਦ ਕੀ ਸੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਡੇਲੀ ਪੋਸਟ ਪੰਜਾਬੀ ਦਾ ਸਤਿਕਾਰ ਕਰਦਾ ਕਿ ਜਿਨ੍ਹਾਂ ਨੇ 36 ਸਾਲ ਬਾਅਦ ਧਰਮੀ ਫੌਜੀਆਂ ਦੇ ਇਸ ਦਰਦ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਹ ਉਪਰਾਲਾ ਕੀਤਾ। ਇਹਦਾ ਮੈਂ ਜਿੰਨਾ ਵੀ ਧੰਨਵਾਦ ਕਰ ਲਏ ਅਸੀਂ ਕਰ ਲਈਏ, ਸਿੱਖ ਕੌਮ ਕਰ ਲਏ, ਓਨਾ ਹੀ ਥੋੜਾ ਜੀ। ਫਿਰ ਤੁਸੀਂ ਇਕੱਠੇ ਹੋਏ ਹੋ ਦੁਬਾਰਾ, ਕੀ ਮਕਸਦ ਹੈ? ਅੱਜ ਸਾਡਾ ਇਕੱਠੇ ਹੋਣ ਦਾ ਮਤਲਬ ਇਹ ਆ ਕਿ ਜਦੋਂ ਧਰਮੀ ਫੌਜੀ ਭੱਜੇ ਨੇ, ਇਹ ਭੱਜੇ ਨੇ ਧਰਮ ਤੇ ਕੌਮ ਦੀ ਖਾਤਰ, ਲੇਕਿਨ ਇਹਨਾਂ ਨੂੰ ਅੱਤਵਾਦ ਨਾਲ ਜੋੜ ਕੇ ਇਹਨਾਂ ਨੂੰ ਬਦਨਾਮ ਕੀਤਾ ਗਿਆ, ਜਿਹਦੇ ਕਰਕੇ ਨਹੀਂ ਹੋਏ। ਪਰ ਜੋ ਇਸ ਧਰਮੀ ਫੌਜੀਆਂ ਨੇ ਜੂਨ ਮਹੀਨੇ ਦੇ ਵਿੱਚ ਅੱਤ ਦੀ ਗਰਮੀ ਦੇ ਵਿੱਚ ਇਹਨਾਂ ਨੇ ਤਸੀਹੇ ਝੱਲੇ ਨੇ, ਜਾਂ ਇਹਨਾਂ ਨੇ ਇੰਟੈਰੋਕੇਟ ਹੋਏ ਨੇ, ਜਾਂ ਇਹ ਜ਼ਖਮੀ ਹੋਏ ਨੇ, ਜਾਂ ਇਹਨਾਂ ਦੇ ਵਿੱਚ ਸ਼ਹੀਦ ਹੋਏ ਨੇ, ਅੱਜ ਉਹਨਾਂ ਦੇ ਉੱਤੇ ਸਾਨੂੰ ਜਿਹੜਾ ਵਾ ਵਿਚਾਰ ਕਰਨ ਦੀ ਲੋੜ ਆ। ਔਰ ਮੈਂ ਆਪਣੀ ਜਥੇਬੰਦੀ ਵੱਲੋਂ ਇਹ ਵਾਅਦਾ ਕਰਦਾ ਕਿ ਇਹਨਾਂ ਦੇ ਡੁੱਲੇ ਹੋਏ ਖੂਨ ਦਾ ਇੱਕ ਇੱਕ ਕਤਰੇ ਦਾ ਮੁੱਲ ਜਿਹੜਾ ਮੈਂ ਆਪਣੇ ਆਖਰੀ ਸਾਹ ਤੱਕ ਜਿਹੜਾ ਇਹਨਾਂ ਦੀ ਲੜਾਈ ਲੜਦਾ ਰਹਾਂਗਾ। ਸੋ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਤੁਸੀਂ ਵੀ ਉਸੇ ਹੀ ਯੂਨਿਟ 'ਚ ਮੌਜੂਦ ਸੀ, ਤੁਹਾਡੀ ਕਿਹੜੀ ਸੀਗੀ ਰੈਜੀਮੈਂਟ ਜਿਹਦੇ ਵਿੱਚ ਤੁਸੀਂ ਸੀਗੇ? ਮੈਂ ਆਪਣੇ ਉਸ ਸਮੇਂ 3 ਸਿੱਖ ਰੈਜੀਮੈਂਟ ਦੇ ਵਿੱਚ ਨੌਕਰੀ ਕਰਦਾ ਸੀ, ਔਰ ਸਾਡੀ ਰੈਜੀਮੈਂਟ ਜਿਹੜੀ ਆ ਮਿਜ਼ੋਰਮ ਤੋਂ ਪਿੱਛੇ ਤ੍ਰਿਪੁਰਾ ਸਟੇਟ ਦੇ ਵਿੱਚ ਆਈ ਸੀ, ਔਰ ਅਸੀਂ ਬਹੁਤ ਜ਼ਿਆਦਾ ਦੂਰ ਸੀ, ਇੱਥੇ ਤੱਕ ਅਸੀਂ ਨਹੀਂ ਪਹੁੰਚ ਸਕਦੇ। ਸੋ ਜਦੋਂ ਤੁਸੀਂ ਵੀ ਆਪਣੀ ਰੈਜੀਮੈਂਟ ਦੇ ਨਾਲ ਹੀ ਉੱਥੋਂ ਬਗਾਵਤ ਕੀਤੀ ਸੀ? ਸਾਡੀ ਪੂਰੀ ਰੈਜੀਮੈਂਟ ਜਿਹੜੀ ਆ ਮੂਵ ਹਾਲਤ ਦੇ ਵਿੱਚ ਹੀ। ਅਸੀਂ ਮਿਜ਼ੋਰਮ ਦੇ ਵਿੱਚ, ਜਿੱਦਾਂ ਇੱਧਰ ਆਪਾਂ ਪੰਜਾਬ ਦੇ ਵਿੱਚ ਅੱਤਵਾਦ ਕਹਿੰਦੇ ਆ, ਉੱਥੇ ਆਪਾਂ ਹੋਸਟਲ ਕਹਿੰਦੇ ਆ। ਉੱਥੇ ਹਾਲਾਤ ਪੰਜਾਬ ਵਰਗੋਂ ਖਰਾਬ ਸੀਗੇ, ਉੱਥੇ ਸਾਡੀ ਪਲਟਨ ਲੱਗੀ ਸੀ, ਲੇਕਿਨ ਅਸੀਂ ਆਪਣਾ ਅਰਸਾ ਪੂਰਾ ਕਰਕੇ, ਸਾਡੀ ਲੋਕੇਸ਼ਨ ਸਿਲੀਗੁੜੀ ਦੇ ਲਾਗੇ ਨਿਊ ਮਾਲ ਸੀਗੀ, ਅਸੀਂ ਉੱਥੋਂ ਵਾਪਸ ਆਉਣ ਵਾਸਤੇ ਉੱਥੇ ਟ੍ਰੇਨਿੰਗ ਕੈਂਪ ਦੇ ਤੌਰ ਦੇ ਉੱਤੇ ਉੱਥੇ ਰੈਸਟ ਦੇ ਵਿੱਚ ਹੀ, ਜਿੱਥੋਂ ਸਾਡੀ ਪਲਟਨ ਨੇ ਬਗਾਵਤ ਕੀਤੀ ਹੈ। ਸੋ ਫਿਰ ਦੁਬਾਰਾ ਤੁਹਾਡੇ ਨਾਲ ਗੱਲਬਾਤ ਕਰ ਲੈਂਦੇ ਕਿ ਜਦੋਂ ਤੁਸੀਂ ਦੱਸ ਰਹੇ ਸੀਗੇ ਕਿ ਉੱਥੋਂ ਤੁਹਾਡਾ ਮੁਕਾਬਲਾ ਹੁੰਦਾ ਹੈ, ਸੋ ਮੁਕਾਬਲਾ ਕਿਹੜੀ ਜਗ੍ਹਾ ਤੇ ਹੋਇਆ ਤੁਹਾਡਾ? ਸਾਡਾ ਮੁਕਾਬਲਾ ਜੀ ਡਿਸਟ੍ਰਿਕਟ ਪ੍ਰਤਾਪਗੜ੍ਹ ਯੂਪੀ ਦੇ ਵਿੱਚ ਇੱਕ ਥਾਣਾ ਕੁੰਡਾ, ਤੇ ਉੱਥੇ ਲਾਲ ਬਾਜ਼ਾਰ ਇੱਕ ਛੋਟਾ ਜਿਹਾ ਕਸਬਾ, ਲਾਲ ਬਾਜ਼ਾਰ ਦੇ ਵਿੱਚ 5 ਜੈਕ ਰਾਈਫਲ ਦੇ ਨਾਲ ਸਾਡਾ ਆਮੋ ਸਾਹਮਣੇ ਮੁਕਾਬਲਾ ਹੋਇਆ ਉੱਥੇ। ਤੇ ਉੱਥੇ ਕੁਝ ਸਾਡੇ ਬੰਦੇ ਜ਼ਖਮੀ ਵੀ ਹੋਇਆ ਤੇ ਕੁਝ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਨੇ। ਕੁਝ 5 ਜੈਕ ਰਾਈਫਲ ਦੇ ਵੀ ਜ਼ਖਮੀ ਹੋਏ ਹੋਣਗੇ, ਉਹ ਤਾਂ ਹੁਣ ਸਾਡੇ ਕੋਲ ਉਹਨਾਂ ਦਾ ਤਾਂ ਕੋਈ ਰਿਕਾਰਡ ਹੈ ਨਹੀਂ ਕਿ ਉਹ ਗੋਲੀ ਸਾਹਮਣੇ ਸਾਹਮਣੇ ਚੱਲੀ ਆ, ਤੇ ਉਹਨਾਂ ਦੇ ਵੀ ਲੱਗੀਆਂ ਹੋਣਗੀਆਂ, ਉਹਨਾਂ ਦਾ ਸਾਨੂੰ ਕੋਈ ਰਿਕਾਰਡ ਨਹੀਂ ਪਤਾ ਉਹਨਾਂ ਦੇ ਕਿੰਨੀਆਂ ਲੱਗੀਆਂ ਨੇ। ਪਰ ਉੱਥੇ ਮੇਰੇ ਨਾਲ ਇੱਕ ਸਿਪਾਹੀ ਕਲਰਕ ਸਤਨਾਮ ਸਿੰਘ ਸੀ ਡਿਸਟ੍ਰਿਕਟ ਗੁਰਦਾਸਪੁਰ ਤੋਂ, ਤੇ ਉਹਦੇ ਜਦੋਂ ਸਾਹਮਣੇ ਬਰਸਟ ਵੱਜਿਆ, ਉਹਦੀ ਪਹਿਲਾਂ ਗੈਸ ਰੈਗੂਲੇਟਰ ਹੁੰਦਾ SLR ਦਾ, ਉਹਦੇ ਵਿੱਚ ਗੋਲੀਆਂ ਪਹਿਲਾਂ ਵੱਜੀਆਂ ਸਿੱਧੀਆਂ, ਉਹ ਤੋਂ ਬਾਅਦ ਦੂਜਾ ਬਰਸਟ ਉਹਦੀ ਛਾਤੀ 'ਚ ਵੱਜਿਆ, ਤੇ ਕੁਝ ਗੋਲੀਆਂ ਉਹਦੇ ਹੋਰ ਵੀ ਵੱਜੀਆਂ, ਤੇ ਉਹ ਉੱਥੋਂ ਠੀਕ ਠਾਕ ਹਾਲਤ ਦੇ ਵਿੱਚ ਲਖਨਊ ਕਮਾਂਡ ਹਸਪੀਟਲ ਦੇ ਵਿੱਚ ਉਹਨੂੰ ਦਾਖਲ ਕਰਾਇਆ ਗਿਆ। ਤੇ ਉਹ ਬੰਦਾ ਠੀਕ ਹੋ ਸਕਦਾ ਸੀਗਾ ਜੀ, ਬਿਲਕੁਲ। ਉਹਨੂੰ ਭਾਰਤੀ ਫੌਜ ਦੇ ਡਾਕਟਰਾਂ ਦੀ ਮਿਲੀ ਭੁਗਤ ਸੀ, ਚਾਹੇ ਸਰਕਾਰਾਂ ਦੀ ਕਹਿ ਲਓ, ਉਹ ਬੰਦੇ ਦਾ ਬਿਨਾਂ ਇਲਾਜ ਤੋਂ ਉਹਦਾ ਸਹੀ ਇਲਾਜ ਨਹੀਂ ਕੀਤਾ ਗਿਆ, ਤੇ ਉਹਦੀ ਹਸਪੀਟਲ ਦੇ ਵਿੱਚ ਮੌਤ ਹੋਈ ਹੈ। ਤੇ ਦੂਜੀ ਗੱਲ ਇੱਕ ਹੋਰ ਸੀ, ਗੁਰਨਾਮ ਸਿੰਘ ਸੀਗਾ, ਜਿਵੇਂ ਸਾਡੇ ਨਾਲ ਭਾਈ ਸਾਹਿਬ ਬੈਠੇ ਇਹਨਾਂ ਨੇ ਦੱਸਿਆ, ਗੁਰਨਾਮ ਸਿੰਘ ਸੀ, ਉਹਦੀ ਵੀ ਮੌਤ ਹੋਈ ਆ। ਉਹਦੀ ਬਹੁਤ ਵੱਡੀ ਸ਼ਹਾਦਤ ਆ, ਉਹ ਸਾਰਿਆਂ ਨੂੰ ਸਾਨੂੰ ਬਚਾ ਕੇ ਖੁਦ ਉਹ ਸ਼ਹੀਦੀ ਪ੍ਰਾਪਤ ਕਰ ਗਿਆ। ਤੇ ਸਾਡੀ ਜਿਹੜੇ ਹੁਣ ਅੱਜ ਅਸੀਂ ਕਹਿ ਦਿੰਦੇ ਹਾਂ ਸਿੱਖ ਕੌਮ ਦੇ ਬਣੇ ਫਿਰਦੇ ਆ ਵੱਡੇ ਵੱਡੇ ਲੀਡਰ ਨੇ, ਚਾਹੇ ਬੁਲਾਰੇ ਕਹਿ ਲਿਓ, ਜਿਹੜੇ ਕਰਤਾ ਧਰਤਾ ਨੇ, ਪਰ ਉਹਨਾਂ ਨੂੰ ਉਹਨਾਂ ਸ਼ਹੀਦੀਆਂ ਦਾ ਕੋਈ ਪਤਾ ਨਹੀਂ ਹੈਗਾ ਵੀ ਕੌਣ ਸੀਗੀ, ਉਹ ਕੌਣ ਨਹੀਂ। ਤੇ ਉਹਦੀ ਵੀ ਡੈੱਡ ਬੋਡੀ ਉੱਥੇ ਪਈ ਸੀ, ਪਰ ਉਹ ਬੰਦਾ ਇਦਾਂ ਦਾ ਸੀ, ਜਦ 5 ਜੈਕ ਰਾਈਫਲ ਨੇ ਉਹਦੇ ਗੋਲੀਆਂ ਮਾਰੀਆਂ, ਉਹਦੀ ਡੈੱਡ ਬੋਡੀ ਨੂੰ ਸ਼ਨਾਖਤ ਕਰਨ ਵਾਸਤੇ ਉਹ ਖੁਦ ਨਹੀਂ ਗਏ, ਉਹਨਾਂ ਨੇ ਸਾਡੇ ਬੰਦੇ ਭੇਜਿਆ ਵੀ ਜਾ ਕੇ ਦੇਖੋ ਮਰ ਗਿਆ ਕਿ ਜਿਉਂਦਾ। ਹਾਂਜੀ। ਸੋ ਇੱਕ ਵਾਰ ਫਿਰ ਤੁਹਾਨੂੰ ਪੁੱਛ ਲੈਣਾ ਕਿ ਤੁਸੀਂ ਵੀ ਜਦੋਂ ਜੇਲ੍ਹ ਦੇ ਵਿੱਚ ਚਲੇ ਗਏ ਸੀ, ਤੁਹਾਨੂੰ ਉੱਥੇ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ, ਫਿਰ ਜੇਲ੍ਹ ਵਾਲੇ ਹਾਲਾਤ ਕਿਵੇਂ ਸੀ? ਕਾਲ ਕੋਠੜੀ ਦੇ ਹਾਲਾਤ ਕੀ ਸੀਗੇ ਉਸ ਟਾਈਮ ਦੇ? ਜਦੋਂ ਅਸੀਂ ਇਲਾਹਾਬਾਦ ਹਸਪੀਟਲ ਸੀਗੇ 3 ਮਹੀਨੇ ਰਹਿਣ ਤੋਂ ਬਾਅਦ ਸਾਨੂੰ ਉੱਥੋਂ ਜਿਹੜੇ ਸਾਡੇ ਨਾਲ ਉਸਤਾਦ ਸੀਗੇ ਪੁਰਾਣੇ, ਉਹਨਾਂ ਨੂੰ ਤਾਂ ਇਲਾਹਾਬਾਦ ਜਿੱਥੇ ਬਾਕੀ ਸੀਗੇ ਨੈਣੀ ਜੇਲ੍ਹ ਉੱਥੇ ਭੇਜਿਆ ਗਿਆ। ਜਿਹੜੇ ਅਸੀਂ ਰਿਕਰੂਟ ਸੀਗੇ ਸਾਨੂੰ ਫਿਰ ਬਨਾਰਸ ਲਿਆਂਦਾ। ਬਨਾਰਸ ਉੱਥੇ ਗੋਰਖਾ ਸੈਂਟਰ 39 GTC ਕਹਿੰਦੇ ਆ, ਉੱਥੇ ਇੱਕ ਅੰਗਰੇਜ਼ਾਂ ਦੀਆਂ ਬੈਰਕਾਂ ਸੀ ਪੁਰਾਣੀਆਂ, ਜਿਹਦੇ ਵਿੱਚ ਆਲੇ ਦੁਆਲੇ ਤਾਰਾਂ ਦੇ ਬੈਰੀਕੇਡ ਕਰਕੇ ਉਹ ਸੈੱਲ ਬਣਾਇਆ ਗਿਆ ਸੀਗਾ। ਉਹ ਬੜਾ ਇੱਕ ਛੋਟਾ ਕਮਰਾ ਸੀ, ਜਿਹਦੇ 'ਚ ਸਾਨੂੰ ਮਿਲਾ ਕੇ 52 ਬੰਦੇ ਸੀ, ਬਿਲਕੁਲ ਇੱਕ ਦੂਜੇ ਨਾਲ ਟੱਚ। ਇਹ ਕਹਿ ਲਓ ਵੀ ਇੱਕ ਪਾਸਾ ਲੈਣਾ ਔਖਾ ਸੀ,
ਇੱਕ ਕਮਰੇ 'ਚ 3 ਲਾਈਨਾਂ ਸੀ ਲੱਗੀਆਂ ਹੋਈਆਂ। ਸਾਨੂੰ ਰਾਤ ਨੂੰ ਬਾਹਰ ਨਿਕਲਣ ਦਾ ਕੋਈ ਸਿਸਟਮ ਨਹੀਂ ਸੀ। ਅੰਦਰ ਬਾਥਰੂਮ ਵਾਸਤੇ ਜਾਂ ਕੋਈ ਲੈਟਰਿਨ ਤਾਂ ਵੀ ਪੀਪੇ ਰੱਖੇ ਸੀ। ਬੜਾ ਔਖਾ ਟਾਈਮ ਸੀ ਉਹ, ਵਿੱਚ ਬਦਬੂ ਆਉਂਦੀ ਸੀ ਪਰ ਵਿੱਚੇ ਰਹਿਣਾ ਪੈਂਦਾ ਸੀ। ਤੇ ਰਾਤ ਸਵੇਰ ਨੂੰ ਉਹੀ ਪੀਪੇ ਅਸੀਂ ਚੱਕ ਕੇ ਬਾਹਰ ਡੋਲਦੇ ਸੀਗੇ। ਤੇ ਬਾਕੀ ਖਾਣ ਪੀਣ ਵਾਸਤੇ ਸਾਨੂੰ ਉੱਥੇ ਸਿਰਫ 20 ਰੁਪਏ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਸੀ। ਆਪਦੇ ਗੁਜ਼ਾਰੇ ਵਿੱਚ ਚਲਾਉਣ ਵਾਸਤੇ, ਜੋ ਪੇਸਟ ਵਗੈਰਾ, ਬੁਰਸ਼, ਸਾਬਣ, ਤੇਲ ਵਾਸਤੇ ਸਿਰਫ 20 ਰੁਪਏ ਨਾਲ ਗੁਜ਼ਾਰਾ ਕਰੋ। ਕਾਫੀ ਤੰਗੀ ਸੀ। ਬਾਕੀ ਥੋੜਾ ਮੋਟਾ ਸਵੇਰੇ ਲੈਟਰਿਨ ਬਾਥਰੂਮ ਕੱਢਦੇ ਸੀ ਬਾਹਰ, ਜਾਂ ਸ਼ਾਮ ਨੂੰ ਥੋੜੀ ਦੇਰ ਕੱਢਦੇ ਸੀ ਬਾਹਰ। ਬਾਕੀ ਇਹ ਬੜੀ ਪ੍ਰੋਬਲਮ ਸੀ ਉੱਥੇ। ਫਿਰ ਉਸ ਤੋਂ ਬਾਅਦ ਕਾਲ ਕੋਠੜੀ ਚੋਂ ਕਦੋਂ ਆਜ਼ਾਦ ਹੁੰਨੇ ਹੋ? ਅਸੀਂ 10 ਜੂਨ ਤੋਂ ਲੈ ਕੇ 11 ਨੂੰ ਮੁਕਾਬਲਾ ਹੁੰਦਾ। ਉਦੋਂ ਬਾਅਦ 3 ਮਹੀਨੇ ਇਲਾਹਾਬਾਦ ਅਸੀਂ ਰਹਿਣਾ, ਹੋਟਲ ਠੀਕ ਹੋਣ ਤੋਂ ਬਾਅਦ ਜਾਂ ਉੱਥੇ ਜਾਂਦੇ ਹਾਂ। ਲਾਸਟ ਅਸੀਂ ਅੰਡਰ, ਉਹ ਦਿਨ ਸਾਡੇ ਅੰਡਰ ਅਰੈਸਟ 'ਚ ਗਿਣੇ ਗਏ। ਫਿਰ ਸਾਨੂੰ ਲਾਸਟ 28 ਦਿਨ RI ਪੱਕੀ ਸਜ਼ਾ ਹੋਈ, ਜਿਹੜੀ ਸਾਡੀ 26 ਜਨਵਰੀ ਨੂੰ 1985 ਨੂੰ ਸਾਡੀ ਸਮਾਪਤੀ, ਉਸ ਦਿਨ ਸਾਨੂੰ ਬਾਹਰ ਕੱਢਿਆ ਗਿਆ। ਸੋ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਫਿਰ ਦੁਬਾਰਾ ਤੋਂ ਵੀ ਨੌਕਰੀ ਕਰਨ ਗਏ ਸੀ ਉਸ ਤੋਂ ਬਾਅਦ, ਹੈ ਨਾ, ਇਹ ਵਾਲਾ ਵਾਕਿਆ ਹੋਣ ਤੋਂ ਬਾਅਦ ਦੁਬਾਰਾ ਫਿਰ ਤੁਸੀਂ ਕਿੱਥੇ ਜਿਹੜੀ ਆ ਨੌਕਰੀ ਕੀਤੀ ਹੈ, ਤਾਂ ਉਸ ਟਾਈਮ ਤੇ ਹਾਲਾਤ ਕੀ ਸੀ, ਤੁਹਾਨੂੰ ਕਿਸ ਤਰ੍ਹਾਂ ਦੇਖਦੇ ਸੀਗੇ? ਦੇਖੋ ਜੀ, ਉਦੋਂ ਬਾਅਦ ਜਦੋਂ ਇਹਨਾਂ ਨੇ ਸਾਡੇ 39A ਐਕਟ ਲਾਇਆ ਸੀਗਾ, ਉਹ ਫੌਜ ਦੇ ਵਿੱਚ ਇਹ ਹੁੰਦਾ ਵੀ ਬਿਨਾਂ ਦੱਸੇ ਭਗੌੜੇ ਹੋ ਜਾਣਾ। ਸਿਰਫ ਐਕਟ ਸਾਡੇ ਉੱਪਰ 39A ਇਹਨਾਂ ਨੇ ਲਾਇਆ, ਕੋਈ ਏਡਾ ਵੱਡਾ ਨਹੀਂ ਲਾਇਆ। ਉਹਦੇ ਵਿੱਚ ਹੀ ਸਾਨੂੰ ਉਹਦੇ ਤਹਿਤ ਹੀ ਸਜ਼ਾ ਦਿੱਤੀ ਆ। ਕੋਈ ਸਾਡੇ ਤੇ ਆਰਮ ਐਕਟ ਨਹੀਂ ਲੱਗਿਆ, ਕੁਝ ਨਹੀਂ ਲੱਗਿਆ। ਪਰ ਫਿਰ ਵੀ ਜਦੋਂ ਮੈਂ ਆਪਣੀ ਗੱਲ ਕਰਦਾ, ਮੈਂ ਆਰਮੀ ਮੈਡੀਕਲ ਕੋਰ ਦੇ ਵਿੱਚ ਮੈਨੂੰ ਰਮਸਟ ਕੀਤਾ ਗਿਆ ਐਜ਼ ਐਂਬੂਲੈਂਸ ਅਸਿਸਟੈਂਟ। ਮੈਂ ਉੱਥੇ ਨੌਕਰੀ ਕਰਕੇ ਆਇਆ 17 ਸਾਲ। ਬਟ ਉੱਥੇ ਇਹ ਸੀਗਾ, ਕਿਉਂ ਸਾਡੀ 3 ਸਾਲ ਬਾਅਦ ਬਦਲੀ ਹੋ ਜਾਂਦੀ ਆ। ਜਦੋਂ ਅਸੀਂ ਦੂਜੀ ਯੂਨਿਟ ਦੇ ਵਿੱਚ ਪੋਸਟਿੰਗ ਜਾਂਦੇ ਸੀਗੇ, ਤੇ ਇਹ ਪਿਓਰ ਰੈਜੀਮੈਂਟਾਂ ਤਾਂ ਹੈ ਨਹੀਂ, ਜਿਵੇਂ ਸਿੱਖ ਰੈਜੀਮੈਂਟ ਹੋ ਗਈ, ਪੰਜਾਬ ਹੋ ਗਈ, ਜਾਂ RT ਹੋ ਗਈ, ਜਿੱਥੇ ਸਾਰਿਆਂ ਨੇ ਇਕੱਠੇ ਰਹਿਣਾ ਹੁੰਦਾ। ਇੰਡੀਵਿਜੂਅਲ ਸਾਡੀ ਪੋਸਟਿੰਗ ਹੁੰਦੀ ਆ, ਅਸੀਂ ਇਕੱਲੇ ਨੇ ਜਾਣਾ ਹੁੰਦਾ। ਤੇ ਜਦ ਅਸੀਂ ਦੂਜੀ ਯੂਨਿਟ ਦੇ ਵਿੱਚ ਜਾਂਦੇ ਸੀ, ਸਾਡਾ ਪਹਿਲਾਂ ਉੱਥੇ ਜਿਹੜੇ ਡਾਕੂਮੈਂਟ ਰਿਕਾਰਡ ਪਹੁੰਚਦਾ ਸੀ, ਕਈ ਮਹੀਨੇ ਤੱਕ ਤਾਂ ਸਾਡੇ ਤੇ ਕੋਈ ਯਕੀਨ ਹੀ ਨਹੀਂ ਕਰਦਾ ਸੀ, ਨਾ ਕੋਈ ਅਫਸਰ, ਨਾ ਕੋਈ JCO, ਨਾ ਕੋਈ ਸਾਡਾ ਸੀਨੀਅਰ। ਹਰੇਕ ਯਾਨੀ ਸਾਨੂੰ ਇੱਕ ਜਿਵੇਂ ਵੱਖਵਾਦੀ ਬੰਦਾ ਕਹਿ ਦਈਏ ਯੂਨਿਟ ਦੇ ਵਿੱਚ ਆ ਜਾਂਦਾ, ਉਸ ਤਰੀਕੇ ਨਾਲ ਸਾਡੇ ਨਾਲ ਵਿਵਹਾਰ ਕੀਤਾ ਜਾਂਦਾ ਸੀ। ਜਾਨੂੰ ਸਾਡਾ ਲੋਕਾਂ ਨਾਲ ਸਹਿਚਾਰ ਮਾੜਾ ਮੋਟਾ ਹੁੰਦਾ ਸੀਗਾ, ਜਾਨੂੰ ਸਾਡੀ ਦੂਜੀ ਯੂਨਿਟ 'ਚ ਬਦਲੀ ਹੋ ਜਾਂਦੀ ਸੀ। ਇਸ ਕਰਕੇ 17 ਸਾਲ ਮੈਂ ਤਾਂ ਨੌਕਰੀ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੁਲਾ ਕੇ ਆ ਗਿਆ। ਚਲੋ ਠੀਕ ਹੈ ਜੀ। ਸੋ ਤੁਸੀਂ ਜੇਕਰ ਗੱਲ ਕੀਤੀ, ਤੁਸੀਂ ਵੀ ਕੀਤੀ ਹੈ ਨੌਕਰੀ, ਕਿੰਨੇ ਦੇਰ ਕੀਤੀ ਹੈ? ਮੈਂ ਜੀ 18 ਸਾਲ ਨੌਕਰੀ ਕਰੀ ਸੀ। ਕੀ ਹਾਲਾਤ ਤੇ ਸੀਗੇ? ਹਾਲਾਤ ਇਹ ਸੀ, ਜਿਸ ਟਾਈਮ ਅਸੀਂ ਬਨਾਰਸ ਸੀਗੇ, ਜਿਹੜੇ ਸਾਡੇ ਮੈਟ੍ਰਿਕ ਪਾਸ ਬੰਦੇ ਸੀ ਉਹਨਾਂ ਨੂੰ RT 'ਚ ਭੇਜਿਆ ਗਿਆ, ਤੋਪਖਾਨੇ 'ਚ। ਅੰਡਰ ਮੈਟ੍ਰਿਕ ਨੂੰ ਉਹਨਾਂ ਨੇ ਪਨੀਹਰ 'ਚ ਭੇਜਿਆ। ਸਾਨੂੰ ਫਿਰ ਨਾਸਕ ਰੋਡ ਭੇਜਿਆ। ਉੱਥੇ ਜਦ ਨਾਸਕ ਰੋਡ ਅਸੀਂ ਗਏ, ਕੁਝ ਸਾਡੇ ਨਾਲ ਬੰਦੇ ਰਾਣੀ ਖੇਤ ਬੰਦ ਸੀ, ਅਸੀਂ ਇੱਥੇ 52 ਬੰਦੇ ਬੰਦ ਸੀਗੇ, ਇਹ ਸਾਡੇ ਨਾਲ ਦੇ ਮੁੰਡੇ ਕੋਲ ਰਾਣੀ ਖੇਤ ਬੰਦ ਸੀ। ਉੱਥੋਂ ਵੀ ਕੁਝ ਬੰਦੇ ਆਏ, ਜਿੱਥੇ ਅਸੀਂ ਉਹ ਸੈਂਟਰ ਦੇ ਵਿੱਚ 50-60 ਬੰਦੇ ਇਕੱਠੇ ਹੋਏ। ਉੱਥੇ ਸਾਨੂੰ ਕਾਫੀ ਸ਼ੱਕ ਦੀ ਨਜ਼ਰ ਦੇਖਿਆ ਗਿਆ ਕਿ ਇੱਕ ਵਾਰ ਦਾ ਵਾਕਿਆ, ਅਸੀਂ ਨਹਾਉਣ ਜਾਂਦੇ ਸੀ ਤੁਰੇ, ਉੱਥੇ 5-7 ਮੁੰਡੇ ਇਕੱਠੇ ਖੜੇ। ਸਾਨੂੰ ਇੱਕ ਸਰਦਾਰ ਜਿਹੜਾ ਸਿੱਖ ਸੀ ਆਪਣਾ, ਉਹ ਪੁਰਾਣਾ, ਉਹਨਾਂ ਦਾ ਆ ਕੇ ਸਾਡੇ ਨਾਲ ਗੱਲਾਂ ਕਰਨ ਲੱਗ ਗਿਆ। ਤੇ ਗੱਲਾਂ ਕੁਛ ਹੋਰ ਚੱਲਦੀਆਂ, ਨਾਰਮਲ ਗੱਲਾਂ ਚੱਲਦੀਆਂ ਸੀ ਵੀ ਭਾਈ ਤੇਰਾ ਪਿੰਡ ਕਿਹੜਾ, ਕਿੱਥੇ ਰਹਿਣ ਵਾਲਾ। ਇਹਨੇ ਨੇ ਕੋਈ ਸੂਬੇਦਾਰ ਆਇਆ, ਉਹ ਕਹਿੰਦਾ ਤੁਸੀਂ ਜਾਣ ਕੇ ਤੇ ਪਾਰਟੀ ਬਾਜ ਗਿਆ, ਉਹ ਕਹਿੰਦਾ ਭੜਕਾਉਣ ਲੱਗਿਆ ਇਹਨਾਂ ਨੂੰ। ਮਤਲਬ ਸਾਨੂੰ ਇੰਨੀ ਸ਼ੱਕ ਦਾ ਨਿਗਾਹ ਨਾਲ ਦੇਖਿਆ ਜਾਂਦਾ ਸੀ ਵੀ 5-7 ਕਿੱਥੇ ਇਕੱਠੇ ਹੋਣ ਨਹੀਂ ਦਿੰਦੇ ਜੀ। ਉਸ ਤੋਂ ਬਾਅਦ ਜਦ ਸਾਡੀ ਟ੍ਰੇਨ ਹੋ ਗਈ ਤਾਂ ਅਸੀਂ ਉੱਥੇ ਜਿੰਨੇ ਬੰਦੇ ਸੀ, ਸਾਨੂੰ ਇੱਕ ਬੰਦੇ ਨੂੰ ਇੱਕ ਯੂਨਿਟ 'ਚ ਅਲੱਗ-ਅਲੱਗ ਭੇਜਿਆ ਗਿਆ, ਕਿਤੇ 2 ਇਕੱਠੇ ਨਹੀਂ ਭੇਜੇ ਗਏ ਵੀ ਇੱਕ ਬੰਦਾ ਇੱਕ ਯੂਨਿਟ 'ਚ ਅਲੱਗ-ਅਲੱਗ ਜਾਵੇ। ਇੱਥੋਂ ਤੱਕ ਵੀ ਦੇਖਿਆ ਗਿਆ ਕਿ ਕਾਫੀ ਚੀਜ਼ ਦਾ ਫਰਕ ਸੀ। ਹਰ ਵਾਰ ਸ਼ੱਕ ਦੀ ਨਾਲ ਦੇਖਿਆ ਜਾਂਦਾ ਸੀ। ਸੋ ਸਾਡੇ ਨਾਲ ਇੱਧਰ ਜੋ ਭਾਈ ਸਾਹਿਬ ਮੌਜੂਦ ਨੇ, ਇਹ ਉਹ ਨੇ ਜਿਨ੍ਹਾਂ ਨੇ ਆਪਣੀ ਰੈਜੀਮੈਂਟ ਦੀ ਜਿਹੜੀ ਸੀ ਉਸ ਟਾਈਮ ਤੇ ਅਗਵਾਈ ਕੀਤੀ ਸੀ, ਪੂਰਾ ਗਾਈਡ ਕੀਤਾ ਸੀ। ਇਹੀ ਸੀ ਜਿਹੜੀਆਂ ਜਿੰਨੇ ਵੀ ਫੌਜੀਆਂ ਨੇ ਉੱਥੋਂ ਬਗਾਵਤ ਕੀਤੀ ਸੀ, ਤਾਂ ਉਸ ਵੇਲੇ ਜਿਹੜੇ ਇਹ ਸਾਰੇ ਇਕੱਠੇ ਹੋ ਕੇ ਉੱਥੋਂ ਨਿਕਲੇ ਸੀ, ਤਾਂ ਇਹਨਾਂ ਨੇ ਜਿਹੜੀ ਉਹ ਅਗਵਾਈ ਕੀਤੀ ਸੀ। ਤੁਸੀਂ ਉਸ ਵੇਲੇ ਦੇ ਹਾਲਾਤ ਸਾਨੂੰ ਜ਼ਰੂਰ ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਡੇਲੀ ਪੋਸਟ ਚੈਨਲ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਗੱਲ ਹਾਈ ਲੈਵਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਹੁਣ ਮੈਂ ਸ਼ੁਰੂ ਕਰਦਾ ਕਿ ਸਾਨੂੰ 7-8 ਰਾਤ ਦੀ ਜੂਨ ਨੂੰ ਪਤਾ ਲੱਗਾ BBC ਲੰਡਨ ਤੋਂ। ਥੋੜ੍ਹੀਆਂ ਛੋਟਾ ਜਿਹਾ ਇੱਕ ਸਾਡੇ ਕੋਲ ਰੇਡੀਓ ਸੀ, ਜਿਸ ਤੋਂ ਸਾਨੂੰ ਖਬਰਾਂ ਮਿਲਦੀਆਂ ਸੀ। ਪਰ ਸਾਨੂੰ ਬਿਜੀ ਇੰਨਾ ਕੀਤਾ ਗਿਆ ਕਿ ਜਿਹੜਾ ਸਮਾਨ ਇੱਕ ਦੂਜੇ ਦਾ ਉੱਧਰ ਦੂਸਰੀ ਬੈਰਕ ਦੇ ਵਿੱਚ ਲੈ ਜਾਣਾ, ਕਦੇ ਮਤਲਬ ਅਫਸਰਾਂ ਨੂੰ ਪਤਾ ਸੀ, ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਵੀ ਪੰਜਾਬ 'ਚ ਕੀ ਹੋ ਰਿਹਾ। ਇੰਨਾ ਸਾਨੂੰ ਜ਼ਰੂਰ ਪਤਾ ਕਿ ਦਰਬਾਰ ਸਾਹਿਬ 'ਤੇ ਅਟੈਕ ਹੋ ਗਿਆ। ਇਸ ਦੇ ਰੋਸ ਵਜੋਂ ਅਸੀਂ ਆਪਣੀ ਸਾਰੀ ਪਲਟਨ ਦੇ ਵਿੱਚ ਮਤਲਬ ਸਾਡੇ ਆਪੋ ਵਿੱਚ ਦੀ ਸਲਾਹ ਹੋ ਗਈ ਕਿ ਜਿੱਦਾਂ ਮੈਂ ਵੀ ਇੱਕ ਉਦੋਂ ਉਸ ਟਾਈਮ 'ਤੇ ਹਾਕੀ ਦਾ ਪਲੇਅਰ ਸਾਂ,
ਤੇ ਰੈਂਕ ਦੇ ਵਿੱਚ ਮੈਂ ਹੌਲਦਾਰ ਸਾਂ ਤੇ ਜਿਹੜੇ ਮੇਥੋਂ ਸੀਨੀਅਰ ਸੀ ਹੌਲਦਾਰ ਉਹ ਇਹਨਾਂ ਚੀਜ਼ਾਂ ਨੂੰ ਨਾ ਕਰਦੇ ਕਿ ਅਸੀਂ ਨਹੀਂ ਜਾਣਾ ਤੇ ਮਤਲਬ ਮੈਂ ਕਿਹਾ ਵੀ ਅਸੀਂ ਜਾਵਾਂਗੇ। ਜਦੋਂ ਜਿਹੜੇ ਮੁੰਡੇ ਸਾਡੀਆਂ ਲਿਸਟਾਂ ਬਣੀਆਂ ਅਸੀਂ ਲਿਸਟਾਂ ਬਣਾ ਕੇ ਮੈਂ ਸਾਈਨ ਕੀਤੇ ਖੁਦ। ਜਦੋਂ ਅਸੀਂ ਉੱਥੋਂ ਰਾਤ 7-8 ਦੀ ਰਾਤ ਦੀ ਜੂਨ ਨੂੰ ਉੱਥੋਂ ਚਾਲੇ ਪਾਏ ਆ ਹਰਿਮੰਦਰ ਸਾਹਿਬ ਵੱਲ ਨੂੰ, ਉਸ ਤੋਂ ਜਦੋਂ ਰਸਤੇ ਦੇ ਵਿੱਚ ਜਿਹੜਾ ਵਾ ਉਹ ਸਾਰਾ ਮੈਨੂੰ ਇਹ ਡਿਊਟੀ ਮਿਲ ਗਈ ਕਿ ਜਦੋਂ ਯੂਨਿਟ ਦੇ ਵਿੱਚੋਂ ਚੱਲੇ ਆ ਕਿ ਇੱਕ ਜੀਪ ਮੈਨੂੰ ਦਿੱਤੀ ਗਈ ਤੇ ਇੱਕ ਡਰਾਈਵਰ ਦਿੱਤਾ ਗਿਆ ਜਿਹਦਾ ਨਾਂ ਅਜੇ ਵੀ ਮੈਨੂੰ ਯਾਦ ਹੈ, ਜਰਨੈਲ ਸਿੰਘ ਨਾਂ ਉਹਦਾ। ਅਸੀਂ ਡੀਆਰ ਦੀ ਡਿਊਟੀ ਮੈਨੂੰ ਉਹਨਾਂ ਨੇ ਦਿੱਤੀ ਗਈ ਤੇ ਡੀਆਰ ਦੀ ਡਿਊਟੀ ਕਰਨੀ ਆ ਤੇ ਅੱਗੇ ਪਿੱਛੇ ਦੀ ਖਬਰ ਜੋ ਵੀ ਉਹ ਰਸਤੇ ਦੇ ਵਿੱਚ ਰੁਕਾਵਟ ਆਉਂਦੀ ਆ ਉਹਦੇ ਬਾਰੇ ਮੈਂ ਸਾਰਾ ਕੁਝ ਯੂਨਿਟ ਦੇ ਅਗਲੇ ਬੰਨੇ ਹੋ ਕੇ ਕੀਤਾ ਕੰਮ। ਆ ਜਦੋਂ ਅਸੀਂ ਬੋਰ ਆਏ ਆ ਅਬੋਰ ਦੇ ਵਿੱਚ ਇੱਕ ਚੈਨਲ ਆਪਣਾ ਰੁਕਾਵਟ ਲੱਗੀ ਸੀ, ਬੈਰੀਅਰ ਜਿਹਨੂੰ ਕਹਿ ਦਿੰਦੇ ਆ, ਤੇ ਬੈਰੀਅਰ ਵੀ ਉਹ ਰੱਸੀ ਵੀ ਇੱਕ ਮਾੜੀ ਜੀ ਬੱਧੀ, ਵੈਸੇ ਹੀ ਕੋਈ ਐਡਾ ਜ਼ਿਆਦਾ ਬੈਰੀਅਰ ਸਖਤ ਨਹੀਂ ਹੈਗਾ ਪਰ ਫਿਰ ਵੀ ਕੰਟਰੋਲ ਤੇ ਉੱਥੇ ਹੁੰਦਾ ਹੀ ਆ। ਤੇ ਜਿਹੜੀ ਉੱਥੇ ਲੱਗੀ ਸੀ 20 ਗੜਵਾਲ ਪਲਟਣ, ਉਹਨਾਂ ਦੇ ਕੋਲ ਹਥਿਆਰ ਸੀ, ਉਹਨਾਂ ਨੂੰ ਰੋਕਣ ਦਾ ਵੀ ਆਰਡਰ ਹੋਊਗਾ ਗਵਰਨਮੈਂਟ ਵੱਲੋਂ, ਇਹ ਤੇ ਪੱਕਾ, ਇਹ 'ਚ ਕੋਈ ਗੱਲ ਨਹੀਂ, ਪਰ ਉਹਨਾਂ ਸਾਡੇ ਤੇ ਫਾਇਰ ਨਹੀਂ ਕੀਤਾ ਤੇ ਫਾਇਰ ਅਸੀਂ ਵੀ ਨਹੀਂ ਕੀਤਾ। ਜਿਹੜਾ ਮੇਰੇ ਨਾਲ ਜਰਨੈਲ ਸਿੰਘ ਮੁੰਡਾ ਬੈਠਾ ਸੀ ਡਰਾਈਵਰ ਮੇਰਾ, ਤੇ ਮੈਂ ਤੇ ਗੱਡੀ ਚਲਾਉਣ ਜਾਣਦਾ ਨਹੀਂ, ਮੈਂ ਸੈਕੰਡ ਸੀਟ ਤੇ ਬੈਠਾ ਸੀ। ਉਹਨਾਂ ਨੂੰ ਮੈਂ ਕਿਹਾ ਵੀ ਮੈਂ ਕਿਹਾ ਯਾਰ ਮੈਂ ਇਹਨੂੰ ਬੈਰੀਅਰ ਨੂੰ ਚੁੱਕਦਾ ਤੇ ਮੇਰੇ ਹੋ ਸਕਦਾ ਗੋਲੀ ਇਹ ਮਾਰ ਦੇਣ ਜਾਂ ਪਤਾ ਨਹੀਂ, ਹੁਣ ਦਿਲ ਦੇ ਵਿੱਚ ਅਗਲੇ ਦੇ ਕੀ ਪਤਾ ਕਿੱਦਾਂ ਦੀ ਗੱਲ ਆ, ਪਰ ਉਹਨੂੰ ਮੈਂ ਕਿਹਾ ਵੀ ਤੂੰ ਰਫਲ ਕਾਕ ਕਰ, ਜੇ ਮੇਰੇ ਗੋਲੀ ਮਾਰੀ ਤੇ ਫਿਰ ਤੂੰ ਵੀ ਫਾਇਰ ਕਰ ਦੇਣਾ, ਨਹੀਂ ਤੇ ਨਹੀਂ ਫਾਇਰ ਕਰਨਾ। ਸਾਡਾ ਇੱਕੋ ਮਕਸਦ ਦੀ ਮੈਡਮ ਅਸੀਂ ਦਰਬਾਰ ਸਾਹਿਬ ਪਹੁੰਚਣ ਦਾ, ਸਾਡਾ ਰਸਤੇ ਦੇ ਵਿੱਚ ਕੋਈ ਨੁਕਸਾਨ ਕਰਨ ਦਾ ਕੋਈ ਮਤਲਬ ਨਹੀਂ ਸੀ। ਜਦੋਂ ਅਸੀਂ ਉੱਥੋਂ ਚੱਲੇ ਫਿਰ ਅਸੀਂ ਉੱਥੋਂ ਜਦੋਂ ਸਾਨੂੰ ਉਹਨਾਂ ਨੇ ਨਹੀਂ ਰੋਕਿਆ ਅਸੀਂ ਅਗਲੇ ਬੰਨੇ ਚਲੇ ਗਏ, ਉਹ ਪਿੱਛੇ ਹਟ ਗਏ। ਬਾਜ਼ਾਰ ਦੇ ਵਿੱਚ ਗਏ, ਫਿਰ ਸਾਨੂੰ ਇੱਕ ਗੱਡੀ ਉਹਨਾਂ ਦੀ 20 ਗੜਵਾਲ ਦੀ ਮਿਲੀ, ਉਹ ਵੀ ਸਾਨੂੰ ਵੇਖ ਕੇ ਭੱਜ ਗਏ। ਅਸੀਂ ਉਹਨਾਂ ਨੂੰ ਫਿਰ ਕੁਝ ਨਹੀਂ ਕਿਹਾ ਵੀ ਚਲੋ ਅਸੀਂ ਆਪਣੇ ਰਸਤੇ ਚੱਲਦੇ ਗਏ। ਉਹ ਤੋਂ ਬਾਅਦ ਅਗਲੇ ਦਿਨ ਦੀ ਰਾਤ ਜਦੋਂ 8 ਤੇ 9 ਦੀ ਰਾਤ ਜਦੋਂ ਅਗਲੇ ਦਿਨ ਚੜ੍ਹਿਆ ਤੇ ਉਹ 3 ਸੁਖੀਆ ਇੱਕ ਪਿੰਡ ਜਿੱਥੇ ਵਿੱਚ ਇੱਕ ਡੇਰਾ ਵੀ ਬੜਾ ਗਾਈਆਂ ਦਾ ਤਗੜਾ ਸੀ, ਸਾਧਾਂ ਦਾ ਡੇਰਾ ਸੀ, ਉੱਥੇ ਸਾਨੂੰ ਘੇਰਾ ਪਾਇਆ ਗਿਆ ਜਹਾਜ਼ਾਂ ਦੇ ਰਾਹੀਂ। ਹੋ ਸਕਦਾ ਜਹਾਜ਼ਾਂ ਦੇ ਵਿੱਚ ਹੁਣ ਕਿਹੜੇ ਕਮਾਂਡਰ ਉਹਦੇ ਬਾਰੇ ਤੇ ਸਾਨੂੰ ਕੋਈ ਨੌਲੇਜ ਨਹੀਂ। ਉਹ ਸਾਡੇ ਵਿੱਚ ਇਹੋ ਜਿਹੇ ਮੁੰਡੇ ਵੀ ਹੈਗੇ ਸੀ ਕਿ ਜਿਹੜੇ ਆਂਦੇ ਕਿ ਅਸੀਂ ਫਾਇਰ ਕਰਕੇ ਜਹਾਜ਼ ਨੂੰ ਸੁੱਟ ਲੈਣੇ, ਪਰ ਅਸੀਂ ਆਪਣੀ ਸੂਝ-ਬੂਝ ਨਾਲ ਉਹਨਾਂ ਨੂੰ ਫਾਇਰ ਕਰਨ ਦੀ ਕਿਹਾ ਵੀ ਨਹੀਂ, ਹੋ ਸਕਦਾ ਸਾਡੇ ਫਾਇਦੇ ਵਾਸਤੇ ਹੋਣ, ਪਰ ਅਸੀਂ ਨਾ ਤੇ ਫਾਇਰ ਕਰਨ ਦਿੱਤਾ ਤੇ ਨਾ ਕੀਤਾ। ਸਾਨੂੰ ਇੱਕ ਜਨਰਲ ਸਾਹਿਬ ਆਏ ਆ, ਉਹਨਾਂ ਨੇ ਸਾਡੇ ਨਾਲ ਗੱਲਬਾਤ ਹੀ ਬੜੀ ਸੋਹਣੀ ਕੀਤੀ ਤੇ ਸਾਨੂੰ ਆਖਿਆ ਵੀ ਤੁਸੀਂ ਹਥਿਆਰ ਦੇ ਦਿਓ ਤੇ ਤੁਸੀਂ ਸਾਡੀਆਂ ਗੱਡੀਆਂ 'ਚ ਬਹੋ। ਉੱਥੋਂ ਸਾਨੂੰ ਬਾਲ ਕੇ ਤੇ ਮੁੜ ਕੇ ਉਹ ਸੂਰਤਗੜ੍ਹ ਲੈ ਆ। ਸੂਰਤਗੜ੍ਹ ਜਦੋਂ ਅਸੀਂ ਆਏ ਆ ਫਿਰ ਉਦੋਂ ਸਾਨੂੰ ਬਾਅਦ 'ਚ ਪਤਾ ਲੱਗਾ ਕਿ ਯਾਰ ਸਾਡੇ ਨਾਲ ਦੇ ਤੇ ਬਹੁਤ ਜ਼ਿਆਦਾ ਲੋਕ ਜ਼ਖਮੀ ਹੋ ਗਏ ਆ ਤੇ ਅਸੀਂ ਫਿਰ ਹੱਥਾਂ ਜਾਂਦੀਆਂ ਵੱਡੀ, ਹੋ ਸਕਦਾ ਸਾਨੂੰ ਜੇ ਪਹਿਲਾਂ ਪਤਾ ਲੱਗਦਾ ਤੇ ਅਸੀਂ ਇਹ ਕੰਮ ਮਤਲਬ ਵੀ ਨਾ ਕਰਦੇ ਅੰਡਰਸਟ ਹੋਣ ਦਾ ਕੀਤਾ, ਪਰ ਸਾਨੂੰ ਕਿਸੇ ਨੇ ਮੁੜ ਕੇ ਇਹੋ ਜਿਹਾ ਜ਼ਿਆਦਾ ਨਹੀਂ ਗਾ ਕਿਹਾ। ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਅੰਡਰਸਟ ਹੋ ਗਏ, ਉਹਦੇ ਜਿਹੜੀ ਸਾਨੂੰ ਸਜ਼ਾ ਮਿਲੀ ਆ ਉਹ ਇੱਕ ਨਰਕ ਦੇ ਦਿਨ ਲਾ ਲਓ ਚਾਹੇ ਕੁਛ ਵੀ। ਜਿੰਨੇ ਅਸੀਂ ਹੌਲਦਾਰ ਸੀ ਸਾਨੂੰ ਰਾਜਸਥਾਨ ਦੀ ਜੂਨ ਦੀ ਗਰਮੀ, ਪੰਜਾਬ 'ਚ ਵੀ ਬੜੀ ਹੁੰਦੀ ਆ, ਰਾਜਸਥਾਨ 'ਚ ਅੱਤ ਦੀ ਗਰਮੀ ਆ ਕਿਉਂਕਿ ਰੇਤਲਾ ਇਲਾਕਾ, ਉਹਦੇ ਵਿੱਚ ਸਾਨੂੰ ਇਸ ਤਰ੍ਹਾਂ ਕੈਦ ਕੀਤਾ ਗਿਆ ਕਿ ਜਿੱਦਾਂ ਕੋਈ ਵਿਦੇਸ਼ੀ ਕੋਈ ਬੰਦਾ ਫੜ ਕੇ ਲਿਆਂਦਾ ਹੁੰਦਾ। 2 ਟੀਨਾਂ ਇਸ ਬੰਨੇ, 2 ਇਸ ਬੰਨੇ ਤੇ 2-2 4 ਸਫੇਰੇ ਲਾ ਕੇ 2 ਟੀਨਾਂ ਉੱਪਰ, ਉਹਦਾ ਕੋਈ ਦਰਵਾਜ਼ਾ ਨਹੀਂ, ਕੋਈ ਕੁਛ ਨਹੀਂ। ਸਾਨੂੰ ਅੰਦਰ ਬੰਦ ਕਰਕੇ ਤੇ ਬਾਹਰੋਂ ਤਾਲਾ ਲਾ ਦਿੱਤਾ ਗਿਆ। 28 ਦਿਨ ਅਸੀਂ ਉਹਨਾਂ ਟੀਨਾਂ ਦੇ ਵਿੱਚ ਰਹੇ, ਕੋਈ ਲੈਟਰੀਨ ਕੋਈ ਬਾਥਰੂਮ, ਇੱਕ ਮਤਲਬ ਮਾੜਾ ਜਿਹਾ ਟੋਆ ਕੱਢ ਕੇ ਜਿੰਨੀ ਕਿ ਸਾਨੂੰ ਲੈਟਰੀਨ, ਉਸ ਹਿਸਾਬ ਨਾਲ ਉਹ ਮੈਡਮ ਨਰਕ ਦੇ ਦਿਨ ਸੀ ਸਾਡੇ ਵਾਸਤੇ। ਤੇ ਥਾਲੀ ਵਿੱਚ ਹੀ ਪਾਣੀ, ਥਾਲੀ ਜਿਹੜਾ ਪਾਣੀ ਦਿੰਦੇ ਉਹਦੇ ਨਾਲ ਸਾਡੀ ਕੀ ਤੇ ਮਰ ਜਾਣੀ ਸੀ। ਉਹ ਸਾਨੂੰ ਉਹ ਪਾਣੀ ਮਤਲਬ ਬਹੁਤ ਜ਼ਿਆਦਾ ਸਾਨੂੰ ਉਹ ਸ਼ੱਕ ਦੀ ਨਿਗਾਹ ਨਾਲ ਵੇਖਿਆ ਗਿਆ, ਸਾਡੇ ਤੇ ਇਹੋ ਜਿਹਾ ਦਸਤ ਕੀਤਾ ਗਿਆ ਕਿ ਜਿਹੜਾ ਅਸੀਂ ਦੱਸਣਯੋਗ ਨਹੀਂ ਆ। ਜੇ ਅਸੀਂ ਆਪਣੇ ਬੱਚਿਆਂ ਨੂੰ ਵੀ ਦੱਸਦੇ ਤਾਂ ਅੱਜ ਸਾਡਾ ਮਨ ਭਰ ਆਉਂਦਾ। ਅਸੀਂ ਇਹ ਕਰਕੇ ਅਸੀਂ ਇਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਤੇ ਚੈਨਲ ਤੋਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਧਰਮੀ ਫੌਜੀਆਂ ਦੀ ਜਿਹੜੀ ਆ ਗੱਲ ਉੱਪਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਤੇ ਬੜੀ ਅਸੀਂ ਤੁਹਾਡਾ ਹਰ ਵਾਰੀ ਧੰਨਵਾਦ ਕਰਦੇ ਰਹਾਂਗੇ। ਗਾਂ ਵੀ ਸਾਨੂੰ ਮੌਕਾ ਮਿਲਿਆ ਤੇ ਅਸੀਂ ਤੁਹਾਡੇ ਨਾਲ ਬਿਲਕੁਲ ਜੋ ਗੱਲਬਾਤ ਕਰਦੇ ਰਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਸਾਡੇ ਨਾਲ ਗੁਰਨਾਮ ਸਿੰਘ ਹੁਣੀ ਮੌਜੂਦ ਨੇ। ਗੁਰਨਾਮ ਸਿੰਘ ਜੀ, ਸਵਾਲ ਤੁਹਾਨੂੰ ਕਰਦੇ ਹਾਂ ਕਿ ਜਦੋਂ ਤੁਸੀਂ ਉੱਥੋਂ ਬੈਰਕਾਂ ਛੱਡ ਕੇ ਆਉਂਦੇ ਹੋ ਤੇ ਇੱਕ ਤੁਹਾਡੇ ਮਨ ਦੇ ਵਿੱਚ ਤੁਸੀਂ ਠਾਣਿਆ ਹੁੰਦਾ ਕਿ ਦਰਬਾਰ ਸਾਹਿਬ ਜਾ ਕੇ ਅਸੀਂ ਮੱਥਾ ਵੀ ਟੇਕਣਾ, ਉੱਥੋਂ ਦੇ ਹਾਲਾਤ ਦੇਖਣੇ ਆ ਕਿ ਸਾਡੇ ਗੁਰੂ ਸਾਹਿਬ 'ਤੇ ਜਿਹੜਾ ਇੰਨਾ ਵੱਡਾ ਹਮਲਾ ਹੋਇਆ, ਉਹ ਰਸਤੇ ਵਾਲਾ ਵਾਕਿਆ ਜ਼ਰੂਰ ਸੁਣਾਓ, ਕਿਉਂਕਿ ਅੱਜ ਦੀ ਸਾਡੀ ਜਿਹੜੀ ਪੀੜ੍ਹੀ ਹੈ ਇਹਨਾਂ ਚੀਜ਼ਾਂ ਤੋਂ ਨਾ ਵਾਕਿਫ ਹੈ। ਉਹਨਾਂ ਨੂੰ ਪਤਾ ਹੀ ਨਹੀਂ ਕਿ ਧਰਮੀ ਫੌਜੀ ਕੌਣ ਨੇ, ਕਿੱਥੋਂ ਆਏ ਨੇ, ਕਿਸ ਤਰ੍ਹਾਂ ਇਹਨਾਂ ਦੇ ਨਾਲ ਕੀ ਕੁਛ ਹੋਇਆ। ਬਹੁਤ ਘੱਟ ਲੋਕ ਹੈ ਅੱਜ ਤੁਹਾਨੂੰ ਜਾਣਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਚੈਨਲ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਹਿੰਮਤ ਕੀਤੀ। ਅਸੀਂ ਉਸ ਵੇਲੇ ਦੇ ਧਰਮੀ ਫੌਜੀ ਹਾਂ ਜਦੋਂ ਕਿ 1984 ਵਿੱਚ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ ਗਿਆ। ਇਸ ਦੇ ਰੋਸ ਵਜੋਂ ਅਸੀਂ ਆਪਣੀਆਂ ਨੌਕਰੀਆਂ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਸਰਵਿਸ ਤੋਂ ਆਪਣਾ ਭਗੌੜੇ ਹੋ ਕੇ ਬੈਰਕਾਂ ਛੱਡ ਕੇ ਹਰਿਮੰਦਰ ਸਾਹਿਬ ਵੱਲ ਨੂੰ ਕੂਚ ਕੀਤਾ। ਰਸਤੇ ਵਿੱਚ ਸਾਨੂੰ ਬਹੁਤ ਹੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ, ਜਿਵੇਂ ਕਿ ਅਸੀਂ ਸਿੱਲੀਗੁੜੀ ਤੋਂ ਬੈਰਕਾਂ ਛੱਡੀਆਂ। ਜੰਗਲ ਦੇ ਰਸਤੇ ਅਸੀਂ ਸਟੇਸ਼ਨ ਤੇ ਪਹੁੰਚੇ। ਸਟੇਸ਼ਨ ਤੇ ਪਿੱਛੇ ਯੂਨਿਟ ਨੂੰ ਪਤਾ ਹੋਣ ਦੇ ਨਾਤੇ ਸਟੇਸ਼ਨ ਨੂੰ ਘੇਰ ਲਿਆ ਗਿਆ ਤਾਂ ਮੇਰੇ ਸਾਥੀ ਤੇ ਮੈਂ ਅਸੀਂ ਉੱਥੋਂ ਲੁਕ ਕੇ ਸੜਕ ਦੇ ਕਿਸੇ ਪਾਸੇ ਸੜਕ ਦੇ ਉੱਤੇ ਜਾ ਨਿਕਲੇ। ਜਾ ਕੇ ਦੇਖਿਆ ਤਾਂ ਉਹ GT ਰੋਡ ਸੀ, ਉੱਥੇ ਟਰੱਕ ਚੱਲ ਰਹੇ ਸੀ। ਕੁਦਰਤੀ ਇੱਕ ਟਰੱਕ ਆਇਆ, ਅਸੀਂ ਹੱਥ ਕੀਤਾ, ਵਰਦੀਆਂ ਸਾਡੇ ਪਾਈਆਂ ਹੋਈਆਂ ਸਨ, ਦਾੜੇ ਕੇਸ ਰੱਖੇ ਹੋਏ ਸੀ ਤਾਂ ਉਹ ਸਰਦਾਰ ਹੋਣ ਦੇ ਨਾਤੇ ਇੰਦੌਰ ਦੀਆਂ ਗੱਡੀਆਂ ਸਨ, ਉਹਨਾਂ ਨੇ ਰੋਕ ਲਈਆਂ ਗੱਡੀਆਂ ਸਰਦਾਰ ਵੇਖ ਕੇ। ਤਾਂ ਅਸੀਂ ਜਿੰਨੇ ਜਾਣੇ ਸੀ ਸਾਨੂੰ ਉਹਨਾਂ ਦੀਆਂ 5-6 ਗੱਡੀਆਂ ਸੀ, ਸਾਰਿਆਂ 'ਚ ਇੱਕ 2-2 ਜਾਣੇ ਚੜ੍ਹਾ ਲਿਆ। ਚੜ੍ਹਾ ਕੇ ਅਸੀਂ ਉਹਨਾਂ ਨੇ ਸਾਨੂੰ ਸਭ ਤੋਂ ਪਹਿਲਾਂ ਇਹ ਕਿਹਾ ਵੀ ਰਸਤੇ ਵਿੱਚ ਬਹੁਤ ਚੈਕਿੰਗ ਹੈ, ਬਹੁਤ ਸਖਤਾਈ ਹੈ, ਤੁਸੀਂ ਆਪਣੇ ਜਿਹੜੇ ਕੇਸ ਹੈ ਇਹ ਤੁਹਾਨੂੰ ਕਟਾਉਣੇ ਪੈਣਗੇ, ਦਾੜੀਆਂ ਕਟਾਉਣੀਆਂ ਪੈਣਗੀਆਂ। ਤਾਂ ਉਹਨਾਂ ਨੇ ਸਾਨੂੰ ਸਾਰਾ ਕੁਝ ਸਾਡੇ ਕੇਸ ਦਾੜੀਆਂ ਕਟਵਾ ਕੇ ਕਟਵਾਉਣ ਲਈ ਮਜਬੂਰ ਕਰਕੇ, ਹੋਰ ਕੋਈ ਸਾਡੇ ਕੋਲ ਸਾਧਨ ਨਹੀਂ ਸੀ ਇੱਥੇ ਪਹੁੰਚਣ ਦਾ ਹਰਿਮੰਦਰ ਸਾਹਿਬ, ਤਾਂ ਸਾਨੂੰ ਕਟਾਉਣੀਆਂ ਪਈਆਂ। ਸਾਨੂੰ ਉੱਥੇ ਕਨੈਕਟਰਾਂ ਦੇ ਰੂਪ ਵਿੱਚ ਵਰਦੀਆਂ ਦੇ ਕੇ ਉਹਨਾਂ ਨੇ ਸਾਡੀਆਂ ਵਰਦੀਆਂ ਲੁਹਾ ਕੇ ਸਾਡੇ ਬੇਅਦਬੀ ਕਰਕੇ ਉਹਨਾਂ ਨੂੰ ਸਿੱਟਿਆ। ਤਾਂ ਸਾਡੇ ਮਤਲਬ ਕਨੈਕਟਰਾਂ ਵਾਲੇ ਕੱਪੜੇ ਪਵਾ ਕੇ ਸਾਨੂੰ ਰਸਤੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੀ ਦੇਖਭਾਲ ਕਰਦੇ ਹੋਏ ਵਿਚਾਰੇ ਰੋਟੀ ਵੀ ਨਾਲ ਖਵਾਉਂਦੇ ਰਹੇ, ਸਾਰਾ ਕੁਝ ਸਾਨੂੰ ਕਰਦੇ ਰਹੇ। ਅੰਬਾਲੇ ਤੱਕ ਸਾਨੂੰ ਲਿਆਏ ਉਹ। ਅੰਬਾਲੇ ਆ ਕੇ ਅਸੀਂ ਟ੍ਰੇਨ ਰਾਹੀਂ, ਸਾਡੇ ਕੋਲ ਕੋਈ ਪੈਸਾ ਨਹੀਂ ਸੀ, ਅਸੀਂ ਟ੍ਰੇਨ ਰਾਹੀਂ ਹਰਿਮੰਦਰ ਸਾਹਿਬ ਪਹੁੰਚੇ। ਹਰਿਮੰਦਰ ਸਾਹਿਬ ਉਸ ਵੇਲੇ ਸਿਰਫ 1 ਘੰਟੇ ਵਾਸਤੇ ਖੁੱਲ੍ਹਦਾ ਸੀ। ਅਸੀਂ ਹਰਿਮੰਦਰ ਸਾਹਿਬ ਦਾ ਜੋ ਹਾਲਤ ਉਸ ਵੇਲੇ ਵੇਖ ਕੇ ਰੋਣਾ ਆਉਂਦਾ ਹੈ, ਦੱਸ ਨਹੀਂ ਸਕਦੇ ਅਸੀਂ ਜੋ ਅਸੀਂ ਹਾਲਤ ਹਰਿਮੰਦਰ ਸਾਹਿਬ ਦੇ ਵੇਖੇ ਉਸ ਵੇਲੇ। ਅਸੀਂ ਰੋਂਦੇ ਹੀ ਨਿਕਲੇ ਉੱਥੋਂ। ਫਿਰ ਅਸੀਂ ਆਪਣੇ ਘਰਾਂ ਨੂੰ ਮਿਲਣ ਵਾਸਤੇ ਗਏ। ਘਰ ਜਾ ਕੇ ਸਾਡੇ ਤੇ ਪਿੰਡ ਵਾਲਿਆਂ ਨੇ ਅੱਤਵਾਦੀਆਂ ਦਾ ਦੂਸ਼ਣ ਲਾ ਕੇ ਪੁਲਿਸ ਕੋਲ ਰਿਪੋਰਟਾਂ ਕੀਤੀਆਂ। ਸਾਡੇ ਘਰ CRP ਦਾ ਪਹਿਰਾ ਲੱਗਾ ਰਿਹਾ। ਮੇਰੇ ਮਾਂ-ਬਾਪ ਨੂੰ ਪੁਲਿਸਾਂ ਫੜ ਕੇ ਲੈ ਗਈਆਂ, ਬਹੁਤ ਤਸ਼ੱਦਦ ਕੀਤੇ ਜੀ। ਉਸ ਦੇ ਬਾਅਦ ਸਾਨੂੰ ਕੋਈ ਵੀ ਕਿਸੇ ਵੀ ਸਰਕਾਰ ਨੇ ਕੋਈ ਸਹੂਲਤ ਨਹੀਂ ਦਿੱਤੀ। ਕਿਸੇ ਪਾਸੇ ਸਾਡਾ ਕੋਈ ਕਿਸੇ ਲਿਸਟ 'ਚ ਨਾਂ ਨਹੀਂ ਧਰਮੀ ਫੌਜੀਆਂ 'ਚ। ਸਾਨੂੰ ਕਿਸੇ ਵੀ ਧਰਮੀ ਫੌਜੀ ਦੇ ਕੋਈ ਪੈਸਾ, ਕੋਈ ਟਕਾ, ਕੋਈ ਕਿਸੇ ਪਾਸਿਓਂ ਸਹੂਲਤ ਨਹੀਂ ਮਿਲੀ। ਅਸੀਂ ਬਿਲਕੁਲ ਨਾ ਕੋਈ ਪੈਸਾ, ਨਾ ਕੋਈ ਨੌਕਰੀ, ਨਾ ਕੋਈ ਕਿਸ ਤਰ੍ਹਾਂ, ਅਸੀਂ ਬਹੁਤ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰਕੇ ਬੱਚੇ ਪਾਲ ਰਹੇ ਹਾਂ ਇਸ ਟਾਈਮ। ਚਲੋ ਪਰਮਾਤਮਾ ਤਾਂ ਦੇਖ ਹੀ ਰਿਹਾ, ਪਰਮਾਤਮਾ ਸਭ ਦਾ ਹੀ ਪਾਲਣਹਾਰ ਹੈ। ਅਸੀਂ ਵੀ ਆਪਣੇ ਬੱਚੇ ਪਾਲ ਰਹੇ ਹਾਂ ਉਸ ਤਰ੍ਹਾਂ ਬਹੁਤ ਹੀ। ਜੀ ਸਰ, ਬਲਦੇਵ ਸਿੰਘ ਹੁਣੀ ਬਹੁਤ ਭਾਵੁਕ ਹੋ ਗਏ ਨੇ। ਕੀ ਆਇਆ ਮਨ 'ਚ ਖਿਆਲ, ਇੰਨੀ ਭਾਵੁਕਤਾ ਕਿਉਂ ਹੋ ਗਈ ਹੈ? ਇਹ 'ਚ ਸਰ ਬੇਨਤੀ ਹੈ ਕਿ ਮੇਰੇ ਭਾਵੁਕ ਹੋਣ ਦਾ ਇਹ ਮਤਲਬ ਆ ਕਿ ਜਿਹੜੇ ਆਮ ਰੈਜੀਮੈਂਟ ਭੱਜੇ, ਜਿੱਦਾਂ ਸਿੱਖ ਸੈਂਟਰ ਭੱਜਾ, 9 ਸਿੱਖ ਭੱਜੀ ਆ, 18 ਸਿੱਖ ਭੱਜੀ ਆ, 3 ਸਿੱਖ ਰੈਜੀਮੈਂਟ ਭੱਜੀ ਆ, ਅਟਲਰੀਆਂ ਭੱਜੀਆਂ ਨੇ, ਪੰਜਾਬ ਰੈਜੀਮੈਂਟ ਭੱਜੀ ਆ। ਸਾਰਿਆਂ ਦਾ ਜਿਹੜਾ ਰਿਕਾਰਡ ਹੈਗਾ 7 ਸਿੱਖ ਤੇ 8 ਸਿੱਖ ਦੇ ਕੁਛ ਬੰਦੇ ਔਰ ਚੰਦ ਇੱਕ ਪਲਟਨਾਂ ਦੇ 1-2 ਬੰਦੇ, ਇਹ ਬੜੇ ਦਰਦ ਦੇ ਨਾਲ ਇਹਨਾਂ ਨੇ ਜਿਹੜੀਆਂ ਨੇ ਪਲਟਨਾਂ ਛੱਡੀਆਂ ਨੇ। ਲੇਕਿਨ ਅੱਜ ਤੱਕ ਕਿਸੇ ਨੇ ਇਹਨਾਂ ਨੂੰ ਇੰਨਾ ਨਹੀਂ ਕਿਹਾ ਵੀ ਤੁਸੀਂ ਕੌਣ ਜੇ। ਮੈਂ ਪਤਾ ਨਹੀਂ ਕਿੰਨੀ ਯਾਰੀ ਬੇਨਤੀਆਂ ਕਰ ਚੁੱਕਾ ਕਿ 7 ਸਿੱਖ ਦੇ 8 ਸਿੱਖ ਦੇ ਕੁਛ ਬੰਦੇ ਕੁਛ ਟੁੱਪ ਭੱਜੇ ਨੇ, ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਕੌਣ ਜੇ। ਜੇਕਰ ਉਹ ਗੱਲ ਦੇ ਵਿੱਚ ਸਬੂਤ 'ਚ ਆਉਂਦਾ ਤਾਂ ਉਹਨਾਂ ਨੂੰ ਧਰਮੀ ਫੌਜੀ ਮੰਨ ਲਓ, ਉਹਨਾਂ ਨੂੰ ਕੋਈ ਮਿਲ ਜਾਏ। ਨਾ ਇਹਨਾਂ ਨੂੰ 7 ਸਿੱਖ 8 ਸਾਲਿਆਂ ਨੂੰ ਪੈਨਸ਼ਨ ਮਿਲਦੀ ਆ, ਨਾ ਇਹਨਾਂ ਨੂੰ ਕੋਈ ਸਹੂਲਤ ਮਿਲਦੀ ਆ ਆਰਮੀ ਦੀ। ਇਹ ਵਿਚਾਰੇ ਇਸੇ ਤਰ੍ਹਾਂ ਨੇ। ਇਹਨਾਂ ਦੇ ਉੱਤੇ ਕਿੱਦਾਂ ਹੋਈ
ਜਦੋਂ ਇਹ ਪਲਟਨਾਂ ਦੇ ਵਿੱਚ ਭੱਜੇ ਨੇ, ਇਹ ਥੋੜ੍ਹੇ ਥੋੜ੍ਹੇ ਬੰਦੇ ਭੱਜੇ ਨੇ, ਅਸੀਂ ਸਾਰੇ ਭੱਜੇ ਹਾਂ। ਸਾਡੇ ਉੱਤੇ ਇਹਨਾਂ ਨੇ ਮਤਲਬ ਕਿ ਵੀ ਭਗੌੜੇ ਦਾ ਇਲਜ਼ਾਮ ਲਾ ਕੇ, ਨਿਊਟਰੀ ਦਾ ਲਾ ਕੇ ਇਹਨਾਂ ਨੇ ਸਾਨੂੰ ਸਜ਼ਾਵਾਂ ਦਿੱਤੀਆਂ। ਇਹ ਜਿਹੜੇ ਬੰਦੇ ਨੇ ਇਹਨਾਂ ਦੇ ਨਾਲ ਇਸ ਤਰ੍ਹਾਂ ਵਿਹਾਰ ਕੀਤਾ ਗਿਆ ਜਿਵੇਂ ਆਮ ਅਸੀਂ ਪੰਜਾਬ ਦੇ ਵਿੱਚ ਹਾਲਾਤ ਜਾਣਦੇ ਆ ਕਿ ਜਦੋਂ ਕੋਈ ਵੀ ਬੰਦਾ ਜਿਹੜਾ ਵਾ ਕੋਈ ਅੱਤਵਾਦੀ ਫੜਦੇ ਉਹ ਰਾਤ ਨੂੰ ਚੁੱਕ ਕੇ ਲੈ ਜਾਂਦੇ ਆ, ਦਿਨੇ ਥਾਣੇ ਬੰਦ ਕਰਕੇ ਮਨਮਰਜ਼ੀ ਦੇ ਨਾਲ ਉਹਦਾ ਨਾਕਾ ਲਾ ਕੇ ਉਹਦੀ ਗ੍ਰਿਫਤਾਰੀ ਕਰ ਲੈਂਦੇ ਨੇ। ਗ੍ਰਿਫਤਾਰੀ ਕਰਨ ਤੋਂ ਬਾਅਦ ਉਹਦੇ ਉੱਤੇ ਮਨਮਰਜ਼ੀ ਦੇ ਕਾਨੂੰਨ ਲਾ ਕੇ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਂਦਾ। 7 ਸਿੱਖ ਦੇ ਤੇ 8 ਸਿੱਖ ਦੇ ਇਹ ਬੰਦੇ ਉਹ ਨੇ ਕਿ ਜਿਨ੍ਹਾਂ ਨੂੰ ਸਰਕਾਰ ਨੇ ਆਪਣੀ ਮਰਜ਼ੀ ਦੇ ਨਾਲ ਇਹਨਾਂ ਨੂੰ ਡਿਸਮਿਸ ਫਰਾਮ ਸਰਵਿਸ ਕਰ ਦਿੱਤਾ ਵਾ। ਇਹਨਾਂ ਦਾ ਕੋਈ ਰਿਕਾਰਡ ਨਹੀਂ ਕਿ ਧਰਮੀ ਫੌਜੀ ਨੇ ਜਾਂ ਇਹ ਭੱਜੇ ਨੇ। ਔਰ ਮੈਂ ਇੱਥੇ ਅਪੀਲ ਕਰਨੀ ਚਾਹੁੰਦਾ ਤੁਹਾਡੇ ਚੈਨਲ ਦੇ ਥਰੂ ਕਿ 7 ਸਿੱਖ ਤੇ 8 ਸਿੱਖ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਦ ਕੇ ਇਹਨਾਂ ਦੇ ਜਿੱਦਾਂ ਬਾਕੀਆਂ ਦੇ ਰਿਕਾਰਡ ਲੈ ਕੇ ਇਹਨਾਂ ਨੇ ਕੰਪਿਊਟਰ ਦੇ ਵਿੱਚ ਦਰਜ ਕੀਤੇ ਨੇ ਔਰ ਉਹਨਾਂ ਨੂੰ ਕੋਈ ਸਹੂਲਤਾਂ ਦਿੱਤੀਆਂ ਨੇ, ਇਸੇ ਤਰ੍ਹਾਂ ਇਹਨਾਂ ਨੂੰ ਵੀ ਕੀਤੀਆਂ ਜਾਣ। ਇੱਥੇ ਮੈਂ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਕਾਂਗਰਸ ਸਰਕਾਰ ਨੂੰ, ਮੌਜੂਦਾ ਕੈਪਟਨ ਅਮਰਿੰਦਰ ਸਿੰਘ ਨੂੰ। ਇਹਨਾਂ ਨੇ ਇੱਕ ਤੇ MMG ਗ੍ਰਾਂਟ ਜਿਹੜੀ ਆ ਉਹ ਮਤਲਬ ਕਿ ਵੀ ਆਪਣੀ ਮਰਜ਼ੀ ਨਾਲ ਭੇਜਦੇ 8-8 9-9 ਮਹੀਨੇ ਬਾਅਦ। ਉਹ ਕਿ ਜਿਸ ਬੰਦੇ ਦਾ ਅੱਜ ਮਹਿੰਗਾਈ ਦੇ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਹੋ ਸਕਦਾ, ਉਹ ਜਿਹੜੀ ਆ ਕੁਆਟਰਲੀ ਆਉਂਦੀ ਆ 3 ਮਹੀਨੇ ਬਾਅਦ, ਉਹ ਤੇ ਕਮ ਸੇ ਕਮ ਦੇਣ। ਪਹਿਲੀ ਗੱਲ ਹਰ ਮਹੀਨੇ ਦੇਣੀ ਚਾਹੀਦੀ, ਨਹੀਂ ਤੇ ਤੀਜੇ ਮਹੀਨੇ। ਦੂਸਰੀ ਬੇਨਤੀ ਹੈ ਕਿ ਇੱਕ ਸਾਡੇ ਇਸ ਵੇਲੇ ਸਮੇਂ ਦੇ ਵਿੱਚ ਦਲਜੀਤ ਸਿੰਘ ਹੁਸ਼ਿਆਰਪੁਰ ਦਾ, ਉਹਦਾ ਪਿੰਡ ਟਾਹਲੀ ਆ, ਉਸ ਬੰਦੇ ਦੇ ਸਿਰ ਦੇ ਵਿੱਚ ਕੋਈ ਕਾਫੀ ਚਿਰ ਪਹਿਲਾਂ ਸੱਟ ਲੱਗੀ ਸੀ ਔਰ ਉਹਦਾ ਇਸ ਵੇਲੇ ਆਪਰੇਸ਼ਨ ਹੋਇਆ ਔਰ ਬਹੁਤ ਜ਼ਿਆਦਾ ਉਹ ਬੰਦਾ ਸੀਰੀਅਸ ਵਾ। ਉਹਦੀ ਮੈਂ ਬੇਨਤੀ ਕਰਨਾ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੂੰ ਕਿ ਉਸ ਬੰਦੇ ਦੀ ਤੁਰੰਤ ਸ਼ਨਾਖਤ ਕਰਕੇ ਉਹਦੀ ਸਹਾਇਤਾ ਦਿੱਤੀ ਜਾਏ। ਉਹਦਾ ਬਹੁਤ ਤਗੜਾ ਆਪਰੇਸ਼ਨ ਹੋਇਆ, ਉਹਨੂੰ ਕੁਝ ਵੀ ਨਹੀਂ ਮਿਲਦਾ। ਔਰ ਉਸ ਬੰਦੇ ਨੇ ਜੂਨ 84 ਦੇ ਵਿੱਚ ਗੋਲੀਆਂ ਲੱਗਣ ਦੇ ਨਾਲ ਉਹਦੀ ਲੱਤ ਕੱਟੀ ਗਈ ਆ ਔਰ ਉਹ ਆਪਣੀ ਜ਼ਿੰਦਗੀ ਜਿਹੜੀ ਲੱਕੜ ਦੀ ਲੱਤ ਦੇ ਨਾਲ ਬਤੀਤ ਕੀਤੀ ਆ। ਔਰ ਉਸ ਬੰਦੇ ਨੂੰ ਨਾ ਕੋਈ ਪੈਨਸ਼ਨ ਮਿਲਦੀ ਆ, ਨਾ ਕੋਈ ਉਹਨੂੰ ਸਹਾਇਤਾ ਮਿਲਦੀ ਆ। ਇੱਕ MMG ਗ੍ਰਾਂਟ ਮਿਲਦੀ ਆ, ਮੰਥਲੀ ਮੇਨਟੇਨੈਂਸ ਗ੍ਰਾਂਟ, ਜਿਹੜੀ ਪੰਜਾਬ ਸਰਕਾਰ ਦਿੰਦੀ ਆ। ਅੱਜ ਤੱਕ ਸਾਡੀ ਜਥੇਬੰਦੀ ਦੇ ਵਿੱਚ ਇਹੋ ਜਿਹੇ ਬੰਦੇ ਨੇ ਜਿਵੇਂ ਕਿ ਸਰਦਾਰ ਗੁਰਨਾਮ ਸਿੰਘ ਆਪਣੇ ਕੋਲ ਹਾਜ਼ਰ ਨੇ ਔਰ ਅਨੇਕਾਂ, ਜਿੱਦਾਂ ਦਲਜੀਤ ਸਿੰਘ ਦੀ ਗੱਲ ਕੀਤੀ ਆ, ਔਰ ਹੋਰ ਵੀ ਚੰਦ ਇੱਕ ਬੰਦੇ, ਚੰਦ ਨਹੀਂ ਕੁਝ ਬੰਦੇ ਐਸੇ ਨੇ ਜਿਹੜੇ ਬੰਦੇ ਅਜੇ ਤੱਕ ਸਰਕਾਰ ਦੇ ਨੋਟਿਸ ਦੇ ਵਿੱਚ ਨਹੀਂ ਗਏ। ਕੋਈ ਉਹਨਾਂ ਨੂੰ ਸਹੂਲਤ ਨਹੀਂ, ਕੋਈ ਆਰਮੀ ਦੀ ਸਹੂਲਤ ਨਹੀਂ, ਕੋਈ ਉਹਨਾਂ ਨੂੰ ਪੈਨਸ਼ਨ ਨਹੀਂ, ਕੋਈ ਕੁਛ ਨਹੀਂ। ਇਸ ਮਹਿੰਗਾਈ ਦੇ ਹਾਲਾਤ ਦੇ ਵਿੱਚ ਡੇਲੀ ਆਪਾਂ ਸਰਵਿਸਾਂ ਕਰਕੇ, ਡੇਲੀ ਆਪਾਂ ਖੇਤੀਬਾੜੀ ਕਰਕੇ, ਡੇਲੀ ਆਪਾਂ ਪ੍ਰੋਗਰਾਮ ਕਰਕੇ ਅਸੀਂ ਜਿੱਥੇ ਲੋਕਾਂ ਦਾ ਗੁਜ਼ਾਰਾ ਕਰਦੇ ਹਾਂ, ਅੱਜ ਉਹਨਾਂ ਦੇ ਉੱਤੇ ਵਿਚਾਰ ਕਰਨ ਦੀ ਲੋੜ ਆ ਕਿ ਇਹ ਲੋਕ ਜਿਹੜੇ ਨੇ ਆਪਣਾ ਜੀਵਨ ਕਿੱਦਾਂ ਬਤੀਤ ਕਰਦੇ ਨੇ। ਮੈਂ ਫਿਰ ਇੱਥੇ ਤੁਹਾਡੇ ਚੈਨਲ ਦੇ ਥਰੂ, ਡੇਲੀ ਪੋਸਟ ਦੇ ਥਰੂ ਕੈਪਟਨ ਅਮਰਿੰਦਰ ਸਿੰਘ ਨੂੰ ਹੱਥ ਜੋੜ ਕੇ ਅਪੀਲ ਕਰਦਾ। ਮੈਂ ਕਾਂਗਰਸ ਦੇ ਲੀਡਰਾਂ ਨੂੰ ਅਪੀਲ ਕਰਦਾ, ਮੈਂ ਇੱਥੇ ਪੂਰੀ ਰਾਜਨੀਤੀ ਨੂੰ ਅਪੀਲ ਕਰਦਾ ਕਿ ਤੁਸੀਂ ਰਾਜਨੀਤੀਆਂ ਤੋਂ ਉੱਤੇ ਉੱਠ ਕੇ ਸਾਰਾ ਕਰਕੇ ਬਲੂ ਸਟਾਰ ਦੇ ਜਿੰਨੇ ਵੀ ਦੁਖਿਆਰੇ ਨੇ, ਧਰਮੀ ਫੌਜੀ ਨੇ, ਇੱਕ ਵਾਰੀ ਇਹਨਾਂ ਦੀ ਸ਼ਨਾਖਤ ਜਿਹੜੀ ਕਰੋ। ਚਾਹੇ ਸ਼੍ਰੋਮਣੀ ਕਮੇਟੀ ਕਰੇ, ਚਾਹੇ ਸਰਕਾਰ ਕਰੇ, ਇਹਨਾਂ ਦੀ ਸ਼ਨਾਖਤ ਕਰਕੇ ਜਿਹੜੇ ਇਹੋ ਜਿਹੇ ਸਰਦਾਰ ਗੁਰਨਾਮ ਸਿੰਘ ਵਰਗੇ ਦੁਖਿਆਰੇ ਨੇ ਜਿਨ੍ਹਾਂ ਧਰਮ ਤੇ ਕੌਮ ਦੀ ਖਾਤਰ ਸਾਰੀਆਂ ਆਪਣੀਆਂ ਕੁਰਬਾਨੀ ਕਰਕੇ ਆਪਣਾ ਜ਼ਿੰਦਗੀਆਂ ਬਰਬਾਦ ਕਰਤੀਆਂ, ਅੱਜ ਇਹਨਾਂ ਦੇ ਨਿਆਣੇ ਜਿਹੜੇ ਨੇ ਕਹਿੰਦੇ ਨੇ ਤੁਸੀਂ ਦੱਸੋ ਕੀ ਕੀਤਾ, ਤੁਹਾਨੂੰ ਸਰਕਾਰਾਂ ਨੇ ਕੀ ਦਿੱਤਾ। ਸੋ ਸਾਡੇ ਨਾਲ ਇੱਥੇ ਕੁਲਦੀਪ ਸਿੰਘ ਹੋਣੀ ਹੈ। ਤੁਸੀਂ ਵੀ ਬਹੁਤ ਆਰਥਿਕ ਤੰਗੀ ਜਿਹੜੀ ਆ ਪਿੰਡੇ ਤੇ ਹੰਢਾ ਰਹੇ ਹੋ। ਹਾਲਾਂਕਿ ਉਹ ਵੇਲਾ ਤਾਂ ਉਹ ਸੀ ਕਿ ਅਸੀਂ ਗੁਰੂ ਪਾਤਸ਼ਾਹ ਦੇ ਲਈ ਆਏ ਸੀ ਛੱਡ ਕੇ, ਹੈ ਨਾ, ਕਿ ਸਾਡੇ ਬਹੁਤ ਵੱਡੇ ਜਿਹੜੇ ਧਰਮ ਦੇ ਉੱਪਰ ਜਿਹੜਾ ਹਮਲਾ ਹੋਇਆ। ਸੋ ਉਹ ਦਰਦ ਤਾਂ ਅੱਜ ਵੀ ਸਾਡੇ ਅੱਲੇ ਨੇ, ਹਮੇਸ਼ਾ ਅੱਲੇ ਰਹਿਣਗੇ ਵੀ, ਕਿਉਂਕਿ ਉਹ ਪੀੜ ਕਦੇ ਜਿਹੜੀ ਦਿਲ ਚੋਂ ਭੁਲਾਈ ਨਹੀਂ ਜਾ ਸਕਦੀ। ਸੋ ਸਭ ਨੇ ਦੱਸ ਦਿੱਤਾ ਹੈ ਕਿ ਕਿਸ ਤਰ੍ਹਾਂ ਬੈਰਕਾਂ ਛੱਡੀਆਂ ਗਈਆਂ, ਕੀ ਕੁਝ ਹੋਇਆ, ਕਿੰਨਾ ਤਸ਼ੱਦਦ ਜਿਹੜਾ ਸੀ ਰਸਤੇ ਸਹਿੰਦੇ ਤੁਸੀਂ ਦਰਬਾਰ ਸਾਹਿਬ ਪਹੁੰਚੇ ਹੋ। ਤੇ ਹੁਣ ਜਿਹੜੇ ਹਾਲਾਤ ਨੇ, ਹੁਣ ਦੇ ਕੀ ਹਾਲਾਤ ਨੇ ਤੁਹਾਡੇ? ਦੇ ਹਾਲਾਤ ਵੀ ਮੇਰੇ ਇਹ ਆ ਵੀ ਨਾ ਤਾਂ ਹੁਣ ਜੇ ਪਿੰਡ ਦੇ ਵਿੱਚੋਂ ਮੈਂ ਇਕੱਲਾ ਹੀ ਇੱਕ ਧਰਮੀ ਫੌਜੀ, ਜੇ ਕਿਸੇ ਬੱਚੇ ਨੂੰ ਜਾਂ ਕਿਸੇ ਸਿਆਣੇ ਨੂੰ ਪੁੱਛ ਲਓ ਵੀ ਧਰਮੀ ਫੌਜੀ ਕਾਹਤੋਂ ਕਹਿੰਦੇ ਆ, ਉਹਨਾਂ ਨੂੰ ਇਸ ਬਾਰੇ ਕੋਈ ਕਿਸੇ ਨੂੰ ਜਾਣਕਾਰੀ ਨਹੀਂ। ਤੇ ਸਾਡੀ ਇਸ ਸਮੇਂ ਜੋ ਹਾਲਾਤ ਆ ਬਹੁਤ ਮੌਜੂਦਾ ਬੜੇ ਖਰਾਬ ਚੱਲ ਰਹੇ ਆ ਜੀ। 3 ਬੱਚੇ ਆ, ਇੱਕ ਲੜਕੀ ਦਾ ਵਿਆਹ ਹੋਇਆ, 2 ਬੱਚੇ ਆ, ਪੜ੍ਹਦੇ ਆ ਉਹ, ਤੇ ਘਰ ਦੀ ਹਾਲਾਤ ਬਹੁਤ ਮਾੜੇ ਚੱਲ ਰਹੇ ਆ ਜੀ। ਤੇ ਨਾ ਕੋਈ ਸਾਨੂੰ ਸਰਕਾਰ ਵੱਲੋਂ ਕੋਈ ਪੈਨਸ਼ਨ ਨਹੀਂ ਹੈ, ਤੇ ਨਾ ਹਾਂਜੀ ਨਾ ਕੋਈ ਸਰਕਾਰ ਵੱਲੋਂ ਪੈਨਸ਼ਨ ਮਿਲਦੀ ਆ, ਨਾ ਕੋਈ ਭੱਤਾ ਮਿਲਿਆ, ਨਾ ਹੀ ਸਾਡਾ ਕਿਸੇ ਲਿਸਟ 'ਚ ਨਾਂ ਆ ਰਿਹਾ। ਤੇ ਇਸ ਕਰਕੇ ਅਸੀਂ ਵੀ ਬੇਨਤੀ ਕਰਦੇ ਹਾਂ ਵੀ ਅਸੀਂ ਸਿਰਫ ਧਰਮ ਦੀ ਖਾਤਰ ਹੀ ਆਪਣਾ ਬੈਰਕਾਂ ਛੱਡੀਆਂ ਸੀ, ਨਾ ਕਿ ਸਾਡਾ ਕਿਸੇ ਨਾਲ ਕੋਈ ਹੋਰ ਦੁਸ਼ਮਣੀ ਦਾ ਕੰਮ ਸੀ, ਨਾ ਕਿਸੇ ਨੂੰ ਅਸੀਂ ਦੁੱਖ ਪਹੁੰਚਾਇਆ।
ਤੇ ਇਸ ਕਰਕੇ ਬੇਨਤੀ ਹੈ ਵੀ ਸਾਡੇ ਸਿਰਫ ਸਾਡੇ ਹਾਲਤ ਤੇ ਜਾਇਜ਼ਾ ਲੈਂਦੇ ਹੋਏ ਸਾਡੀ ਮਦਦ ਕੀਤੀ ਜਾਵੇ। ਜੋਗਾ ਸਿੰਘ ਜੀ, ਤੁਹਾਨੂੰ ਸਵਾਲ ਕਰ ਲੈਂਦੇ ਕਿ ਤੁਸੀਂ ਵੀ ਇਸੇ ਤਰ੍ਹਾਂ ਹੀ ਉਸੇ ਪਲਟਨ ਦੇ ਨਾਲ ਮੌਜੂਦ ਸੀ, ਇਸ ਤਰ੍ਹਾਂ ਹੀ ਦਰਬਾਰ ਸਾਹਿਬ ਪਹੁੰਚਦੇ ਹੋ, ਸੋ ਰਸਤੇ ਦੇ ਹਾਲਾਤ ਤਾਂ ਸਭ ਦੇ ਸੇਮ ਰਹੇ ਹਨਾ। ਜਿਸ ਤਰ੍ਹਾਂ ਸਭ ਨੇ ਕੱਲ ਕੋਠੜੀਆਂ 'ਚ ਵੀ ਸਮਾਂ ਬਿਤਾਇਆ, ਬਹੁਤ ਨਰਕ ਦੀ ਜਿਹੀ ਜ਼ਿੰਦਗੀ ਸਾਰੇ ਉੱਥੇ ਜਿਉਂ ਕੇ ਆਏ ਹਨਾ। ਫਿਰ ਜਦੋਂ ਤੁਸੀਂ ਦਰਬਾਰ ਸਾਹਿਬ ਆ ਕੇ ਮੱਥਾ ਟੇਕਦੇ ਹੋ ਤਾਂ ਉਸ ਵੇਲੇ ਕੀ ਹਾਲਤ ਸੀ ਦਰਬਾਰ ਸਾਹਿਬ ਦਾ, ਕੀ ਹਾਲਤ ਕੀ ਸੀ ਉਸ ਟਾਈਮ ਤੇ? ਦੇਖੋ ਜੀ, ਨੌ ਸਿੱਖ ਜਦੋਂ ਸਾਡੀ ਜਾ ਰਹੀ 2 ਗੱਡੀਆਂ ਅੱਗੇ ਰੋਡ ਬਲਾਕ ਕਰ ਦਿੱਤਾ। ਰੋਡ ਬਲਾਕ ਆ ਕੇ ਇੱਕਦਮ ਫਾਇਰ ਖੋਲ੍ਹਤਾ। ਇੱਕ ਗੱਡੀ ਸ਼ਕਤੀਮਾਨ ਸੀ, ਉਹ ਵੀ ਮੇਰੇ ਪਿੰਡ ਦਾ ਲੜਕਾ ਸੀ, ਉਹਦੇ ਵੀ ਗੋਲੀ ਲੱਗੀ। ਕੇਰ ਸਿੰਘ ਦੂਹਰੇ, ਮੈਂ ਵੀ, ਮੇਰੇ ਜਵਾਨ ਵੀ 11 ਆਦਮੀ ਉਹ ਵੰਟਨ ਦੇ ਵਿੱਚ ਜਿਹੜੇ ਸ਼ਹੀਦ ਹੋ ਗਏ। ਇੱਕ ਤੇ ਰਾਜੂ ਮੁੰਡਾ ਸੀ, ਉਹ ਵੀ ਮੇਰੀ ਪਲਾਟੂਨ ਦਾ ਸੀ, ਉਹ ਜਦੋਂ ਉਹਦੇ ਸਿਰ 'ਚ ਲੱਗੀ ਗੋਲੀ, ਉਹ ਮੇਰੇ ਮੋਢੇ ਕੰਧੇ ਤੇ ਉਹਦਾ ਸਿਰ ਛੁੱਟਿਆ ਗਿਆ, ਉਹਦਾ ਖੂਨ ਸਾਰਾ ਮੇਰੇ ਉੱਪਰ। ਇੱਕ ਮੇਰੇ ਖੱਬੇ ਪਾਸੇ ਲੜਕਾ ਬੈਠਾ ਸੀ, ਨਾਂ ਤਾਂ ਉਹਦਾ ਮੈਂ ਜਾਣਦਾ ਨਹੀਂ, ਹਨੇਰੇ ਵਿੱਚ ਪਤਾ ਨਹੀਂ ਲੱਗਾ। ਉਹਦਾ ਵੀ ਪੇਟ ਦੇ ਵਿੱਚੋਂ ਜਿੰਨੀਆਂ ਨਾੜਾਂ ਨੂੜਾਂ ਬਾਹਰ ਆ ਗਈਆਂ। ਉਹਦੀ ਮੈਂ ਪਗੜੀ ਉਤਾਰ ਕੇ ਉਹੀ ਉੱਤੋਂ ਪੋਜੀਸ਼ਨ ਗੋਲੀ ਚੱਲਣ ਡਈ, ਪੋਜੀਸ਼ਨ ਦੇ ਅੰਦਰ ਹੀ ਆਪਣੀ ਗਰਦਨ ਨੀਚੇ ਕਰਕੇ ਉਹਦਾ ਮੈਂ ਸਭ ਕੁਝ ਪੇਟ ਵਲੇਟਿਆ ਤੇ ਮੇਰੇ ਵੀ ਪਤਾ ਨਹੀਂ ਲੱਗਾ। ਮੇਰੇ ਵੀ ਇੱਕ ਸਿਰ ਦੇ ਉੱਤੇ ਗੋਲੀ ਉੱਪਰ ਜੇ ਜੂੜੇ ਦੇ ਵਿੱਚੋਂ ਹੀ ਨਿਕਲ ਗਈ। ਮੁੜ ਕੇ ਇੱਕ ਲੱਕ ਦੇ ਵਿੱਚ ਵੀ ਵੰਟਾਂ ਦੀ ਮਗਰੋਂ ਗੋਲੀਆਂ ਨਾਲ, ਜਿਹੜਾ ਵੰਟਾਂ ਦੇ ਵਿੱਚ ਬਿਲਕੁਲ ਮੋਰੀਆਂ ਹੋ ਗਈਆਂ, ਉਹਦੀ ਸਲੰਗ ਮੇਰੇ ਲੱਕ ਵਿੱਚ ਲੱਗੀ। ਉਹ ਵੀ ਸਾਲ ਬਾਅਦ ਮੈਂ ਕਢਾਈ ਜਾ ਕੇ ਦੂਸਰੀ। ਸਾਨੂੰ ਫਿਰ ਉਦੋਂ ਕਿ ਅਰੈਸਟ ਕਰਕੇ ਸਾਨੂੰ ਫਿਰ ਉਹਨਾਂ ਅਰੈਸਟ ਕਰ ਲਿਆ। ਅਰੈਸਟ ਕਰਨ ਤੋਂ ਸਾਨੂੰ ਫਿਰ ਉਹਨਾਂ ਨੇ ਸਜ਼ਾ ਦਿੱਤੀਆਂ। ਉੱਥੋਂ ਹੈਦਰਾਬਾਦ ਲੈ ਗਏ। ਹੈਦਰਾਬਾਦ ਤੋਂ ਫਿਰ ਸਾਡੀਆਂ ਪੋਸਟਾਂ ਆਈਆਂ, ਯੂਨਿਟਾਂ 'ਚ ਸਾਨੂੰ ਭੇਜ ਦਿੱਤਾ। ਉੱਥੇ ਵੀ ਯੂਨਿਟਾਂ ਵਿੱਚ ਜਦੋਂ ਗਏ ਸਾਨੂੰ ਦੂਜੀ ਨਜ਼ਰ ਨਾਲ ਹੀ ਵਹਿੰਦੇ ਰਹੇ। ਜੋ ਨਮਸਟ ਕਰਕੇ ਸਾਨੂੰ ਦੂਜੀਆਂ ਯੂਨਿਟਾਂ 'ਚ ਭੇਜਿਆ ਤੇ ਸਾਡੀ 6 ਮਹੀਨੇ ਸਾਡੀ ਨਿਗਰਾਨੀ ਰੱਖੀ ਉਹਨਾਂ ਵੀ। ਬਿਲਕੁਲ ਕਿਹੋ ਬੰਦੇ ਕਿੱਥੇ ਜਾਂਦੇ ਆ, ਸਾਨੂੰ ਨਾ ਸਾਡੀ ਡਿਊਟੀ ਲਗਾਈ ਗਈ। ਫਿਰ ਉਸ ਤੋਂ ਬਾਅਦ ਆਸਤਾ ਫਿਰ ਸਾਡੇ ਉੱਤੇ ਸਿੱਖ ਕਮਾਂਡਰ ਆ ਗਏ। ਉਹਨਾਂ ਨਾਲ ਥੋੜ੍ਹਾ ਭਰੋਸਾ ਹੋਇਆ ਵੀ ਫਿਰ ਸਾਨੂੰ ਡਿਊਟੀ ਦੇ ਦੌਰਾਨ ਸਾਡੀ ਗਾੜੀ ਨੌਕਰੀਆਂ ਕਰਾਈਆਂ ਸਾਡੇ ਕੋਲ। ਅਤੇ ਉਹ ਨੌਕਰੀ ਕਰਕੇ ਮੈਂ ਫਿਰ ਪਿਲਸਣ ਆਇਆ। ਆ ਕੇ ਫਿਰ ਸ਼੍ਰੋਮਣੀ ਕਮੇਟੀ 'ਚ ਵੀ ਡਿਊਟੀ ਕੀਤੀ ਆ। ਚਲੋ ਉਹਦੇ ਆਧਾਰ ਦੇ ਜਿਸ ਆਧਾਰ ਨਾਲ ਆਪਾਂ ਧਰਮ ਦੇ ਵਾਸਤੇ ਹੀ ਦਰਬਾਰ ਸਾਹਿਬ ਵਾਸਤੇ ਚੱਲੇ ਹਾਂ ਅਤੇ ਉਸ ਆਧਾਰ ਦੇ ਵਿੱਚ ਹੀ ਸਾਨੂੰ ਸ਼੍ਰੋਮਣੀ ਕਮੇਟੀ 'ਚ ਡਿਊਟੀ ਮਿਲੀ। ਉਹ ਮੈਂ ਨੌਕਰੀ ਕਰਕੇ ਅਤੇ ਹੁਣ ਰਿਟਾਇਰ ਹੋਇਆ ਹਾਂ। ਅਤੇ ਇਸ ਕਰਕੇ ਸਾਡੀ ਜਦੋਂ ਸਾਨੂੰ ਅਸੀਂ 2 ਲੜਕੇ, ਮੈਂ ਤਾਂ ਕੇਰ ਸਿੰਘ, ਜੋਗਾ ਸਿੰਘ, ਸਾਨੂੰ ਪਿੰਡ ਦਿਆਂ ਨੂੰ ਪਤਾ ਨਹੀਂ ਵੀ ਇਹ ਧਰਮੀ ਫੌਜੀ ਆ ਕੌਣ, ਕੀ ਸਾਡੇ ਬੱਚਿਆਂ ਨੂੰ ਨਹੀਂ ਪਤਾ ਕੀ ਤੁਹਾਡਾ ਵੀ ਆਕਰਾ ਵਗਿਆ। ਅਤੇ ਜੋ ਅਸੀਂ ਉਸ ਟਾਈਮ ਇੰਨਾ ਦੁੱਖ ਦੇਖਿਆ ਕਿ ਮੇਰੇ ਨਾਲ ਜਿਹੜੇ 11 ਆਦਮੀ ਇੱਕ ਹੀ ਗੱਡੀ ਦੇ ਵਿੱਚ ਜਦੋਂ ਫਾਇਰ ਉੱਤੋਂ ਦੀ ਚੱਲਣ ਡਿਆ ਸੀ ਕਿ ਇੰਨਾ ਮਤਲਬ ਉਹ ਅਜੇ ਤੱਕ ਵੀ ਸਾਨੂੰ ਉਹ ਦਿਨ ਜਦੋਂ ਟਾਈਮ ਆਉਂਦਾ ਵੇਖੀਦਾ ਤਾਂ ਲੋਈ ਕੰਡੇ ਸਾਡੇ ਹੁੰਦੇ ਆ। ਬਿਲਕੁਲ ਸਾਨੂੰ ਮਤਲਬ ਇਹੋ ਜਿਹਾ ਹੁੰਦਾ ਵੀ ਜਿਹੜੇ ਜਵਾਨ ਜੋ ਉਸ ਟਾਈਮ ਸ਼ਹੀਦ ਹੋ ਗਏ ਉਹਨਾਂ ਦੀ ਵੀ ਕੋਈ ਵੀ ਸੁਣਾਈ ਅੱਜ ਤੱਕ ਨਹੀਂ ਗੌਰਮੈਂਟ ਨੇ ਕੀਤੀ, ਨਾ ਸ਼੍ਰੋਮਣੀ ਕਮੇਟੀ ਨੇ ਕੀਤੀ ਕੋਈ। ਇਸ ਕਰਕੇ ਇਹਨਾਂ ਤੁਹਾਡੇ ਚੈਨਲ ਦਾ ਧੰਨਵਾਦ ਹੈ ਅਤੇ ਸਾਡੀ ਜਿਹੜੀ ਆਵਾਜ਼ ਸਾਡੇ ਫੌਜੀਆਂ ਦੀ, ਧਰਮੀ ਫੌਜੀਆਂ ਦੀ ਜਿਹੜੀ ਆ ਸਭ ਤੱਕ ਪਹੁੰਚਾਈ ਜਾਵੇ। ਇਸ ਕਰਕੇ ਆਪ ਦਾ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਸਾਡੇ ਨਾਲ ਸ਼ਿੰਗਾਰਾ ਸਿੰਘ ਹੁਣੀ ਮੌਜੂਦ ਨੇ। ਇਹ ਉਹ ਫੌਜੀ ਵੀਰ ਨੇ ਜਿਨ੍ਹਾਂ ਨੇ ਆਪਣੀ ਇੱਕ ਅੱਖ ਸਦਾ ਲਈ ਗਵਾ ਲਈ ਹੈ। ਸੋ ਇਹ ਅੱਖ ਕਿਸ ਤਰ੍ਹਾਂ ਤੁਹਾਡੀ ਚਲੀ ਗਈ ਸੀਗੀ? ਇਸ ਤਰ੍ਹਾਂ ਜੀ, ਜਿੱਦਾਂ ਜੂਨ 1984 ਅਸੀਂ ਬੈਰਕਾਂ ਛੱਡੀਆਂ, ਅਸੀਂ ਫਿਰ ਹਰਿਮੰਦਰ ਸਾਹਿਬ ਨੂੰ ਚੱਲ ਪਏ। ਜਿੱਦਾਂ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ, ਅਕਾਲ ਤਖ਼ਤ ਨੂੰ ਢਾਹ ਦਿੱਤਾ ਗਿਆ। ਉਹਦੇ ਬਾਅਦ ਗੁਰੂ ਦੇ ਸਰੂਪ ਨੂੰ ਛਾਣਨੀ ਕਰ ਦਿੱਤਾ ਗਿਆ। ਤਾਂ ਫਿਰ ਅਸੀਂ ਰਸਤੇ 'ਚ ਜਿੱਦਾਂ ਜਾ ਰਹੇ ਸੀ, ਸਾਡੇ ਮੋਹਰੇ ਫਿਰ ਮੇਨ ਕਾਰਵਾਈ ਸਾਡੀ ਜੋ ਲੰਘੀ ਬਾਹਰ, ਜਿੱਦਾਂ ਮੇਨ ਹੁੰਦੀਆਂ ਨਾ ਗੱਡੀਆਂ ਸਾਰੀਆਂ ਲੰਘ ਗਈਆਂ ਸੀ ਅਤੇ 2 ਗੱਡੀਆਂ ਰਹਿ ਗਈਆਂ ਸੀ। ਉਹ ਫਿਰ ਮਿਲਟਰੀ ਰੂਲ ਸਾਡੇ 'ਤੇ ਟਿਕ ਕਰ ਦਿੱਤਾ। ਉਹ ਫਿਰ ਸਾਡੇ 13 ਬੰਦੇ ਤਾਂ ਥੈਂ ਹੀ ਮਰ ਗਏ ਸੀ। ਫਿਰ ਅਸੀਂ ਗੱਡੀਆਂ ਜਿੰਨੇ ਵੀ 15-20 ਬਚੇ ਆ, ਕਿਸੇ ਦੇ ਬਾਂਹ 'ਤੇ ਲੱਗੀ, ਕਿਸੇ ਨੇ ਮੇਰੀ ਅੱਖ 'ਤੇ ਲੱਗੀ ਸੀ, ਮੇਰੀ ਅੱਖ ਚਲੀ ਗਈ ਸੀ। ਉਦੋਂ ਜਦੋਂ ਤੁਹਾਡੇ ਲੱਗੀ ਸੀ ਅੱਖ 'ਤੇ ਸੱਟ, ਫਿਰ ਉਹ ਦਰਦ ਤਾਂ ਬਥੇਰਾ ਹੋਇਆ ਹੋਊਗਾ ਉਦੋਂ? ਦੂਸਰੀ ਅੱਖ ਦੀ ਵੀ ਚਲੀ ਗਈ ਸੀ। ਬਾਅਦ 'ਚ ਫਿਰ ਸੱਟ ਜਿੱਦਾਂ ਮਿਲਟਰੀ ਹਸਪੀਟਲ ਸੈੱਟ ਕੀਤੀ। ਅੱਛਾ, ਦੋਨਾਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ? ਜਾਂਦੀ ਹੁੰਦੀ ਹੈ ਇੱਕਦਮ 'ਚ, ਜਿੱਦਾਂ ਇੱਕ 'ਤੇ ਵੱਜਦੀ ਦੂਸਰੇ ਦੇ ਵੀ ਚਲੀ ਜਾਂਦੀ ਹੈ। ਫਿਰ ਡਾਕਟਰ ਨੇ ਦੁਬਾਰਾ, ਮੈਂ 1.5 ਮਹੀਨਾ ਐਡਮਿਟ ਰਿਹਾ ਸੀ। ਫਿਰ ਉਹਨਾਂ ਨੇ ਸੈੱਟ ਕੀਤੀ ਅਤੇ ਇੱਕ ਅੱਖ ਬਾਹਰ ਕੱਢਤੀ ਸੀ। ਉਹ ਕਹਿੰਦੇ ਨੇ ਦੂਜੀ ਅੱਖ ਵੀ ਖਰਾਬ ਹੋ ਜਾਣੀ, ਵੀ ਜ਼ਹਿਰ ਫੈਲ ਜਾਏਗਾ ਇਹਦੇ ਅੰਦਰ। ਅਤੇ ਫਿਰ ਮੈਂ ਕਿਹਾ ਕੱਢ ਦਿਓ। ਫਿਰ ਦਸਤਖਤ ਕਰਾਉਂਦੇ ਨੇ ਵੀ ਕੱਢ ਦਈਏ, ਮੈਂ ਕਿਹਾ ਕੱਢ ਦਿਓ ਜੀ। ਵੀ ਇੱਕ ਤਾਂ ਬਚੀ ਰਹੇਗੀ, ਵੀ ਪ੍ਰਮਾਤਮਾ ਦੀ ਮੇਰੇ ਅੱਜ ਤੱਕ ਹੈਗੇ ਬਚੇ ਹੋਏ। ਸੋ ਇਹ ਅੱਖ ਤੁਹਾਡੀ ਡੁਪਲੀਕੇਟ ਹੈ? ਮੇਰੀ ਇੱਕ ਅੱਖ ਡੁਪਲੀਕੇਟ।
ਸੋ ਇਹ ਹਾਲਾਤ ਨੇ। ਹਾਲਾਂਕਿ ਗੁਰੂ ਪਾਤਸ਼ਾਹ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਥੋਂ ਇਹ ਤੁਰੇ ਸੀ, ਪਤਾ ਨਹੀਂ ਸੀ ਰਸਤੇ 'ਚ ਕੀ ਹੋਣਾ, ਕਿਸੇ ਨੇ ਜਾਣਾ ਵੀ ਹੈ ਨਹੀਂ ਜਾਣਾ, ਕਿਸੇ ਨੇ ਕਿਸ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ ਪਹੁੰਚਣਾ ਹੈ। ਸੋ ਇਹ ਧਰਮ ਦੀ ਖਾਤਰ ਜਿਹੜੇ ਆ ਧਰਮ ਦੇ ਰਾਖੇ ਨੇ। ਸੋ ਇਹਨਾਂ ਨੂੰ ਨਾਮ ਕੀ ਦਿੱਤਾ ਗਿਆ, ਕੀ ਕਹਿੰਦੇ ਨੇ, ਗਦਾਰ ਨੇ, ਭਗੌੜੇ ਨੇ, ਬਗਾਵਤੀ ਕਰਦੇ ਨੇ, ਅੱਤਵਾਦੀ ਨੇ, ਵੱਖਵਾਦੀ ਨੇ, ਖੌਰੇ ਕੀ ਨਾਮ ਦਿੱਤਾ ਜਾਂਦਾ ਇਹਨਾਂ ਨੂੰ। ਸੋ ਅੱਜ ਵੀ ਬਲਦੇਵ ਸਿੰਘ ਹੋਣੀ ਇਹਨਾਂ ਦੇ ਹੱਕਾਂ ਲਈ ਲੜਦੇ ਆ ਰਹੇ ਨੇ। ਇਹੀ ਕਿਹਾ ਜਾਂਦਾ ਹੈ ਕਿ ਜਿੰਨੇ ਵੀ ਇੱਥੇ ਉਹ ਸਭ ਫੌਜੀ ਸਨ, ਧਰਮੀ ਫੌਜੀ ਸਨ, ਉਹਨਾਂ ਧਰਮੀ ਫੌਜੀਆਂ ਦਾ ਨਾਮ ਫਿਰ ਤੋਂ ਸੁਨਹਿਰੀ ਅੱਖਰਾਂ 'ਚ ਜੋੜਿਆ ਜਾਵੇ ਜਿਹੜੇ ਸ਼੍ਰੀ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਸੀ। ਉਸ ਵੇਲੇ ਆਪਣੀਆਂ ਬੈਰਕਾਂ, ਆਪਣੀਆਂ ਨੌਕਰੀਆਂ ਨੂੰ ਜਿਹੜਾ ਠੇਡਾ ਮਾਰ ਕੇ ਆ ਗਏ ਸੀ। ਸੋ ਉਹਨਾਂ ਦੇ ਲਈ, ਉਹਨਾਂ ਦੇ ਹੱਕਾਂ ਲਈ ਅੱਜ ਵੀ ਆਵਾਜ਼ ਚੁੱਕਦੇ ਨੇ। ਕੋਈ ਨਿੱਜੀ ਉਹਨਾਂ ਦਾ ਇਹ ਨਹੀਂ ਹੈ, ਕੋਈ ਫਾਇਦਾ ਨਹੀਂ, ਕੋਈ ਮੁਨਾਫਾ ਨਹੀਂ। ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਸਾਨੂੰ ਕੁਝ ਮਿਲੇ, ਸਿਰਫ ਉਹਨਾਂ ਨੇ ਹੁੰਦਾ ਕਿ ਇਹ ਜਿਹੜੇ ਧਰਮੀ ਫੌਜੀ ਨੇ ਇਹਨਾਂ ਦਾ ਨਾਮ ਹੈ ਉਹ ਵੀ ਇਤਿਹਾਸ ਵਿੱਚ ਦਰਜ ਹੋਵੇ, ਸਿਲੇਬਸ ਹੋਵੇ। ਉਹ ਧਰਮੀ ਫੌਜੀ ਕੌਣ ਸੀ, ਕਿਸ ਤਰ੍ਹਾਂ ਉੱਥੋਂ ਨਿਕਲਦੇ ਆ, ਕਿੰਨੇ ਤਸ਼ੱਦਦ ਉਹਨਾਂ ਨੇ ਸਹਿ, ਕਿਸ ਤਰ੍ਹਾਂ ਦਰਬਾਰ ਸਾਹਿਬ ਪਹੁੰਚਦੇ ਨੇ, ਮੱਥਾ ਟੇਕਦੇ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ, ਅੱਜ ਦੇ ਬੱਚਿਆਂ ਨੂੰ ਜਾਣਕਾਰੀ ਹੋਣੀ ਜਿਹੜੀ ਇਹਦੇ ਲਈ ਬਹੁਤ ਜ਼ਰੂਰੀ ਹੈ। ਸੋ ਅਸੀਂ ਹੁਣ ਇੱਥੇ ਇੰਟਰਵਿਊ ਦੀ ਸਮਾਪਤੀ ਵੀ ਕਰਾਂਗੇ। ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ? ਮੈਂ ਤੁਹਾਡੇ ਚੈਨਲ ਦਾ ਸਤਿਕਾਰ ਵੀ ਕਰਦਾ ਔਰ ਤੁਹਾਡੇ ਚੈਨਲ ਦੇ ਥਰੂ ਮੈਂ ਮੰਗ ਵੀ ਕਰਦਾ। ਸਭ ਤੋਂ ਪਹਿਲਾਂ ਸਮਾਜ ਦੇ ਵਿੱਚ ਹਰ ਇੱਕ ਬੰਦੇ ਨੇ ਵੇਖਿਆ ਵੀ ਆ ਔਰ ਇਹ ਹੁੰਦਾ ਵੀ ਆ ਕਿ ਜਦੋਂ ਜੂਨ ਮਹੀਨਾ ਆ ਜਾਂਦਾ ਸਾਰੀਆਂ ਪਾਰਟੀਆਂ ਸਰਗਰਮ ਹੋ ਜਾਂਦੀਆਂ ਨੇ। ਸਾਰੀਆਂ ਪਾਰਟੀਆਂ ਪਲੇਨਾਂ ਬਣਾ ਕੇ ਅੰਮ੍ਰਿਤਸਰ ਦੇ ਵਿੱਚ ਉਹ ਕੋਈ ਨਾ ਕੋਈ ਆਪਣਾ ਰੋਸ ਪ੍ਰਗਟ ਕਰਦੇ ਨੇ। ਔਰ ਉੱਥੇ ਮੈਂ ਸਾਰੇ ਸਿੱਖ ਕੌਮ ਨੂੰ ਔਰ ਜਿਹੜੀਆਂ ਇਹ 15 ਦਿਨ ਉੱਥੇ ਹਮਲੇ ਕਰਦੇ ਨੇ ਜਾਂ ਆਪਣੇ ਕੋਈ ਪਲੇਨ ਆਪਣੇ ਰੋਸ ਪ੍ਰਗਟ ਕਰਦੇ ਨੇ, ਇਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਿਹੜਾ 6 ਜੂਨ ਵਾ ਇਹਨੂੰ ਇੱਕ ਧਾਰਮਿਕ ਤੌਰ ਤੇ ਮਨਾਇਆ ਜਾਏ। ਇੱਕ ਕੁਰਬਾਨੀ ਔਰ ਜੋ ਸਿੱਖ ਕੌਮ ਦੇ ਉੱਤੇ ਧੱਕਾ ਹੋਇਆ ਵਾ ਉਹਦੇ ਕਰਕੇ ਧਾਰਮਿਕ ਤੌਰ ਤੇ ਮਨਾਇਆ ਜਾਏ। ਔਰ 11.5 ਮਹੀਨੇ ਜਿਹੜੇ ਨੇ ਇਸ ਜੂਨ 1984 ਦਾ ਜਿਹੜਾ ਹਮਲਾ ਹੋ ਕੇ ਸ੍ਰੀ ਅਕਾਲ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਜਿਹੜੀ ਨਿਰਦੋਸ਼ ਸੰਗਤ ਮਾਰੀ ਗਈ ਆ ਔਰ ਜੋ ਧਰਮੀ ਫੌਜੀਆਂ ਦਾ ਨੁਕਸਾਨ ਹੋਇਆ, ਇਹਦੇ ਬਾਰੇ ਜਿਹੜੀਆਂ ਨੇ ਸਰਕਾਰਾਂ ਦੇ ਤੋਂ ਕੋਈ ਮੰਗਾਂ ਕੀਤੀਆਂ ਜਾਣ। ਕਿ ਉਹ ਜਿਸ ਸਰਕਾਰ ਨੇ ਸਾਡਾ ਅਕਾਲ ਤਖਤ ਸਾਹਿਬ ਢਾਹ ਕੇ ਢਹਿ ਢੇਰੀ ਕਰ ਦਿੱਤਾ, ਜਿਹਨੇ ਨਿਰਦੋਸ਼ੀ ਸੰਗਤ ਮਾਰੀ, ਅਨੇਕਾਂ ਸਿੱਖ ਮਾਰੇ, ਅੱਜ ਉਹਦੇ ਲਈ ਕਿਉਂ ਨਹੀਂ ਕੋਈ ਰੋਸ ਪ੍ਰਗਟ? ਮੈਂ ਤਾਂ ਹੈਰਾਨ ਆ ਇਹਨਾਂ ਲੋਕਾਂ ਦੇ ਉੱਤੇ, ਮੈਂ ਰਾਜਨੀਤਿਕਾਂ ਦੇ ਵੀ ਹੈਰਾਨ ਆ। ਅੱਜ ਇੱਕ ਸ਼ਰਾਬ ਦੇ ਨਾਲ ਬੰਦੇ ਮਰ ਰਹੇ ਨੇ, ਉਹਦੇ ਵਾਸਤੇ ਪੂਰੀਆਂ ਪਾਰਟੀਆਂ ਸੜਕਾਂ ਦੇ ਉੱਤੇ ਨਿਕਲ ਆਈਆਂ ਨੇ। ਕਿ ਜਦੋਂ ਇੱਕ ਸਿੱਖ ਕੌਮ ਦਾ ਅਕਾਲ ਤਖਤ ਸਾਹਿਬ ਢਹਿ ਢੇਰੀ ਹੋ ਗਿਆ, ਸਿੱਖ ਕੌਮ ਨੂੰ, ਨਿਰਦੋਸ਼ੀ ਨੂੰ, ਸੰਗਤ ਨੂੰ ਮਾਰਿਆ ਜਾ ਰਿਹਾ ਤੇ ਉਹਨਾਂ ਦੇ ਵਾਸਤੇ ਕੋਈ ਨਹੀਂ। ਫਿਰ ਮੈਂ ਇੱਥੇ ਦੂਜੀ ਹੈਰਾਨਗੀ ਇਹ ਵੀ ਪ੍ਰਗਟ ਕਰਦਾ ਕਿ ਸ਼ਰਾਬ ਨਾਲ ਮਾਰੇ ਗਿਆ ਨੂੰ ਸਹੂਲਤਾਂ 2-2 ਲੱਖ ਰੁਪਈਆ ਦੇ ਰਹੀ ਸਰਕਾਰ। ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਕਹਿੰਦੀਆਂ ਇਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿਓ, ਕੋਈ ਕਹਿੰਦੇ ਨੇ ਇਹਨਾਂ ਨੂੰ ਆਹ ਦਿਓ। ਉਹਨਾਂ ਦੇ ਘਰਾਂ 'ਚ ਲੀਡਰ ਜਾ ਕੇ ਦਰੀਆਂ ਵਿਛਾ ਕੇ ਬਹਿਣ ਡੇ ਨੇ, ਉਹਨਾਂ ਦੀ ਆਪਣੇ ਉਹਨਾਂ ਦਾ ਦੁੱਖ ਸਾਂਝਾ ਕਰ ਰਹੇ ਨੇ। ਔਰ ਮੈਂ ਇੱਥੇ ਇਹ ਗੱਲ ਕਰਨੀ ਚਾਹੁੰਦਾ, ਕਿਸੇ ਰਾਜਨੀਤਿਕ ਨੇ 36 ਸਾਲਾਂ 'ਚ ਅਕਾਲ ਤਖਤ ਦੇ ਅੱਗੇ ਜਾ ਕੇ ਗੱਲ ਕੀਤੀ ਆ ਵੀ ਆਹ ਜਿਹੜਾ ਅਕਾਲ ਤਖਤ ਢਹਿ ਢੇਰੀ ਕਿਉਂ ਹੋਇਆ? ਕਿਸੇ ਨੇ ਇਹ ਗੱਲ ਕਹੀ ਕਿ ਸੰਗਤ ਮੱਥਾ ਟੇਕਣਾ ਇਹ ਕਿਉਂ ਮਾਰੀ ਗਈ ਆ? ਕਿਸੇ ਨੇ ਇਹ ਗੱਲ ਕਹੀ ਕਿ ਜੇ ਸਿੱਖ ਧਰਮੀ ਫੌਜੀ ਨੇ ਇਹ ਅੰਗਹੀਣ ਹੋ ਗਏ ਨੇ, ਇਹਨਾਂ ਦੀਆਂ ਅੰਦਰਾਂ ਬਾਹਰ ਆ ਗਈਆਂ ਨੇ, ਕਿਸੇ ਦੀਆਂ ਅੱਖਾਂ ਗਈਆਂ ਨੇ, ਕਿਸੇ ਦੀਆਂ ਲੱਤਾਂ ਗਈਆਂ ਨੇ, ਕਿਸੇ ਦੀਆਂ ਬਾਹਾਂ ਗਈਆਂ ਨੇ, ਮਾਵਾਂ ਦੇ ਪੁੱਤ ਅੱਜ ਤੱਕ ਸ਼ਹੀਦ ਹੋ ਗਏ ਨੇ। ਇੱਕ ਵੀ ਮੈਨੂੰ ਰਾਜਨੀਤਿਕ ਦੱਸੇ ਜਿਹਨੇ ਅੱਜ ਤੱਕ ਜੂਨ 1984 ਦੀ ਗੱਲ ਕੀਤੀ ਆ। ਔਰ ਮੈਂ ਫਿਰ ਅਪੀਲ ਕਰਦਾ ਕਿ ਜਿੱਥੇ ਸਰਕਾਰ ਆ ਜਿਹੜੇ ਰੋਸ ਪ੍ਰਗਟ ਕਰਦੇ ਨੇ ਜੂਨ ਮਹੀਨੇ ਦੇ ਵਿੱਚ ਜਾ ਕੇ, ਮੈਂ ਹੱਥ ਜੋੜ ਕੇ ਅਪੀਲ ਕਰਦਾ 15 ਦਿਨ ਧਾਰਮਿਕ ਤੌਰ ਤੇ ਉੱਥੇ 6 ਜੂਨ ਮਨਾਓ ਔਰ 11.5 ਮਹੀਨੇ ਸੜਕਾਂ ਤੇ ਉਤਰ ਕੇ ਨਿਕਲੇ ਅਕਾਲ ਤਖਤ ਸਾਹਿਬ ਦਾ ਫੈਸਲਾ ਕਰੋ ਕਿ ਇਹਦੇ ਉੱਤੇ ਟੈਂਕ ਤੋਪਾਂ ਨਾਲ ਹਮਲਾ ਕਿਉਂ ਹੋਇਆ। ਜਦ ਤੱਕ ਮੈਂ ਇੱਥੇ ਵਾਅਦੇ ਨਾਲ ਗੱਲ ਕਰਨਾ, ਜਦ ਤੱਕ ਅਕਾਲ ਤਖਤ ਦਾ ਫੈਸਲਾ ਨਹੀਂ ਹੁੰਦਾ ਤਦ ਤੱਕ ਇਸੇ ਤਰ੍ਹਾਂ ਸਿੱਖ ਕੌਮ ਦੇ ਉੱਤੇ ਇੱਕ ਤਰਫੇ ਹਮਲੇ ਜਾਰੀ ਰਹਿਣਗੇ। ਸੋ ਇਹ ਸਨ ਸਾਡੇ ਨਾਲ ਬਲਦੇਵ ਸਿੰਘ, ਜਿਨ੍ਹਾਂ ਨੇ ਅੱਜ ਫਿਰ ਆਪਣੇ ਸਾਰੇ ਹੀ ਸਾਥੀਆਂ ਨੂੰ ਲੈ ਕੇ ਇੱਕ ਆਵਾਜ਼ ਨੂੰ ਬੁਲੰਦ ਕੀਤਾ ਹੈ। ਇਹਨਾਂ ਨੇ ਫਿਰ ਉਹੀ ਮੰਗਾਂ ਰੱਖੀਆਂ ਨੇ ਕਿ ਜੇਕਰ ਹੋਰਾਂ ਦੀ ਸਰਕਾਰ ਸਾਰ ਲੈਂਦੀ ਹੈ ਤਾਂ ਇਹਨਾਂ ਫੌਜੀਆਂ ਦੀ ਕਿਉਂ ਨਹੀਂ ਲਈ ਜਾਂਦੀ? ਕਿਉਂਕਿ ਇਹਨਾਂ ਫੌਜੀਆਂ ਨੇ ਜਦੋਂ ਉੱਥੋਂ ਨਿਕਲੇ ਸਨ, ਕਸੂਰ ਕੋਈ ਵੀ ਨਹੀਂ ਸੀ ਇਹਨਾਂ ਦਾ। ਕਸੂਰ ਸਿਰਫ ਸੀ ਕਿ ਇਹ ਬੈਰਕਾਂ ਛੱਡ ਕੇ ਆਏ ਸੀ ਤੇ ਇਹਨਾਂ ਨੂੰ ਇੱਕ ਵੱਡਾ ਨਾਮ ਜਿਹੜਾ ਦਿੱਤਾ ਗਿਆ, ਭਗੌੜੇ ਕਰਾਰ ਦਿੱਤਾ ਗਿਆ। ਸੋ ਇਹ ਉੱਥੇ ਦਰਬਾਰ ਸਾਹਿਬ ਪਹੁੰਚੇ ਸੀ, ਪਰ ਕਿਸੇ ਨੇ ਆਪਣੀਆਂ ਅੱਖਾਂ ਗਵਾ ਲੀਆਂ, ਕਿਸੇ ਨੇ
ਹੱਥ ਗਵਾ ਲਏ, ਕਿਸੇ ਦੇ ਛਲਣੀਆਂ ਦੇ ਨਾਲ, ਗੋਲੀਆਂ ਦੇ ਨਾਲ ਛਲਣੀ ਸਰੀਰ ਹੋ ਗਏ ਸਨ। ਸੋ ਇਹ ਬਹੁਤ ਹੀ ਦੁੱਖ ਤਸ਼ੱਦਦ ਸਹਿ ਕੇ ਆਏ ਨੇ। ਅੱਜ ਵੀ ਸਾਡੀ ਵੀ ਸਰਕਾਰ ਨੂੰ ਅਪੀਲ ਹੈ ਕਿ ਇੱਕ ਵਾਰ ਫਿਰ ਧਰਮੀ ਫੌਜੀਆਂ ਤੇ ਨਜ਼ਰ ਜਿਹੜੀ ਜ਼ਰੂਰ ਮਾਰੀ ਜਾਵੇ। ਜਿਨ੍ਹਾਂ ਨੂੰ ਜ਼ਰੂਰਤਮੰਦ ਨੇ ਜੋ ਫੌਜੀ, ਉਹਨਾਂ ਦੀ ਜਿਹੜੀ ਮਦਦ ਹੈ ਉਹ ਜ਼ਰੂਰ ਕੀਤੀ ਜਾਵੇ। ਆਸ ਕਰਦੇ ਹਾਂ ਕਿ ਅੱਜ ਦੀ ਇੰਟਰਵਿਊ ਦੇ ਰਾਹੀਂ ਤੁਹਾਡੇ ਤੱਕ ਜਿਹੜੀ ਆਵਾਜ਼ ਹੈ, ਸਰਕਾਰ ਤੱਕ ਆਵਾਜ਼ ਹੈ ਜਿਹੜੀ ਜ਼ਰੂਰ ਪਹੁੰਚੇਗੀ। ਤੇ ਇਹ ਵੀ ਆਸ ਰੱਖਾਂਗੇ ਕਿ ਇਹਨਾਂ ਨੂੰ ਸਿਰਫ ਜੂਨ ਦੇ ਵਿੱਚ ਨਹੀਂ, ਹਰ ਸਾਲ ਯਾਦ ਕਰਨਾ ਜ਼ਰੂਰ ਚਾਹੀਦਾ। ਹਰ ਸਾਲ, ਹਰ ਮਹੀਨੇ, ਹਰ ਦਿਨ ਜਿਹੜਾ ਇਹਨਾਂ ਦੀ ਕੁਰਬਾਨੀ ਜਿਹੜੀ ਯਾਦ ਸਾਨੂੰ ਹੋਣੀ ਚਾਹੀਦੀ ਹੈ। ਤੇ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਧਰਮੀ ਫੌਜੀ ਕੌਣ ਸਨ। ਕੈਮਰਾਮੈਨ ਪਰਵਿੰਦਰ ਦੇ ਨਾਲ ਮੈਂ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।